हाँ जी गुड ਈਵਨਿੰਗ एवरीवन ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਐਟ ਮਲੂਕਾ ਆਈਏਐਸ ਜੋ ਸਾਡੀਆਂ ਕਰੰਟ ਅਫੇਅਰਸ ਦੀਆਂ ਅਸੀਂ ਲਾਈਵ ਸੈਸ਼ਨਸ ਕੰਡਕਟ ਕਰ ਰਹੇ ਹਾਂ ਫਰਮ ਲਾਸਟ 1 ਵੀਕ ਤੇ ਅੱਜ ਸਾਡੀ ਇਹ 8th ਕਲਾਸ ਆ ਅਬਾਊਟ ਦ ਕਰੰਟ ਅਫੇਅਰਸ। ਠੀਕ ਹੈ ਜੀ, ਜੋ ਅਸੀਂ ਪੀਸੀਐਸ 2023 ਨੂੰ ਫੋਕਸ ਕਰਕੇ ਪੀਸੀਐਸ 2023 ਨੂੰ ਟਾਰਗੇਟ ਕਰਕੇ ਕਰੰਟ ਅਫੇਅਰਸ ਦੀਆਂ ਕਲਾਸਿਸ ਤੁਹਾਡੇ ਲਈ ਲੈ ਕੇ ਆਏ ਆ। ਅੱਜ ਉਹ ਸੀਰੀਜ਼ ਦੇ ਵਿੱਚ ਸਾਡੀ ਇਹ 8th ਕਲਾਸ ਹੈ ਤੇ ਜਿਹੜੇ ਬੱਚੇ ਆਨਲਾਈਨ ਬੈਠੇ ਨੇ ਉਹਨਾਂ ਨੂੰ ਮੈਂ ਪੁੱਛਣਾ ਵੀ ਆਵਾਜ਼ ਆ ਰਹੀ ਹੈ, ਦੱਸ ਦਿਓ ਜੀ ਆਵਾਜ਼ ਆ ਰਹੀ ਹੈ ਸਾਰਿਆਂ ਨੂੰ। ਹਾਂਜੀ ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ ਨਵਜੋਤ, ਆਵਾਜ਼ ਆ ਰਹੀ ਹੈ ਜੀ? ਓਕੇ ਜੀ ਓਕੇ, ਥੈਂਕ ਯੂ। ਤੇ ਗਾਇਜ਼ ਜਿਵੇਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਆਪਾਂ ਕੱਲ ਮਲੂਕਾ ਆਈਏਐਸ ਪੀਸੀਐਸ ਪੰਜਾਬ ਪੀਸੀਐਸ ਸਪੈਸੀਫਿਕ ਟੈਲੀਗ੍ਰਾਮ ਪੇਜ ਬਣਾਇਆ। ਕਾਫੀ ਤੁਸੀਂ ਬੱਚਿਆਂ ਨੇ ਸਬਸਕ੍ਰਾਈਬ ਕਰ ਵੀ ਲਿਆ ਉਹ, ਤੇ ਜਿਨ੍ਹਾਂ ਨੇ ਨਹੀਂ ਕੀਤਾ ਮੈਂ ਉਹਨਾਂ ਨੂੰ ਵੀ ਮੈਂ ਦੁਬਾਰਾ ਇੱਕ ਵਾਰੀ ਦੱਸ ਦਿਆਂ। ਹਾਂਜੀ, ਪੰਜਾਬ ਪੀਸੀਐਸ ਮਲੂਕਾ ਆਈਏਐਸ, ਇਹ ਸਾਡਾ ਟੈਲੀਗ੍ਰਾਮ ਪੇਜ ਹੈ ਜੀ। ਇਹਤੇ ਤੇ ਜਾ ਕੇ ਤੁਹਾਨੂੰ ਸਾਰੀਆਂ, ਹਾਂਜੀ ਹਾਂਜੀ ਗੁੱਡ ਈਵਨਿੰਗ ਮਨਦੀਪ ਜੀ, ਜਿਨ੍ਹਾਂ ਬੱਚਿਆਂ ਨੇ ਹਲੇ ਸਬਸਕ੍ਰਾਈਬ ਜੁਆਇਨ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਕਿ ਜੁਆਇਨ ਕਰ ਲਓ, ਕਿਉਂਕਿ ਜੋ ਵੀ ਸਾਡੀਆਂ ਕਲਾਸਿਸ ਦੇ ਰਿਗਾਰਡਿੰਗ ਇਨਫੋਰਮੇਸ਼ਨ ਆ, ਜੋ ਵੀ ਤੁਹਾਡੀ ਸਟੱਡੀ ਤੁਹਾਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਨਾ, ਜੋ ਪੀਪੀਟੀਜ਼ ਪ੍ਰੋਵਾਈਡ ਕਰਨੀਆਂ ਨੇ, ਜਾਂ ਪੀਸੀਐਸ 2023 ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਹੋਊ, ਕੋਈ ਵੀ ਇੰਪੋਰਟੈਂਟ ਚੀਜ਼ ਸਾਡੇ ਪੇਪਰ ਨਾਲ ਕੰਸਰਨਡ ਹੋਊ, ਐਵਰੀਥਿੰਗ ਇਜ਼ ਗੋਇੰਗ ਟੂ ਬੀ ਅਵੇਲੇਬਲ ਔਨ ਦਿਸ ਚੈਨਲ। ਠੀਕ ਹੈ ਜੀ, ਇਹ ਇੱਕ 1 ਪੁਆਇੰਟ ਸੋਲਿਊਸ਼ਨ ਆ ਤੁਹਾਡੇ ਲਈ ਜਿੱਥੋਂ ਤੁਸੀਂ ਸਭ ਕੁਝ ਕਹਿ ਲਓ ਐਕਸੈਸ ਕਰ ਸਕਦੇ ਹੋ। ਤੇ ਜਿਵੇਂ ਮੈਂ ਤੁਹਾਨੂੰ ਆਪਾਂ ਜਦੋਂ ਜਿਹੜੀਆਂ ਆਪਾਂ ਕਲਾਸਿਸ ਲੈ ਰਹੇ ਹਾਂ ਕਰੰਟ ਅਫੇਅਰਸ ਦੀਆਂ, ਉਹਦੇ ਅੰਡਰ ਨਾ ਆਪਾਂ ਕੀ ਕਰ ਰਹੇ ਸੀ ਵੀ ਹਲੇ ਤੱਕ ਜੋ ਕਰ ਰਹੇ ਸੀ ਉਹ ਇਹ ਸੀ ਕਿ ਜੋ ਟੌਪਿਕ ਆਪਾਂ ਡਿਸਕਸ ਕਰ ਰਹੇ ਹਾਂ ਪਹਿਲਾਂ ਉਹਦੇ ਬਾਰੇ ਕੁਐਸਚਨ ਤੁਹਾਨੂੰ ਮੈਂ ਤੁਹਾਡੇ ਲਈ ਫਰੇਮ ਕਰਦਾ ਸੀ ਤੇ ਤੁਹਾਡੇ ਜੋ ਬਹੁਤੇ ਬੱਚੇ ਉਹਦਾ ਆਨਸਰ ਕਰਦੇ ਸੀ, ਬਾਕੀ ਇਹ ਬਾਅਦ ਚੋਂ ਕਰ ਦਿੰਦੇ ਸੀ। ਅੱਜ ਤੋਂ ਨਾ ਇੱਕ ਥੋੜਾ ਜਿਹਾ ਚੇਂਜ ਲੈ ਕੇ ਆਏ ਆ ਇਹਦੇ 'ਚ, ਮਤਲਬ ਆਪਾਂ ਟੌਪਿਕ ਇੱਥੇ ਡਿਸਕਸ ਕਰਾਂਗੇ ਬਟ ਉਹਦੇ ਰਿਗਾਰਡਿੰਗ ਜੋ ਵੀ ਅੱਜ ਟੌਪਿਕਸ ਆਪਣੀ ਕਲਾਸ 'ਚ ਕਵਰ ਹੋਣਗੇ ਉਹਨਾਂ ਦੇ ਰਿਲੇਟਡ ਜੋ ਵੀ ਕੁਐਸਚਨਸ ਹੋਣਗੇ ਉਹ ਤੁਹਾਨੂੰ ਜੋ ਟੈਲੀਗ੍ਰਾਮ ਪੇਜ ਆ ਉਹਦੇ ਤੇ ਮਿਲਣਗੇ। ਉਹਦੇ ਨਾਲ ਇਹ ਆ ਵੀ ਇੱਕ ਤਾਂ ਕਿਉਂਕਿ ਜਦੋਂ ਆਪਾਂ ਨਾਲ ਦੀ ਨਾਲ ਪੜ੍ਹ ਕੇ ਕੋਈ ਚੀਜ਼ ਆਨਸਰ ਕਰਨੀ ਆ ਉਹ ਸ਼ਾਇਦ ਸਾਡੇ ਦਿਮਾਗ ਦੇ ਵਿੱਚ ਉਹਨੂੰ ਰਿਟੇਨ ਕਰਨਾ ਕਹਿ ਲਓ, ਜਾਂ ਇੱਕ ਰੱਟੇ ਵਾਲਾ ਜਿਵੇਂ ਚੀਜ਼ ਹੋ ਜਾਂਦੇ ਨੇ ਵੀ ਰੱਟੇ ਦੇ ਬੇਸਿਸ ਤੇ ਕਈ ਵਾਰੀ ਆਪਾਂ ਆਨਸਰ ਕਰ ਦਿੰਦੇ ਆ। ਬਟ ਜੇ ਤੁਸੀਂ ਇੱਕ ਵਾਰੀ ਕਲਾਸ ਲਾ ਕੇ ਉਸ ਚੀਜ਼ ਨੂੰ ਦੁਬਾਰਾ ਦੇਖੋਗੇ ਜਾਂ ਸਮਝੋਗੇ ਤੇ ਇੱਕ ਦਿਨ ਬਾਅਦ ਚੋਂ ਉਹਦੇ ਰਿਲੇਟਡ ਜੋ ਕੁਐਸਚਨਸ ਹੋਣਗੇ ਉਹਨਾਂ ਦੇ ਆਨਸਰ ਕਰੋਗੇ ਤਾਂ ਉਹ ਤੁਹਾਡੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੋਣਗੇ। ਸੋ ਫਰੋਮ ਟਮੋਰੋ ਔਨਵਰਡਸ ਜੋ ਵੀ ਸਾਡੀ ਅੱਜ ਕਲਾਸ ਦੇ ਵਿੱਚ ਡਿਸਕਸ਼ਨ ਹੋਣੀ ਆ, ਜਿਹੜੇ ਵੀ ਟੌਪਿਕਸ ਹੋਣਗੇ ਉਹਨਾਂ ਦੇ ਰਿਗਾਰਡਿੰਗ ਜੋ ਵੀ ਕੁਐਸਚਨਸ ਨੇ ਪ੍ਰੀ ਪੁਆਇੰਟ ਆਫ ਵਿਊ ਤੋਂ ਉਹ ਤੁਹਾਨੂੰ ਡੇਲੀ ਟੈਲੀਗ੍ਰਾਮ ਪੇਜ ਤੇ ਮਿਲਣਗੇ। ਪਲੱਸ ਉਹਦੇ ਤੇ ਹੋਰ ਕੀ ਕੁਝ ਤੁਹਾਡੇ ਲਈ ਅਸੀਂ ਪ੍ਰੋਵਾਈਡ ਕਰਨ ਜਾ ਰਹੇ ਹਾਂ। ਡੇਲੀ ਤੁਹਾਨੂੰ 3 ਜਾਂ 4 ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਦੇ ਵਿੱਚੋਂ ਕੁਐਸਚਨ ਮਿਲਣਗੇ। ਪਲੱਸ ਜੋ ਵੀ ਜਿਵੇਂ ਤੁਹਾਨੂੰ ਦੱਸਿਆ ਸੀ ਕੱਲ ਵੀ ਆਪਾਂ ਵੀ ਇਨਫੋਗ੍ਰਾਫਿਕਸ ਨੇ, ਕੁਝ ਆਪਣੇ ਕੋਲੇ ਫਲੋ ਚਾਰਟਸ ਨੇ, ਇੰਪੋਰਟੈਂਟ ਟੌਪਿਕਸ ਦੇ, ਕਰੰਟ ਅਫੇਅਰ ਬੇਸਡ ਨੇ, ਕੁਝ ਜੀਐਸ ਦੇ ਰਿਲੇਟਡ ਟੌਪਿਕਸ ਨੇ, ਉਹਨਾਂ ਬਾਰੇ ਵੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਉੱਥੇ ਮਿਲੂਗੀ। ਠੀਕ ਹੈ ਜੀ, ਸੋ ਜ਼ਰੂਰ ਉਹਨੂੰ ਤੁਸੀਂ ਜੁਆਇਨ ਕਰੋ। ਹਾਂਜੀ 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 ਗੁੱਡ ਈਵਨਿੰਗ ਰਾਜੇਸ਼ ਜੀ। ਮਨਦੀਪ ਜੀ ਪੀਡੀਐਫ ਦੇ ਵਿੱਚ ਇਹ ਅਵੇਲੇਬਲ ਤੁਹਾਨੂੰ ਨਹੀਂ ਹੋਣਗੇ, ਪੀਪੀਟੀ ਫਾਰਮ ਦੇ ਵਿੱਚ ਹੀ ਤੁਹਾਨੂੰ ਅਵੇਲੇਬਲ ਅਸੀਂ ਕਰਵਾ ਦਿਆਂਗੇ। ਹਾਂਜੀ ਗੁਰਪ੍ਰੀਤ ਜੀ, ਇਹ ਤੁਹਾਨੂੰ ਸਾਰੇ ਪੀਪੀਟੀ ਫਾਰਮ ਦੇ ਵਿੱਚ ਟੈਲੀਗ੍ਰਾਮ ਚੈਨਲ ਤੇ ਮਿਲ ਜਾਣਗੇ। ਬਟ ਜੇ ਪੀਡੀਐਫ ਫਾਰਮ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਜੋ ਸਾਡੀਆਂ ਐਪਸ ਨੇ ਨਾ ਉਹਨਾਂ ਦੇ ਹਰ ਜੋ ਸਟੱਡੀ ਮਟੀਰੀਅਲ ਉਹ ਸਾਰਾ ਡੇਲੀ ਅਪਲੋਡ ਕੀਤਾ ਜਾਂਦਾ। ਜਿਵੇਂ ਤੁਹਾਨੂੰ ਦੱਸਿਆ ਮਲੂਕਾ ਆਈਏਐਸ ਐਂਡਰੋਇਡ ਯੂਜ਼ਰਸ ਦੇ ਲਈ ਹੈ, ਪਲੱਸ ਕਲਾਸ ਪਲੱਸ ਐਪ ਆ ਜੋ ਉਹ ਆਈਫੋਨ ਯੂਜ਼ਰਸ ਦੇ ਲਈ ਆ। ਉੱਥੇ ਤੁਹਾਨੂੰ ਉਹ ਪੀਡੀਐਫ ਫਾਰਮ ਦੇ ਵਿੱਚ ਵੀ ਮਿਲ ਜਾਣਗੇ। ਠੀਕ ਹੈ ਜੀ। ਜਸਪ੍ਰੀਤ ਜੀ ਪੀਸੀਐਸ ਦੀ ਪੰਜਾਬੀ ਵਿੱਚ ਤਿਆਰੀ ਕਰਾ ਦਿਓ। ਇਹ ਪੰਜਾਬੀ 'ਚ ਹੀ ਕਰਾ ਰਹੇ ਹਾਂ ਜੀ ਆਪਾਂ ਇੱਥੇ। ਤੁਸੀਂ ਸ਼ਾਇਦ ਅੱਜ ਫਸਟ ਟਾਈਮ ਆਏ ਹੋ, ਮੈਂ ਤੁਹਾਨੂੰ ਦੱਸ ਦਿਆਂ, ਜਾਂ ਹੋਰ ਵੀ ਜਿਹੜੇ ਕੋਈ ਬੱਚੇ ਫਸਟ ਟਾਈਮ ਆਏ ਨੇ ਇੱਥੇ, ਵੀ ਜਿਹੜੀਆਂ ਸਾਡੀਆਂ ਇਹ ਕਲਾਸਿਸ ਨੇ ਨਾ, ਚਾਹੇ ਉਹ ਕਰੰਟ ਅਫੇਅਰਸ ਦੀਆਂ ਨੇ ਜਾਂ ਅਸੀਂ ਉਹ ਪੰਜਾਬ ਜੀਕੇ ਦੀਆਂ ਲੈ ਰਹੇ ਹਾਂ ਕਲਾਸਿਸ, ਉਹਨਾਂ ਦੇ ਵਿੱਚ ਤੁਹਾਨੂੰ ਸਾਰਾ ਸਟੱਡੀ ਮਟੀਰੀਅਲ ਉਹ ਚਾਹੇ ਕੋਈ ਵੀ ਟੌਪਿਕ ਆ
ਇੰਗਲਿਸ਼ ਐਜ਼ ਵੈਲ ਐਜ਼ ਪੰਜਾਬੀ ਦੋਨਾਂ ਲੈਂਗੁਏਜਸ ਦੇ ਵਿੱਚ ਪ੍ਰੋਵਾਈਡ ਕੀਤਾ ਜਾ ਰਿਹਾ। ਪੀਪੀਟੀ ਤੁਹਾਨੂੰ ਟੈਲੀਗ੍ਰਾਮ ਤੋਂ ਮਿਲ ਜੂ, ਬਟ ਜੇ ਤੁਹਾਨੂੰ ਪੀਡੀਐਫ ਚਾਹੀਦੀ ਹੈ ਉਹਦੀ ਤਾਂ ਉਹ ਤੁਹਾਨੂੰ ਸਾਡੇ ਜੋ ਐਪਸ ਨੇਗੀਆਂ ਮਲੂਕਾ ES ਐਪ ਐਂਡਰੋਇਡ ਯੂਜ਼ਰਸ ਦੇ ਲਈ ਤੇ ਕਲਾਸ ਪਲੱਸ ਐਪ ਜੋ ਆਈਫੋਨ ਯੂਜ਼ਰਸ ਦੇ ਲਈ ਆ, ਉੱਥੋਂ ਜਾ ਕੇ ਤੁਹਾਨੂੰ ਪੀਡੀਐਫ ਮਿਲ ਜੂ। ਪਲੱਸ ਜਿਹੜੇ ਆਪਾਂ ਇੱਥੇ GS ਦੇ ਸਬਜੈਕਟਸ ਸਟਾਰਟ ਕਰਾਂਗੇ ਜਦੋਂ ਸਾਡਾ ਇਹਦਾ ਆਪਾਂ ਇੱਕ ਬੈਚ ਇਹ ਜੋ ਕਲਾਸਿਸ ਨੇ ਇਹ ਫ੍ਰੀ ਆਫ ਕਾਸਟ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਇਹਦੇ ਬਾਅਦ ਆਪਾਂ ਇੱਕ ਬੈਚ ਵੀ ਸਟਾਰਟ ਕਰਨ ਲੱਗੇ ਹਾਂ ਬਹੁਤ ਜਲਦੀ ਇਹਦਾ PCS ਦਾ, ਉਹਦੇ 'ਚ ਸਾਰੇ GS ਦੇ ਸਬਜੈਕਟਸ ਨੇ, ਉਹ ਚਾਹੇ ਪੋਲਿਟੀ ਆ, ਜਿਓਗ੍ਰਾਫੀ ਆ, ਹਿਸਟਰੀ ਆ, ਇਕਨੋਮੀ ਆ, ਸਾਇੰਸ ਐਂਡ ਟੈਕਨੋਲੋਜੀ ਆ, ਇਨਵਾਇਰਨਮੈਂਟ ਆ, ਕੋਈ ਵੀ ਟੌਪਿਕ ਆ ਉਹ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੋਨਾਂ ਦੇ ਵਿੱਚ ਕਰਵਾਇਆ ਜਾਊ। ਪਲੱਸ ਜੋ ਰਿਲੇਟਡ ਸਟੱਡੀ ਮਟੀਰੀਅਲ ਆ ਉਹ ਸਾਰੇ ਦਾ ਸਾਰਾ ਪੰਜਾਬੀ 'ਚ ਵੀ ਪ੍ਰੋਵਾਈਡ ਕੀਤਾ ਜਾਊ। ਠੀਕ ਹੈ ਜੀ। ਮੇਨਸ ਦੀ ਤਿਆਰੀ ਵੀ ਹੋਊ ਜੀ, ਮੇਨਸ ਦੀ ਤਿਆਰੀ ਵੀ ਕਰਾਵਾਂਗੇ ਜਸਪ੍ਰੀਤ ਜੀ। ਜਦੋਂ ਜਦੋਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਹਾਡੇ ਲਈ ਇੱਥੇ ਜੋ ਲੈ ਕੇ ਆਏ ਆ ਇਹ 'ਚ ਸਾਰਾ ਕੁਝ ਹੈ, ਇਹ 'ਚ ਪ੍ਰੀ ਵੀ ਹੈ ਮੇਨਸ ਵੀ ਆ, ਕਿਉਂਕਿ ਕੁਝ ਟੌਪਿਕਸ ਜੋ ਆਪਾਂ ਕਰੰਟ ਦੇ ਡਿਸਕਸ ਕਰਦੇ ਹਾਂ ਉਹ ਮੇਨਸ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ, ਤੇ ਜਦੋਂ ਆਪਾਂ GS ਬਾਰੇ ਕਰਾਂਗੇ ਤਾਂ ਉਹਦੇ 'ਚ ਵੀ ਪ੍ਰੀ ਪਲੱਸ ਮੇਨਸ ਸਭ ਕੁਝ ਤੁਹਾਨੂੰ ਇੰਗਲਿਸ਼ ਐਜ਼ ਵੈਲ ਐਜ਼ ਪੰਜਾਬੀ ਦੋਨਾਂ ਲੈਂਗੁਏਜਸ ਦੇ ਵਿੱਚ ਕਰਵਾਇਆ ਜਾਊ ਤੇ ਸਟੱਡੀ ਮਟੀਰੀਅਲ ਵੀ ਪ੍ਰੋਵਾਈਡ ਕੀਤਾ ਜਾਊ। ਠੀਕ ਹੈ ਜੀ। ਤੇ ਹੁਣ ਸਾਡਾ ਜੋ ਅੱਜ ਦਾ ਟੌਪਿਕ ਹੈ, ਫਸਟ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਨਾ ਇੰਡੀਅਨ ਰੀਜਨਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਦੀ, ਉਹਦੇ 'ਚ ਇੱਕ ਦੋ ਟਰਮਸ ਆਈਆਂ ਸੀ, ਜੀਓ ਸਿੰਕਰੋਨਸ ਆਰਬਿਟ ਐਂਡ ਜੀਓ ਸਟੇਸ਼ਨਰੀ ਆਰਬਿਟ। ਕੱਲ ਸਾਡੇ ਕੋਲ ਉਦੋਂ ਟਾਈਮ ਥੋੜਾ ਜਿਹਾ ਘੱਟ ਸੀ ਕਿਉਂਕਿ ਲਾਸਟ ਵਾਲਾ ਟੌਪਿਕਸ ਦੀ ਕਲਾਸ ਦਾ ਟਾਈਮ ਹੋ ਚੁੱਕਿਆ ਸੀ ਓਵਰ, ਤਾਂ ਕਰਕੇ ਡਿਸਕਸ਼ਨ ਕੀਤਾ। ਅੱਜ ਉਹਦੇ ਬਾਰੇ ਥੋੜਾ ਜਿਹਾ ਆਪਾਂ ਡਿਸਕਸ਼ਨ ਪਹਿਲਾਂ ਕਰ ਲਈਏ। ਜੀਓ ਸਿੰਕਰੋਨਸ ਐਂਡ ਜੀਓ ਸਟੇਸ਼ਨਰੀ ਇਹ ਦੋ ਆਰਬਿਟਸ ਨੇ। ਜਦੋਂ ਕੋਈ ਵੀ ਆਪਾਂ ਸੈਟੇਲਾਈਟ ਲਾਂਚ ਕਰਦੇ ਆ ਸਪੇਸ ਦੇ ਵਿੱਚ ਤਾਂ ਉਹ ਅਲੱਗ-ਅਲੱਗ ਆਰਬਿਟਸ ਦੇ ਵਿੱਚ ਉਹਨਾਂ ਨੂੰ ਆਪਾਂ ਕਹਿ ਲਓ ਪਲੇਸ ਕਰਦੇ ਆ, ਹਨਾ। ਆਰਬਿਟ ਦਾ ਮਤਲਬ ਹੁੰਦਾ ਕਿਸ ਪੋਜੀਸ਼ਨ 'ਚ ਆਪਾਂ ਉਹਨਾਂ ਨੂੰ ਪਲੇਸ ਕਰ ਰਹੇ ਹਾਂ। ਉਹ ਉਹਨਾਂ ਦਾ ਆਰਬਿਟ ਜਿਵੇਂ ਕਹਿ ਲਓ ਕਈ ਉਹਨਾਂ ਦਾ ਸਨ ਸਿੰਕਰੋਨਸ ਹੁੰਦਾ, ਕਈਆਂ ਦਾ ਜੀਓ ਸਿੰਕਰੋਨਸ ਹੁੰਦਾ, ਹਨਾ ਜੀ, ਜਾਂ ਜੀਓ ਸਟੇਸ਼ਨਰੀ ਹੁੰਦੇ ਨੇ। ਜੇ ਆਪਾਂ ਜੀਓ ਸਿੰਕਰੋਨਸ ਦੀ ਗੱਲ ਕਰੀਏ ਤਾਂ ਜੀਓ ਦਾ ਮਤਲਬ ਹੁੰਦਾ, ਜਦੋਂ ਆਪਾਂ ਜਿਓਗ੍ਰਾਫੀ 'ਚ ਪੜਾਂਗੇ ਜਾਂ ਇਨਵਾਇਰਨਮੈਂਟ ਦੇ ਰਿਲੇਟਡ ਆਪਾਂ ਗੱਲ ਕਰਦੇ ਹਾਂ, ਜੀਓ ਦਾ ਮਤਲਬ ਹੁੰਦਾ ਅਰਥ। ਜਦੋਂ ਆਪਾਂ ਧਰਤੀ ਦੀ ਗੱਲ ਕਰਦੇ ਹਾਂ ਨਾ ਆਪਾਂ ਉਹਨੂੰ ਕਹਿੰਦੇ ਆ ਜੀਓ। ਆਪਾਂ ਜਿਓਗ੍ਰਾਫੀ ਵੀ ਗੱਲ ਕਰ ਲਈ, ਜਿਓਗ੍ਰਾਫੀ ਕੀ ਆ, ਸਟੱਡੀ ਆ ਅਰਥ ਦੀ, ਤੇ ਪਲੱਸ ਜੋ ਵੀ ਉਹਦੇ ਉੱਪਰ ਲੈਂਡ ਫਾਰਮਸ ਨੇ ਜਾਂ ਅਰਥ ਦੀ ਸ਼ੇਪ ਆ, ਉਹਦਾ ਸਾਈਜ਼ ਆ, ਹਨਾ, ਉਹ ਸਾਰੀ ਜਿਓਗ੍ਰਾਫੀ ਆ। ਤੇ ਜੀਓ ਦਾ ਮਤਲਬ ਹੁੰਦਾ ਅਰਥ। ਤੇ ਜਿਹੜਾ ਦੂਸਰੀ ਟਰਮ ਹੈ ਇਹਦੇ 'ਚ ਸਿੰਕਰੋਨਸ, ਜੀਓ ਪਲੱਸ ਸਿੰਕਰੋਨਸ। ਸਿੰਕਰੋਨਸ ਦਾ ਮਤਲਬ ਹੁੰਦਾ ਵੀ ਦੋਨੋਂ ਇੱਕ ਦੂਸਰੇ ਜਾਂ ਕੋਈ ਵੀ ਚੀਜ਼ ਆ, ਜਦੋਂ ਆਪਾਂ ਕਹਿੰਦੇ ਨਾ ਵੀ ਦੋ ਚੀਜ਼ਾਂ ਇੱਕ ਦੂਸਰੇ ਨਾਲ ਸਿੰਕਰੋਨਾਈਜ਼ਡ ਨੇ, ਉਹਦਾ ਮਤਲਬ ਹੁੰਦਾ ਵੀ ਦੋਨੋਂ ਇੱਕ ਟੈਂਡਮ 'ਚ ਚੱਲ ਰਹੀਆਂ ਨੇ, ਦੋਨੋਂ ਇੱਕ ਦੂਸਰੇ ਦੇ ਅਕੋਰਡਿੰਗ ਚੱਲ ਰਹੀਆਂ ਨੇ। ਜਿਵੇਂ ਇੱਕ ਬੋਡੀ ਮੂਵ ਕਰ ਰਹੀ ਆ ਉਸੇ ਤਰ੍ਹਾਂ ਦੂਸਰੀ ਬੋਡੀ ਮੂਵ ਕਰ ਰਹੀ ਆ, ਉਹਨੂੰ ਆਪਾਂ ਕਹਿੰਦੇ ਆ ਸਿੰਕਰੋਨਸ। ਮਤਲਬ ਇੱਕ ਦੂਸਰੇ ਦੇ ਨਾਲ ਤਾਲਮੇਲ ਦੇ ਵਿੱਚ ਹੋਣ, ਉਹ ਹੁੰਦਾ ਸਿੰਕਰੋਨਸ। ਤੇ ਜਦੋਂ ਆਪਾਂ ਜੀਓ ਸਿੰਕਰੋਨਸ ਆਰਬਿਟ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਜੀਓ ਸਿੰਕਰੋਨਸ ਆਰਬਿਟ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਕੀ ਹੈ ਵੀ ਜਿਹੜੀਆਂ ਵੀ ਸੈਟੇਲਾਈਟਸ ਨੇ ਉਹਨਾਂ ਨੇ ਜੋ ਉਹਨਾਂ ਦੀ ਜਿਵੇਂ ਕਹਿ ਲਓ ਉਹਨਾਂ ਨੇ ਨਾ ਜਿਹੜੀਆਂ ਸੈਟੇਲਾਈਟਸ ਆਪਾਂ ਪਲੇਸ ਕਰਦੇ ਹਾਂ ਉਹਨਾਂ ਨੇ ਅਰਥ ਦੇ ਅਰਾਊਂਡ ਚੱਕਰ ਲਾਉਣਾ ਹੁੰਦਾ, ਉਹੀ ਆਰਬਿਟ ਹੁੰਦਾ, ਹਨਾ। ਤੇ ਜਿੰਨੀ ਸਪੀਡ ਦੇ ਨਾਲ ਅਰਥ ਮੂਵ ਕਰਦੀ ਆ ਉਸੇ ਸਪੀਡ ਦੇ ਨਾਲ ਉਹ ਸੈਟੇਲਾਈਟ ਮੂਵ ਕਰਦੀ ਆ। ਦੈਟ ਇਜ਼ ਵਾਟ ਇਜ਼ ਜੀਓ ਸਿੰਕਰੋਨਸ, ਹਨਾ। ਤੇ ਮਤਲਬ ਜੇ ਆਪਾਂ ਕਹਿ ਲਈਏ ਵੀ ਇਹ ਅਰਥ ਹੈ, ਜਿਵੇਂ ਜਿਵੇਂ ਅਰਥ ਮੂਵ ਕਰਦੀ ਆ ਉਸੇ ਤਰ੍ਹਾਂ ਉਹ ਸੈਟੇਲਾਈਟ ਮੂਵ ਕਰੀ ਜਾਂਦੀ ਆ। ਠੀਕ ਹੈ ਜੀ। ਆਹ ਅਰਥ ਹੈ ਤੇ ਆਹ ਸੈਟੇਲਾਈਟ ਹੈ, ਜਿਵੇਂ ਜਿਵੇਂ ਅਰਥ ਮੂਵ ਕਰਦੀ ਆ ਉਸੇ ਤਰ੍ਹਾਂ ਸੈਟੇਲਾਈਟ ਮੂਵ ਕਰੀ ਜਾਂਦੀ ਆ। ਤੇ ਇਹਦੇ ਨਾਲ ਹੁੰਦਾ ਕੀ ਹੈ ਵੀ ਜਿਹੜਾ ਵੀ ਬੰਦਾ ਕੋਈ ਧਰਤੀ ਤੋਂ ਉਸ ਆਬਜੈਕਟ ਨੂੰ ਦੇਖ ਰਿਹਾ, ਉਹ ਚਾਹੇ ਸੈਟੇਲਾਈਟ ਆ ਜੇ ਸਾਨੂੰ ਵਿਜ਼ੀਬਲ ਆ ਜਾਂ ਕੋਈ ਹੋਰ ਆਬਜੈਕਟ ਆ ਜਿਹੜਾ ਜੀਓ ਸਿੰਕਰੋਨਸ ਆਰਬਿਟ ਦੇ ਵਿੱਚ ਆ, ਉਹ ਸਾਨੂੰ ਹਮੇਸ਼ਾ ਜਾਂ ਡੇਲੀ ਕਹਿ ਲਓ ਵੀ ਇੱਕੋ ਪੋਜੀਸ਼ਨ ਤੇ ਮਿਲੂਗਾ। ਕਿਉਂਕਿ ਉਹਨੇ ਜਿਵੇਂ ਜਿਵੇਂ ਧਰਤੀ ਘੁੰਮ ਰਹੀ ਆ ਉਸੇ ਤਰ੍ਹਾਂ ਉਹ ਸੈਟੇਲਾਈਟ ਜਾਂ ਉਹ ਆਬਜੈਕਟ ਘੁੰਮੀ ਜਾਂਦਾ। ਇਹ ਹੁੰਦਾ ਜੀਓ ਸਿੰਕਰੋਨਸ ਆਰਬਿਟ। ਤੇ ਤੁਸੀਂ ਮੈਨੂੰ ਆਨਸਰ ਕਰਕੇ ਦੱਸੋ, ਜਿਹੜੇ ਬੱਚੇ ਦੇਖ ਰਹੇ ਨੇ ਕਮੈਂਟ ਕਰੋ ਨਾਲ ਨਾਲ ਕਿ ਜਿਹੜਾ ਸਾਡਾ IRNSS ਆ ਨਾ, ਇੰਡੀਅਨ ਰੀਜਨਲ ਨੈਵੀਗੇਸ਼ਨ ਸਿਸਟਮ ਸੈਟੇਲਾਈਟ ਸਿਸਟਮ, ਉਹਦੇ 'ਚ ਟੋਟਲ 7 ਸੈਟੇਲਾਈਟਸ ਨੇ। ਉਹਨਾਂ 'ਚੋਂ ਜੀਓ ਸਿੰਕਰੋਨਸ ਆਰਬਿਟ 'ਚ ਕਿੰਨੀਆਂ ਨੇ ਤੇ ਜੀਓ ਸਟੇਸ਼ਨਰੀ ਆਰਬਿਟ ਦੇ ਵਿੱਚ ਕਿੰਨੀਆਂ ਨੇ, ਇਹ ਤੁਸੀਂ ਆਨਸਰ ਕਰੋ। ਠੀਕ ਹੈ ਜੀ। ਤੇ ਇਹ ਤਾਂ ਹੋ ਗਿਆ ਜੀਓ ਸਿੰਕਰੋਨਸ। ਦੂਸਰਾ ਹੁੰਦਾ ਜੀਓ ਸਟੇਸ਼ਨਰੀ। ਜੀਓ ਸਟੇਸ਼ਨਰੀ ਵੀ ਜਿਵੇਂ ਆਪਾਂ ਜੀਓ ਸਿੰਕਰੋਨਸ ਦੀ ਗੱਲ ਕੀਤੀ ਆ ਉਸੇ ਤਰ੍ਹਾਂ ਹੀ ਇੱਕ ਆਰਬਿਟ ਹੈ। ਉਹਦੇ 'ਚ ਹੁੰਦਾ ਕੀ ਆ ਵੀ ਉਹ ਇੱਕ ਜੀਓ ਸਿੰਕਰੋਨਸ ਦੀ ਇੱਕ ਸਪੈਸ਼ਲ ਕਾਈਂਡ ਆਫ ਆਰਬਿਟ ਆ। ਹੁੰਦਾ ਜੀਓ ਸਿੰਕਰੋਨਸ ਵਾਂਗੂ ਹੀ ਆ, ਬਟ ਉਹਦੇ 'ਚ ਡਿਫਰੈਂਸ ਇਹ ਹੁੰਦਾ ਵੀ ਜਿਹੜਾ ਜੀਓ ਸਟੇਸ਼ਨਰੀ ਹੁੰਦਾ ਨਾ
ਉਹ ਅਰਥ ਦੇ ਇਕੁਏਟਰ ਦੇ ਨਾਲ ਅਲਾਈਨਡ ਹੁੰਦਾ। ਠੀਕ ਹੈ ਜੀ, ਅਰਥ ਦੇ ਇਕੁਏਟਰ ਦੇ ਨਾਲ ਅਲਾਈਨਡ ਹੁੰਦਾ ਉਹ ਕਿਹੜਾ, ਜੀਓ ਸਟੇਸ਼ਨਰੀ। ਮਤਲਬ ਜੇ ਆਪਾਂ ਜਿਵੇਂ ਆ ਇੱਥੇ ਡਾਇਗਰਾਮ ਬਣਾਈ ਆ, ਜਿਹਦੀ ਗੱਲ ਕਰੀਏ, ਆ ਦੇਖੋ ਆ ਅਰਥ ਹੈ ਤੇ ਆ ਆਪਾਂ ਦੋ ਸੈਟੇਲਾਈਟਸ ਨੇ, ਦੋ ਆਰਬਿਟਸ ਨੇ। ਜਿਹੜਾ ਰੈੱਡ ਕਲਰ ਦੇ ਵਿੱਚ ਹੈ ਉਹ ਹੈਗਾ ਜੀਓ ਸਟੇਸ਼ਨਰੀ ਆਰਬਿਟ, ਤੇ ਜਿਹੜਾ ਸਾਡਾ ਗ੍ਰੀਨ ਕਲਰ 'ਚ ਉਹ ਹੈਗਾ ਜੀਓ ਸਿੰਕਰੋਨਸ। ਸਾਨੂੰ ਪਤਾ ਵੀ ਇਕੁਏਟਰ ਇੱਥੋਂ ਦੀ ਲੰਘਦਾ ਨਾ ਜਮਾ ਸੈਂਟਰ 'ਚੋਂ, ਤੇ ਜਿਹੜਾ ਸਾਡਾ ਜੀਓ ਸਟੇਸ਼ਨਰੀ ਆਰਬਿਟ ਆ ਇਹ ਇਕੁਏਟਰ ਦੇ ਅਰਾਊਂਡ ਹੁੰਦਾ। ਠੀਕ ਹੈ ਜੀ, ਇਹ ਗੱਲ ਧਿਆਨ 'ਚ ਰੱਖਿਓ। ਤੇ ਜਿਹੜਾ ਜੀਓ ਸਿੰਕਰੋਨਸ ਹੁੰਦਾ ਇਹਦਾ ਇਨਕਲੀਨੇਸ਼ਨ ਕੋਈ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ ਹੈ ਇਕੁਏਟਰ ਦੇ ਅਕੋਰਡਿੰਗ ਹੋਵੇ, ਇਹ ਕਿਸੇ ਵੀ ਇਨਕਲੀਨੇਸ਼ਨ ਤੇ ਹੋ ਸਕਦਾ। ਜਿਵੇਂ ਹੁਣ ਇੱਥੇ ਆਪਾਂ ਇਸ ਤਰ੍ਹਾਂ ਬਣਾਇਆ ਹੋਇਆ, ਇਹ ਇਸ ਤਰ੍ਹਾਂ ਵੀ ਹੋ ਸਕਦਾ, ਇਸ ਤਰ੍ਹਾਂ ਵੀ ਹੋ ਸਕਦਾ। ਠੀਕ ਹੈ ਜੀ, ਹੁੰਦੇ ਦੋਨੋਂ, ਮਤਲਬ ਦੋਨਾਂ ਦੇ ਵਿੱਚ ਡਿਫਰੈਂਸ ਇਹ ਆ ਦੋਨਾਂ ਦੇ ਵਿੱਚ ਡਿਫਰੈਂਸ ਬਸ ਉਹਨਾਂ ਦੀ ਇਨਕਲੀਨੇਸ਼ਨ ਦਾ, ਬਾਕੀ ਹੈ ਸੇਮ ਚੀਜ਼ ਹੀ ਆ। ਠੀਕ ਹੈ, ਇਹ ਡਿਫਰੈਂਸ ਸੀਗਾ ਇਹਨਾਂ ਦੋਨਾਂ ਦੇ ਵਿੱਚ। ਤੇ ਹੁਣ ਆਪਾਂ ਜੇ ਗੱਲ ਕਰੀਏ, ਸਾਡਾ ਜੋ ਨੈਕਸਟ ਟੌਪਿਕ ਹੈ ਵੈਰੀ ਇੰਪੋਰਟੈਂਟ, ਸਾਡੇ ਜੇ ਪੇਪਰ ਦੀ ਗੱਲ ਕਰੀਏ, ਪੇਪਰ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹੈ ਜੀ। ਇਹ ਥੋੜਾ ਲੈਂਦੀ ਟੌਪਿਕ ਹੈ ਬਟ ਇਟ ਇਜ਼ ਗੋਇੰਗ ਟੂ ਬੀ ਵੈਰੀ ਇੰਪੋਰਟੈਂਟ, ਇਟ ਇਜ਼ ਵੈਰੀ ਕ੍ਰੂਸ਼ੀਅਲ ਫॉर ਪ੍ਰੀਲਿਮਸ ਐਜ਼ ਵੈਲ ਐਜ਼ ਸਾਡਾ ਮੇਨਸ ਦਾ ਜੋ ਪਾਰਟ ਹੈ। ਠੀਕ ਹੈ ਜੀ, ਉਹ ਚਾਹੇ ਸਾਡਾ PCS ਆ ਚਾਹੇ UPSC, ਦੋਨਾਂ ਦੇ ਲਈ ਰੈਲੇਵੈਂਟ ਹੈ ਜੀ ਉਹ। ਠੀਕ ਹੈ ਜੀ, ਕਾਫੀ ਆਨਸਰ ਕਰ ਰਹੇ ਹੋ ਤੁਸੀਂ, ਤੇ ਬਾਕੀਆਂ ਨੂੰ ਵੀ ਮੈਂ ਰਿਕੁਐਸਟ ਕਰਦਾ ਵੀ ਤੁਸੀਂ ਵੀ ਆਨਸਰ ਕਰੋ ਜੀ। ਜਿਹੜੇ ਬੱਚੇ ਰਹਿੰਦੇ ਨੇ ਉਹ ਵੀ ਆਨਸਰ ਕਰੋ, ਫਿਰ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ। ਤੇ ਹੁਣ ਆਪਾਂ ਗੱਲ ਕਰੀਏ ਇੰਡੀਅਨ ਡਿਜੀਟਲ ਰੁਪੀ ਔਰ ਸੈਂਟਰਲ ਬੈਂਕ ਡਿਜੀਟਲ ਕਰੰਸੀ। ਠੀਕ ਹੈ ਜੀ, first thing, why it has been in news, because today we know today is the 1st December, and from today the RBI has launched India's digital currency or India's central digital currency for retail users. ठीक है जी, December 1 marks the pilot based launch of CBDC for retail users in selected cities. ਪਹਿਲੀ ਗੱਲ ਤਾਂ ਪਾਇਲਟ, ਜਦੋਂ ਆਪਾਂ ਪਾਇਲਟ ਬੇਸਿਸ ਦੀ ਗੱਲ ਕਰਦੇ ਹਾਂ ਨਾ, ਜਿਹੜਾ ਇੱਕ ਟ੍ਰਾਇਲ, ਉਹਦਾ ਮਤਲਬ ਹੁੰਦਾ ਟ੍ਰਾਇਲ ਬੇਸਿਸ ਤੇ, ਮਤਲਬ ਐਕਸਪੈਰੀਮੈਂਟਲ ਪਰਪਸ ਤੇ ਆਪਾਂ ਦੇਖਣਾ ਵੀ ਉਹ ਚੀਜ਼ ਕਿੰਨੀ ਕੁ ਸਾਡੇ ਲਈ ਉਹਦੇ 'ਚ ਕੋਈ ਇਸ਼ੂਜ਼ ਤਾਂ ਨਹੀਂ ਆ ਰਹੇ ਹੈ ਨਾ, ਵੀ ਇਸ ਤੋਂ ਪਹਿਲਾਂ ਆਪਾਂ ਪੂਰੇ ਤਰ੍ਹਾਂ ਉਹਨੂੰ ਫੁੱਲ ਫਲੈਜਡ ਫਾਰਮ ਦੇ ਵਿੱਚ ਲਾਂਚ ਕਰੀਏ, ਉਹ ਦੇਖਣਾ ਆਪਾਂ ਵੀ, ਤਾਂ ਆਪਾਂ ਉਹਨੂੰ ਟ੍ਰਾਇਲ ਬੇਸਿਸ ਤੇ ਕਰਦੇ ਹਾਂ ਹੈ ਨਾ। ਵੀ ਜੇ ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ ਉਹ ਆਪਾਂ ਦੇਖਣ ਵਾਸਤੇ ਕੋਈ ਵੀ ਪ੍ਰੋਜੈਕਟ ਆ ਉਹਨੂੰ ਪਾਇਲਟ ਬੇਸਿਸ ਤੇ ਲਾਂਚ ਕਰਦੇ ਹਾਂ। ਪਾਇਲਟ ਬੇਸਿਸ ਦਾ ਮਤਲਬ ਹੁੰਦਾ ਔਨ ਐਕਸਪੈਰੀਮੈਂਟਲ ਬੇਸਡ। ਠੀਕ ਹੈ ਜੀ, ਇਹ ਧਿਆਨ 'ਚ ਰੱਖਿਓ। ਤੇ ਹੁਣ ਜੋ ਆਪਾਂ ਸੈਂਟਰਲ ਬੈਂਕ ਡਿਜੀਟਲ ਕਰੰਸੀ ਲਾਂਚ ਕੀਤੀ ਆ, ਇਹ ਕਰੰਸੀ ਹੈ ਜਿਹੜੀ ਇਹ ਲਾਂਚ ਹੋਈ ਆ, ਇਹ ਕਰੰਸੀ ਲਾਂਚ ਹੋਈ ਆ ਕੁਝ ਸਿਲੈਕਟਡ ਸਿਟੀਜ਼ ਦੇ ਵਿੱਚ। ਉਹ ਕਿਹੜੀਆਂ-ਕਿਹੜੀਆਂ ਸਿਟੀਜ਼ ਨੇ ਵੈਸੇ ਸਾਡੇ ਲਈ ਇੰਪੋਰਟੈਂਟ ਨਹੀਂ ਹੈ, ਕਿਉਂਕਿ ਹੌਲੀ ਹੌਲੀ ਇਹ ਆਲ ਓਵਰ ਇੰਡੀਆ ਹੀ ਲਾਂਚ ਹੋ ਜਾਣਾ। ਬਟ ਹੁਣ ਜਿਵੇਂ ਦਿੱਲੀ ਆ, ਮੁੰਬਈ ਆ, ਬੈਂਗਲੋਰ ਹੈ ਤੇ ਭੁਵਨੇਸ਼ਵਰ। ਠੀਕ ਹੈ ਜੀ, ਇਹ 4 ਸਿਟੀਜ਼ ਦੇ ਵਿੱਚ ਇਹ ਲਾਂਚ ਕੀਤਾ ਗਿਆ। ਸੈਂਟਰਲ ਬੈਂਕ ਡਿਜੀਟਲ ਕਰੰਸੀ। ਤੇ ਹੁਣ ਆਪਾਂ ਗੱਲ ਕਰੀਏ ਵੀ ਸੈਂਟਰਲ ਬੈਂਕ ਡਿਜੀਟਲ ਕਰੰਸੀ ਹੈ ਕੀ ਆ, ਵਾਟ ਇਜ਼ CBDC। ਜਿਵੇਂ ਸਾਨੂੰ ਇਹਦੇ ਨਾਂ ਤੋਂ ਪਤਾ ਲੱਗ ਰਿਹਾ ਨਾ, ਡਿਜੀਟਲ ਕਰੰਸੀ, ਸੈਂਟਰਲ ਬੈਂਕ ਡਿਜੀਟਲ ਕਰੰਸੀ। ਜਿਹੜੀ ਸਾਡੀ ਸੈਂਟਰਲ ਬੈਂਕ ਹੈ, ਜਿਵੇਂ ਸਾਡੀ ਸੈਂਟਰਲ ਬੈਂਕ ਹੈਗੀ ਰਿਜ਼ਰਵ ਬੈਂਕ ਆਫ ਇੰਡੀਆ RBI, ਉਹਨਾਂ ਦੁਆਰਾ ਲਾਂਚ ਕੀਤੀ ਹੋਈ ਇੱਕ ਡਿਜੀਟਲ ਕਰੰਸੀ ਜੋ ਡਿਜੀਟਲ ਫਾਰਮ ਦੇ ਵਿੱਚ ਹੋਊ, ਫਿਜ਼ੀਕਲ ਫਾਰਮ ਦੇ ਵਿੱਚ ਨਹੀਂ, ਜੋ ਡਿਜੀਟਲ ਫਾਰਮ ਦੇ ਵਿੱਚ ਹੋਊ। ਕਿਉਂਕਿ ਜਦੋਂ ਆਪਾਂ ਡਿਜੀਟਲ ਦੀ ਗੱਲ ਕਰਦੇ ਹਾਂ ਨਾ, ਜਾਂ ਇਲੈਕਟ੍ਰੋਨਿਕ ਦੀ ਗੱਲ ਕਰਦੇ ਹਾਂ, ਕੋਈ ਵੀ ਆਪਾਂ ਜਿਵੇਂ ਕਹ ਲਈਏ ਕੋਈ ਡਾਕੂਮੈਂਟ ਆ, ਜੇ ਉਹ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਹੋਊ ਤਾਂ ਉਹਦਾ ਮਤਲਬ ਕੀ ਆ ਵੀ ਉਹ ਫਿਜ਼ੀਕਲ ਫਾਰਮ 'ਚ ਨਹੀਂ ਹੈਗਾ। ਜੇ ਫਿਜ਼ੀਕਲ ਆ ਤਾਂ ਮਤਲਬ ਆਪਾਂ ਜੇ ਕਿਸੇ ਡਾਕੂਮੈਂਟ ਨੂੰ ਫੋਟੋਕਾਪੀ ਕਰਾ ਲਈਏ ਤਾਂ ਉਹਦੀ ਹਾਰਡ ਕਾਪੀ ਸਾਡੇ ਕੋਲ ਆ ਜਾਂਦੀ, ਉਹਨੂੰ ਫਿਜ਼ੀਕਲ ਕਹਿ ਦਿੰਦੇ ਆ। ਜਿਹੜੀ ਚੀਜ਼ ਇਲੈਕਟ੍ਰੋਨਿਕਲੀ ਇੱਕ ਡਿਜੀਟਲ ਇਲੈਕਟ੍ਰੋਨਿਕ ਫਾਰਮੈਟ ਦੇ ਵਿੱਚ ਆ ਉਹਨੂੰ ਆਪਾਂ ਕਹਿ ਦਿੰਦੇ ਆ ਡਿਜੀਟਲ। ਇਸੇ ਤਰ੍ਹਾਂ CBDC ਆ, ਜਿਵੇਂ ਹਲੇ ਤੱਕ ਜਿਹੜੀ ਆਪਾਂ ਕਰੰਸੀ ਯੂਜ਼ ਕਰ ਰਹੇ ਸੀ ਉਹ ਆਪਣੇ ਕੋਲੇ ਪੇਪਰ ਨੋਟਸ ਹੁੰਦੇ ਸੀ ਜਾਂ ਕੋਇਨਸ ਹੁੰਦੇ ਸੀ, ਜਿਹੜੇ ਫਿਜ਼ੀਕਲ ਫਾਰਮ ਸੀ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਸੀ। ਬਟ ਜਿਹੜੀ ਡਿਜੀਟਲ ਕਰੰਸੀ ਹੋਊਗੀ ਇਹ ਫਿਜ਼ੀਕਲ ਫਾਰਮ 'ਚ ਨਹੀਂ ਹੈ। ਠੀਕ ਹੈ ਜੀ, ਬਟ ਹੈ ਇਹ ਲੀਗਲ ਟੈਂਡਰ ਆ। ਠੀਕ ਹੈ, RBI ਕੀ ਕਹਿੰਦੀ ਆ, ਐਜ਼ ਪਰ RBI ਸੈਂਟਰਲ ਬੈਂਕ ਡਿਜੀਟਲ ਕਰੰਸੀ ਇਜ਼ ਅ ਲੀਗਲ ਟੈਂਡਰ issued by central bank in a digital form। ਠੀਕ ਹੈ ਜੀ, ਲੀਗਲ ਟੈਂਡਰ ਦਾ ਮਤਲਬ ਹੁੰਦਾ ਜਿਹਨੂੰ ਗਵਰਨਮੈਂਟ ਦੀ ਬੈਕਿੰਗ ਹੋਵੇ, ਜਿਹਨੂੰ ਇੱਕ ਲਾਅ ਦੀ, ਕਾਨੂੰਨ ਦੀ ਬੈਕਿੰਗ ਆ। ਮਤਲਬ ਕਿ
ਆਰਬੀਆਈ ਦੀ ਜ਼ਿੰਮੇਵਾਰੀ ਆ ਜਾਂ ਸਾਡੀਆਂ ਬੈਂਕਾਂ ਦੀ ਜ਼ਿੰਮੇਵਾਰੀ ਆ ਵੀ ਉਸ ਕਰੰਸੀ ਨੂੰ ਐਕਸੈਪਟ ਕਰਨਾ ਹੀ ਕਰਨਾ ਉਹਨਾਂ ਨੇ। ਜੇ ਆਪਾਂ ਉਹਨਾਂ ਕੋਲ ਲੈ ਕੇ ਜਾਂਦੇ ਆ ਤਾਂ ਉਹ ਸਾਨੂੰ ਰਿਫਿਊਜ਼ ਨਹੀਂ ਕਰ ਸਕਦੇ, ਠੀਕ ਹੈ ਜੀ। ਉਹ ਹੁੰਦਾ ਡਿਜੀਟਲ ਟੈਂਡਰ, ਉਹ ਹੁੰਦਾ ਲੀਗਲ ਟੈਂਡਰ। ਤੇ ਜੇ ਆਪਾਂ ਡੀਮੋਨੇਟਾਈਜੇਸ਼ਨ ਦੀ ਗੱਲ ਕਰੀਏ, ਜਿਵੇਂ 2016 ਦੇ ਵਿੱਚ ਜਿਹੜੀ ਡੀਮੋਨੇਟਾਈਜੇਸ਼ਨ ਹੋਈ ਸੀ, ਉਹਦੇ ਬਾਅਦ 500 ਦਾ ਤੇ 1000 ਰੁਪਏ ਦਾ ਜਿਹੜਾ ਉਸ ਟਾਈਮ ਨੋਟ ਚੱਲ ਰਿਹਾ ਸੀ, ਉਹ ਲੀਗਲ ਟੈਂਡਰ, ਉਹਨਾਂ ਦਾ ਐਗਜ਼ਿਸਟੈਂਸ ਐਜ਼ ਅ ਲੀਗਲ ਟੈਂਡਰ ਖਤਮ ਕਰਤੀ ਸੀ। ਤਾਂ ਹੀ ਗਵਰਨਮੈਂਟ ਨੇ ਕਿਹਾ ਸੀ ਵੀ ਜਲਦੀ ਤੋਂ ਜਲਦੀ ਬੈਂਕਾਂ ਜਿਨ੍ਹਾਂ ਨੂੰ ਜਮ੍ਹਾਂ ਕਰਾ ਦਿਓ, ਉਹਨਾਂ ਲਈ ਕੁਝ ਟਾਈਮ ਰੱਖਦਾ ਸੀ ਵੀ ਇੰਨੇ ਟਾਈਮ ਲਈ ਇਹ ਬੈਂਕਾਂ ਐਕਸੈਪਟ ਕਰਨਗੀਆਂ, ਉਸ ਤੋਂ ਬਾਅਦ ਨਹੀਂ ਕਰਨਗੀਆਂ। ਕਿਉਂ? ਕਿਉਂਕਿ ਉਹਨਾਂ ਦੀ ਜੋ ਐਗਜ਼ਿਸਟੈਂਸ ਹੈ ਨਾ ਐਜ਼ ਅ ਲੀਗਲ ਟੈਂਡਰ, ਉਹ ਖਤਮ ਹੋ ਗਈ ਸੀ, ਠੀਕ ਹੈ ਜੀ। ਤੇ ਤੁਸੀਂ ਧਿਆਨ ਰੱਖਿਓ, ਜੋ ਡਿਜੀਟਲ ਕਰੰਸੀ ਆ, ਜੋ CBDC ਆ, ਇਹ ਵੀ ਇੱਕ ਲੀਗਲ ਟੈਂਡਰ ਆ, ਠੀਕ ਹੈ ਜੀ। ਇਟ ਇਜ਼ ਦ ਸੇਮ ਐਜ਼ ਅ ਫੀਐਟ ਕਰੰਸੀ ਐਂਡ ਇਜ਼ ਐਕਸਚੇਂਜੇਬਲ 1 to 1 ਵਿਦ ਦ ਫੀਐਟ ਕਰੰਸੀ। ਹੁਣ ਆਪਣੇ ਕੋਲ ਇਹਦੇ 'ਚ ਕੁਝ ਟਰਮਸ ਆਈਆਂ ਜੋ ਸਾਡੇ ਲਈ ਇੰਪੋਰਟੈਂਟ ਨੇ, ਬਹੁਤਿਆਂ ਨੇ ਸੁਣੀਆਂ ਹੋਣੀਆਂ ਬਟ ਕਈਆਂ ਨੇ ਨਹੀਂ ਵੀ ਸੁਣੀਆਂ ਹੋਣੀਆਂ। ਇੱਕ ਤਾਂ ਚਲੋ ਲੀਗਲ ਟੈਂਡਰ ਹੋ ਗਿਆ, ਉਹ ਮੈਂ ਤੁਹਾਨੂੰ ਦੱਸਤਾ। ਤੇ ਸੈਕਿੰਡ ਆਪਣੇ ਕੋਲ ਟਰਮ ਆਈ ਆ ਫੀਐਟ ਕਰੰਸੀ। ਫੀਐਟ ਕਰੰਸੀ ਦਾ ਕੀ ਮਤਲਬ ਹੁੰਦਾ ਜੀ? ਫੀਐਟ ਕਰੰਸੀ ਉਹ ਕਰੰਸੀ ਹੁੰਦੀ ਹੈ ਜਿਹਨੂੰ ਗਵਰਨਮੈਂਟ ਦੀ ਬੈਕਿੰਗ ਹੋਵੇ। ਜਿਵੇਂ ਆਪਾਂ ਲੀਗਲ ਟੈਂਡਰ ਦੀ ਗੱਲ ਕੀਤੀ ਨਾ, ਲੀਗਲ ਟੈਂਡਰ ਤੇ ਫੀਐਟ ਕਰੰਸੀ ਦੋਨੋਂ ਇੱਕ ਤਰ੍ਹਾਂ ਨਾਲ ਮੰਨ ਲਓ ਤੁਸੀਂ ਸੇਮ ਹੀ ਨੇ, ਠੀਕ ਹੈ ਜੀ। ਬਟ ਫੀਐਟ ਕਰੰਸੀ ਦੇ ਵਿੱਚ ਸਿਰਫ ਕਰੰਸੀ ਆਉਂਦੀ ਆ, ਲੀਗਲ ਟੈਂਡਰ ਦੇ ਵਿੱਚ ਹੋਰ ਵੀ ਉਦਾਂ ਦੇ ਕੁਝ ਚੀਜ਼ਾਂ ਆ ਜਾਂਦੀਆਂ ਨੇ, ਠੀਕ ਹੈ ਜੀ, ਕਰੰਸੀ ਤੋਂ ਬਿਨਾਂ ਵੀ। ਓਕੇ, ਤੇ ਇਹ ਹੋ ਗਿਆ ਆਪਣੇ ਕੋਲ ਫੀਐਟ ਕਰੰਸੀ। ਤੇ ਇਹ ਜਿਹੜੀ ਕਰੰਸੀ ਹੁੰਦੀ ਹੈ ਨਾ, ਯਾਦ ਰੱਖਿਓ, ਇਹ ਪੇਪਰ 'ਚ ਪੁੱਛਿਆ ਜਾਂਦਾ। ਇਹਨੂੰ ਗਵਰਨਮੈਂਟ ਦੀ ਬੈਕਿੰਗ ਤਾਂ ਹੁੰਦੀ ਆ, ਬਟ ਇਹਨੂੰ ਕਿਸੇ ਫਿਜ਼ੀਕਲ ਐਸੈਟ ਦੀ ਬੈਕਿੰਗ ਨਹੀਂ ਹੁੰਦੀ। ਮਤਲਬ ਆਪਾਂ ਕਹਿ ਲਈਏ ਵੀ ਇਹਨਾਂ ਨੂੰ ਬੈਕ ਕਰਨ ਦੇ ਲਈ ਕੋਈ ਹੋਰ ਫਿਜ਼ੀਕਲ ਐਸੈਟ ਨਹੀਂ ਹੈ ਗਵਰਨਮੈਂਟ ਨੇ ਰੱਖਿਆ ਹੋਇਆ, ਜਾਂ ਗੋਲਡ ਕਹਿ ਲਈਏ ਜਾਂ ਕੋਈ ਹੋਰ ਪ੍ਰਾਪਰਟੀ ਕਹਿ ਲਈਏ। ਇਹਨਾਂ ਨੂੰ ਬੈਕਿੰਗ ਸਿਰਫ ਤੇ ਸਿਰਫ ਗਵਰਨਮੈਂਟ ਦੀ ਆ। ਜਿੰਨਾ ਟਾਈਮ ਗਵਰਨਮੈਂਟ ਉਹਨੂੰ ਸਪੋਰਟ ਕਰ ਰਹੀ ਆ, ਉਹਨਾਂ ਟਾਈਮ ਉਹ ਲੀਗਲ ਟੈਂਡਰ ਆ। ਜਦੋਂ ਗਵਰਨਮੈਂਟ ਨੇ ਆਪਣੀ ਸਪੋਰਟ ਵਾਪਸ ਲੈ ਲਈ ਤਾਂ ਉਹਦਾ ਐਗਜ਼ਿਸਟੈਂਸ ਐਜ਼ ਅ ਲੀਗਲ ਟੈਂਡਰ ਖਤਮ ਹੋ ਜਾਂਦੀ ਹੈ, ਧਿਆਨ ਰੱਖਿਓ। ਉਹ ਹੁੰਦੀ ਆ ਫੀਐਟ ਕਰੰਸੀ। ਪਲੱਸ ਜਿਹੜੇ ਡਿਜੀਟਲ ਕਰੰਸੀ ਹੋਊ ਸਾਡੀ CBDC ਜੋ ਅੱਜ ਲਾਂਚ ਕੀਤੀ ਆ, ਉਹਨੂੰ ਆਪਾਂ ਫਿਜ਼ੀਕਲ ਕਰੰਸੀ ਜਾਂ ਫੀਐਟ ਕਰੰਸੀ ਦੇ ਨਾਲ ਵੀ ਐਕਸਚੇਂਜ ਕਰ ਸਕਦੇ ਹਾਂ, ਠੀਕ ਹੈ ਜੀ, ਜੇ ਲੋੜ ਪਵੇ। ਤੇ ਫਿਰ ਆਪਣੇ ਕੋਲੇ ਗੱਲ ਆ ਗਈ ਇਹਦੀ ਵੈਨ ਇਟ ਵਾਜ਼ ਅਨਾਊਂਸਡ। ਜੋ CBDC ਹੈ ਕਦੋਂ ਅਨਾਊਂਸ ਹੋਇਆ ਸੀ? ਫਸਟ ਟਾਈਮ ਜੋ 2022-23 ਦਾ ਬਜਟ ਆ, ਉਹਦੇ 'ਚ ਗਵਰਨਮੈਂਟ ਨੇ ਅਨਾਊਂਸ ਕੀਤਾ ਸੀ ਕਿ ਅਸੀਂ ਬਹੁਤ ਜਲਦੀ ਸਾਡੀ ਸੈਂਟਰਲ ਬੈਂਕ ਡਿਜੀਟਲ ਕਰੰਸੀ ਲੈ ਕੇ ਆਵਾਂਗੇ, ਠੀਕ ਹੈ ਜੀ। ਤੇ ਫਿਰ ਆਪਾਂ ਹੁਣ ਗੱਲ ਕਰਦੇ ਹਾਂ ਵੀ ਇਸ ਜੋ ਅੱਜ ਗਵਰਨਮੈਂਟ ਨੇ ਰਿਟੇਲ ਯੂਜ਼ਰਸ ਦੇ ਲਈ ਡਿਜੀਟਲ ਕਰੰਸੀ ਇੱਕ ਪਾਇਲਟ ਬੇਸਿਸ ਤੇ ਲਾਂਚ ਕੀਤੀ ਆ, ਉਹਨੂੰ ਕੌਣ-ਕੌਣ ਯੂਜ਼ ਕਰ ਸਕਦਾ? ਉਹਨੂੰ ਹਰ ਕੋਈ ਯੂਜ਼ ਕਰ ਸਕਦਾ ਜੀ। ਇਟ ਵਿਲ ਬੀ ਪੋਟੈਂਸ਼ੀਅਲੀ ਅਵੇਲੇਬਲ ਫॉर ਯੂਜ਼ ਬਾਈ ਆਲ। ਮਤਲਬ ਪ੍ਰਾਈਵੇਟ ਸੈਕਟਰ ਵੀ ਯੂਜ਼ ਕਰ ਸਕਦਾ, ਪਬਲਿਕ ਸੈਕਟਰ ਵੀ ਯੂਜ਼ ਕਰ ਸਕਦਾ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵੀ ਯੂਜ਼ ਕਰ ਸਕਦੇ ਨੇ, ਨਾਨ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਵੀ ਯੂਜ਼ ਕਰ ਸਕਦੇ ਨੇ, ਕੰਜ਼ਿਊਮਰਸ ਵੀ ਯੂਜ਼ ਕਰ ਸਕਦੇ ਨੇ, ਤੇ ਸਾਡੇ ਬਿਜ਼ਨੈਸਸ ਵੀ ਯੂਜ਼ ਕਰ ਸਕਦੇ ਨੇ, ਠੀਕ ਹੈ ਜੀ। ਹਰ ਕੋਈ ਯੂਜ਼ ਕਰ ਸਕਦਾ। ਤੇ ਇਹਦੇ ਲਈ ਨਾ ਗਵਰਨਮੈਂਟ ਨੇ ਇੱਕ ਜੋ ਆਪਾਂ ਪਹਿਲਾਂ ਜਿਵੇਂ ਕਹਿ ਲਓ ਜੋ ਰੁਪਈਆ ਪਹਿਲਾਂ ਹੁੰਦਾ ਸੀ, ਉਹਦੇ ਲਈ ਆਪਾਂ ਇਸ ਤਰ੍ਹਾਂ ਲਿਖਿਆ ਜਾਂਦਾ, ਜਾਂ ਪਹਿਲਾਂ ਐਵੇਂ ਲਿਖਿਆ ਜਾਂਦਾ ਸੀ, ਉਸ ਤੋਂ ਬਾਅਦ ਉਹਨੂੰ ਚੇਂਜ ਕਰਕੇ ਇਸ ਤਰ੍ਹਾਂ ਕਰਤਾ। ਬਟ ਜੋ ਸਾਡੀ ਡਿਜੀਟਲ ਕਰੰਸੀ ਜੋ ਆ ਗਵਰਨਮੈਂਟ ਨੇ ਰਿਟੇਲ ਯੂਜ਼ਰਸ ਦੇ ਲਈ ਲਾਂਚ ਕੀਤੀ ਆ, ਉਹਦਾ ਜਿਹੜਾ ਸਾਈਨ ਹੈ, ਉਹਦਾ ਜਿਹੜਾ ਲੋਗੋ ਹੈ, ਕੀ ਹੈ ਉਹ ਇਹ ਹੈ E, ਠੀਕ ਹੈ ਜੀ। ਧਿਆਨ 'ਚ ਰੱਖਿਓ, ਇਹ ਮਤਲਬ ਡਿਜੀਟਲ ਰੂਪੀ ਕਹਿ ਲਓ ਇਹਨੂੰ। E ਦਾ ਮਤਲਬ ਹੁੰਦਾ ਇਲੈਕਟ੍ਰੋਨਿਕ, R ਆਪਣਾ ਰੂਪੀ ਹੋ ਗਿਆ, ਠੀਕ ਹੈ ਜੀ। ਵਿਲ ਬੀ ਇਸ਼ੂਡ ਇਨ ਦ ਸੇਮ ਡਿਨੋਮੀਨੇਸ਼ਨਸ। ਇੱਕ ਇਹਦੇ 'ਚ ਹੋਰ ਇੰਪੋਰਟੈਂਟ ਗੱਲ ਆ ਵੀ ਜਿਹੜੀਆਂ ਡਿਨੋਮੀਨੇਸ਼ਨਸ ਦੇ ਵਿੱਚ ਹੁਣ ਤੱਕ ਕਰੰਸੀ ਸਾਡੀ ਚੱਲ ਰਹੀ ਆ, ਉਹ ਚਾਹੇ 2 ਰੁਪਏ ਦਾ ਨੋਟ ਆ, ਚਾਹੇ 1 ਰੁਪਏ ਦਾ, ਚਾਹੇ 5 ਰੁਪਏ ਦਾ, ਚਾਹੇ 10 ਦਾ, ਚਾਹੇ 50 ਦਾ, ਹਨਾ, ਚਾਹੇ 2000 ਦਾ। ਤੇ ਉਹਨਾਂ ਸਾਰੀਆਂ ਡਿਨੋਮੀਨੇਸ਼ਨਸ ਦੇ ਵਿੱਚ ਹੀ ਜੋ ਡਿਜੀਟਲ ਕਰੰਸੀ ਗਵਰਨਮੈਂਟ ਨੇ ਲਾਂਚ ਕੀਤੀ ਅੱਜ, ਉਹ ਲਾਂਚ ਕੀਤੀ ਜਾਊ। ਤੇ ਉਹਨਾਂ ਨੂੰ ਕਰੂ ਜੋ ਸਾਰੀਆਂ ਡਿਨੋਮੀਨੇਸ਼ਨ ਪੇਪਰ ਕਰੰਸੀ 'ਚ ਚੱਲ ਰਹੀਆਂ ਨੇ ਜਾਂ ਸਾਡੇ ਕੁਆਇਨਸ ਚੱਲ ਰਹੇ ਨੇ, ਠੀਕ ਹੈ ਜੀ, ਸੇਮ ਡਿਨੋਮੀਨੇਸ਼ਨਸ ਲਾਂਚ ਕੀਤੀਆਂ ਜਾਣਗੀਆਂ। ਐਂਡ ਇਟ ਵਿਲ ਬੀ ਡਿਸਟਰੀਬਿਊਟਡ ਥਰੂ ਇੰਟਰਮੀਡੀਅਰੀਜ਼। ਜਿਹੜੇ ਇੰਟਰਮੀਡੀਅਰੀਜ਼ ਨੇ ਉਹਨਾਂ ਨੇ ਡਿਸਟਰੀਬਿਊਟ ਕਰਨਾ। ਇੰਟਰਮੀਡੀਅਰੀਜ਼ ਕੌਣ ਨੇ? ਇੰਟਰਮੀਡੀਅਰੀਜ਼ ਆਰ ਬੈਂਕਸ, ਠੀਕ ਹੈ ਜੀ। ਦੈਨ ਹਾਊ ਵਨ ਕੈਨ ਯੂਜ਼ ਇਲੈਕਟ੍ਰੋਨਿਕ ਰੂਪੀ। ਇਹਨੂੰ ਆਪਾਂ ਯੂਜ਼ ਕਿਵੇਂ ਕਰ ਸਕਦੇ ਹਾਂ ਗਾਇਜ਼? ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ, हाँ जी श्याम जी राजस्थान से हूँ। ये देखो जी, जो करंट अफेयर्स है ना, ये ऑल ओवर इंडिया सेम ही रहेंगे। अगर आप पंजाब में पढ़ रहे हो तो भी वही होंगे, वही करंट अफेयर्स होंगे। अगर आप राजस्थान में पढ़ रहे हो या यूपी में पढ़ रहे हो, करंट अफेयर्स जो हैं वो ऑल ओवर द इंडिया वो सेम होंगे। बट उसमें फ़र्क थोड़ा ये होगा कि जो स्पेसिफिक हम पंजाब फोकस न्यूज़ कर रहे हैं ना जहाँ पे, वो शायद हो सकता है कि आपके लिए कम रेलेवेंट हो। अदरवाइज जो टॉपिक्स हैं मोस्टली वो नेशनल और इंटरनेशनल इंपॉर्टेंस के ही होते हैं। एक आधा टॉपिक होता है जो पर्टिकुलरली पंजाब से कंसर्न्ड हो, ठीक है जी। तो आपके लिए भी बिल्कुल ये बेनिफिशियल होगा।
सो ऐसे आपको सोचने की जरूरत नहीं है कि मेरे लिए ठीक है कि नहीं ठीक है। अगर आप टाइम निकाल रहे हो, देख रहे हो, तो बहुत अच्छी बात है, आपके लिए भी बेनिफिशियल है। देन द नेक्स्ट जो इसमें है, हाउ वन कैन यूज इलेक्ट्रॉनिक रुपी। इलेक्ट्रॉनिक रुपी को हम कैसे यूज कर सकते हैं। ਜਸਪ੍ਰੀਤ ਕੌਰ ਜੀ, ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਕਿ ਅਸੀਂ ਪੀਸੀਐਸ ਫੋਕਸਡ ਬਿਲਕੁਲ ਸਕ੍ਰੈਚ ਲੈਵਲ ਤੋਂ ਤਿਆਰੀ ਕਰਵਾ ਰਹੇ ਹਾਂ। ਇੱਥੇ ਕਰੰਟ ਦੀ ਜੀਕੇ ਦੀਆਂ ਸਾਡੀਆਂ ਆਨਲਾਈਨ ਕਲਾਸਿਸ ਫ੍ਰੀ ਆਫ ਦਾ ਕਾਸਟ ਚੱਲ ਰਹੀਆਂ ਨੇ। ਇੰਗਲਿਸ਼ ਪੰਜਾਬੀ ਚੱਲ ਰਿਹਾ ਉਹਦੇ ਚ, ਦੋਨਾਂ ਲੈਂਗੁਏਜ ਦੇ ਵਿੱਚ। ਤੇ ਜੋ ਸਾਡਾ ਜੀਐਸ ਦੇ ਸਬਜੈਕਟ ਹੋਣਗੇ, ਉਹ ਚਾਹੇ ਮੇਨਸ ਦੇ ਨੇ, ਚਾਹੇ ਪ੍ਰੀ ਦੇ ਨੇ, ਚਾਹੇ ਐਸੇ ਰਾਈਟਿੰਗ ਹੈ, ਠੀਕ ਹੈ ਜੀ, ਉਹ ਸਭ ਕੁਝ ਤੁਹਾਨੂੰ ਕਰਵਾਈ ਜਾਊ। ਸੋ ਇਸ ਤਰ੍ਹਾਂ ਹਰ ਇੱਕ ਟੌਪਿਕ ਤੇ ਤੁਸੀਂ ਅਲੱਗ-ਅਲੱਗ ਕੁਐਸਚਨ ਪੁੱਛ ਕੇ ਆਪਣਾ ਤੇ ਮੇਰਾ ਟਾਈਮ ਨਾ ਵੇਸਟ ਕਰੋ। ਤੇ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਸਾਰੀ ਜੋ ਵੀ ਪੀਸੀਐਸ ਲਈ ਰਿਕੁਆਇਰਡ ਹੈ ਉਹ ਸਭ ਕੁਝ ਇੱਥੇ ਕਰਵਾਇਆ ਜਾਊ, ਠੀਕ ਹੈ ਜੀ। ਹਾਊ ਵਨ ਕੈਨ ਯੂਜ਼ ਈ ਰੁਪੀ, ਇਸ ਨੂੰ ਆਪਾਂ ਯੂਜ਼ ਕਿਵੇਂ ਕਰ ਸਕਦੇ ਹਾਂ। ਜੋ ਹਲੇ ਤੱਕ ਜਿਵੇਂ ਆਪਾਂ ਗੱਲ ਕਰੀਏ ਨਾ ਵੀ ਜੋ ਆਪਾਂ ਡਿਜੀਟਲ ਟ੍ਰਾਂਜੈਕਸ਼ਨਸ ਕਰਦੇ ਹਾਂ, ਕਿਵੇਂ ਕਰਦੇ ਹਾਂ, ਉਹ ਸਾਡੇ ਮੋਬਾਈਲ ਵੈਲਟਸ ਨੇ। ਮਤਲਬ ਕੁਝ ਐਪਸ ਨੇ ਸਾਡੇ ਕੋਲ, ਜਿੱਦਾਂ ਪੇਟੀਐਮ ਹੈ ਜਾਂ ਕੁਝ ਹੋਰ ਕੰਪਨੀਆਂ ਦੀਆਂ ਨੇ, ਜਿੱਦਾਂ ਏਅਰਟੈਲ ਹੋ ਗਿਆ ਜਾਂ ਗੂਗਲ ਪੇ ਹੋ ਗਿਆ, ਹੈ ਨਾ, ਉਹਨਾਂ ਵੱਲੋਂ ਵੈਲਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਆਪਣੀ ਜੋ ਹੁੰਦੀ ਸਾਡੀ ਬੈਂਕ ਦੀ ਮਨੀ ਆ, ਬਟ ਉਹਨੂੰ ਆਪਾਂ ਜੋ ਮੋਬਾਈਲ ਬੈਲਟਸ ਨੇ ਸਾਡੀ ਬੈਂਕ ਦੇ ਵਿੱਚੋਂ ਕਹਿ ਲਓ, ਉਹਨਾਂ ਬੈਲਟਸ ਦੇ ਵਿੱਚ ਵੀ ਰੱਖ ਸਕਦੇ ਹਾਂ। ਤੇ ਉਸੇ ਤਰ੍ਹਾਂ ਜੋ ਸਾਡੀ ਡਿਜੀਟਲ ਕਰੰਸੀ, ਉਹ ਇਹਦੇ ਲਈ ਵੀ ਸਾਨੂੰ ਪਰਟੀਕੂਲਰ ਇੱਕ ਸਪੈਸੀਫਿਕ ਬੈਲਟਸ ਪ੍ਰੋਵਾਈਡ ਕੀਤੇ ਜਾਣਗੇ। ਉਹ ਪ੍ਰੋਵਾਈਡ ਕੌਣ ਕਰੂਗਾ? ਉਹ ਪ੍ਰੋਵਾਈਡ ਕਰੂਗਾ ਪਾਰਟਿਸਿਪੇਟਰੀ ਬੈਂਕਸ। ਜਿਹੜੀਆਂ ਬੈਂਕਸ ਗਵਰਨਮੈਂਟ ਇਹਦੇ ਵਿੱਚ ਪਾਰਟਿਸਿਪੇਟਰੀ ਜਿਨ੍ਹਾਂ ਨੂੰ ਅਨਾਊਂਸ ਕਰੂ, ਉਹ ਬੈਂਕ ਆ, ਉਹ ਬੈਲਟ ਪ੍ਰੋਵਾਈਡ ਕਰਨਗੇ ਆ, ਜਿਨ੍ਹਾਂ ਨੂੰ ਅਸੀਂ ਸਾਡੇ ਮੋਬਾਈਲ ਫੋਨਸ ਦੇ ਵਿੱਚ ਕਹਿ ਲਓ, ਜਿੱਦਾਂ ਅੱਜ ਕੱਲ੍ਹ ਜੋ ਵੀ ਐਪਸ ਨੇ ਉਹਨਾਂ ਨੂੰ ਡਾਊਨਲੋਡ ਕਰਕੇ ਯੂਜ਼ ਕਰਦੇ ਹਾਂ, ਉਸੇ ਤਰ੍ਹਾਂ ਆਪਾਂ ਯੂਜ਼ ਕਰਾਂਗੇ। ਤੇ ਉਹਨਾਂ ਬੈਲਟਸ ਦੇ ਥਰੂ ਹੀ ਇਹ ਟ੍ਰਾਂਜੈਕਸ਼ਨਸ ਹੋਣਗੀਆਂ ਜੋ ਡਿਜੀਟਲ ਕਰੰਸੀ ਦੇ ਵਿੱਚ ਹੋਣੀਆਂ, ਠੀਕ ਹੈ ਜੀ। ਤੇ ਫਿਰ ਆਪਣੇ ਕੋਲ ਆ ਗਿਆ ਇਹਦੀਆਂ ਟਾਈਪਸ ਕੀ ਨੇ ਜੀ। ਹਲੇ ਤੱਕ ਗਵਰਨਮੈਂਟ ਨੇ ਇਹਨਾਂ ਨੂੰ ਦੋ ਟਾਈਪਸ ਦੇ ਵਿੱਚ ਲਾਂਚ ਕੀਤਾ। ਇੱਕ ਹੈਗਾ ਹੋਲਸੇਲ ਯੂਜ਼ਰਸ ਦੇ ਲਈ, ਜੋ ਨਵੰਬਰ 2022 1 ਨਵੰਬਰ ਨੂੰ ਲਾਂਚ ਕੀਤੀਆਂ ਗਈਆਂ ਸੀ। ਤੇ ਦੂਸਰੀ ਹੈਗਾ ਰਿਟੇਲ ਯੂਜ਼ਰਸ ਦੇ ਲਈ, ਜੋ ਅੱਜ ਲਾਂਚ ਕੀਤੀ ਗਈ ਹੈ, ਠੀਕ ਹੈ ਜੀ। ਜਿਹੜੀ ਹੋਲਸੇਲਸ ਵਾਸਤੇ, ਹੋਲਸੇਲਰਸ ਦੇ ਲਈ ਸੀ, ਵਨ ਇਜ਼ ਫॉर ਹੋਲਸੇਲ ਪਰਪਸ, ਅਨਦਰ ਇਜ਼ ਫॉर ਜਨਰਲ ਪਰਪਸ। ਜਨਰਲ ਪਰਪਸ ਦਾ ਮਤਲਬ ਹੈ ਸਾਰਿਆਂ ਲਈ ਯੂਜ਼ ਕਰ ਸਕਦੇ ਹਾਂ। ਹੋਲਸੇਲ ਦਾ ਮਤਲਬ ਹੈ ਕੋਈ ਇਹ ਕੁਝ ਪਰਟੀਕੂਲਰ ਕੋਈ ਉਹਨਾਂ ਦੇ ਗਵਰਨਮੈਂਟ ਵੱਲੋਂ ਡਿਸਾਈਡਡ ਸੈਕਟਰਸ ਹੋਣਗੇ ਜਾਂ ਇੰਸਟੀਟਿਊਸ਼ਨਸ ਹੋਣਗੇ ਜਿਹੜੇ ਇਹਨੂੰ ਯੂਜ਼ ਕਰਨਗੇ, ਠੀਕ ਹੈ ਜੀ। ਜਿਵੇਂ ਆਪਾਂ ਜੇ ਹੋਲਸੇਲ ਦੀ ਵੈਸੇ ਵੀ ਗੱਲ ਕਰ ਲਈਏ, ਹੋਲਸੇਲ ਮਾਰਕੀਟ ਚੋਂ ਅਸੀਂ ਸਾਰੇ, ਜੇ ਆਪਾਂ ਕਮੋਡਿਟੀਜ਼ ਦੀ ਗੱਲ ਕਰਦੇ ਹਾਂ ਨਾ, ਅਸੀਂ ਸਾਰੇ ਹੋਲਸੇਲ ਮਾਰਕੀਟ ਚੋਂ ਨਹੀਂ ਆਪਣੇ ਗੁੱਡਸ ਨੂੰ ਪ੍ਰੋਕਿਓਰ ਕਰਦੇ, ਅਸੀਂ ਰਿਟੇਲ ਮਾਰਕੀਟ ਚੋਂ ਕਰਦੇ ਹਾਂ। ਹੋਲਸੇਲ ਮਾਰਕੀਟ ਇੱਕ ਅਲੱਗ ਉਹ 'ਤੇ ਕੰਮ ਕਰਦੀ ਹੁੰਦੀ ਹੈ, ਠੀਕ ਹੈ ਜੀ। ਉਸੇ ਤਰ੍ਹਾਂ ਇਹਦੇ 'ਚ ਆ ਜਿਹੜੇ ਰਿਟੇਲ ਯੂਜ਼ਰਸ ਹੋਣਗੇ, ਉਹ ਡਿਜੀਟਲ ਕਰੰਸੀ ਨੂੰ ਉਹ ਆਪਾਂ ਜੋ ਜਨਰਲ ਪਰਪਸ ਲਈ ਯੂਜ਼ ਹੋਊ, ਜੋ ਹੋਲਸੇਲਰਸ ਨੇ ਉਹਨਾਂ ਵਾਸਤੇ ਸਪੈਸੀਫਿਕ ਕੁਝ ਕੰਡੀਸ਼ਨਸ ਹੋਣਗੀਆਂ। ਹੋਲਸੇਲ ਕੀ ਹੈ? ਹੋਲਸੇਲ ਸੈਂਟਰਲ ਬੈਂਕ ਡਿਜੀਟਲ ਕਰੰਸੀ ਇਜ਼ ਡਿਜ਼ਾਈਨਡ ਫॉर ਰਿਸਟ੍ਰਿਕਟਡ ਐਕਸੈਸ, ਠੀਕ ਹੈ ਜੀ। ਇਹਨਾਂ ਦੀ ਜਿਹੜੀ ਇਹਨਾਂ ਨੂੰ ਅਸੈਸ ਕਰਨ ਦੀ ਜਿਹੜੀ ਇੱਕ ਉਹਨਾਂ ਨੇ ਗਵਰਨਮੈਂਟ ਨੇ ਰੱਖੀ ਆ ਪ੍ਰੋਵੀਜ਼ਨ, ਉਹ ਰਿਸਟ੍ਰਿਕਟਡ ਹੈ, ਠੀਕ ਹੈ ਜੀ, ਹਰ ਕੋਈ ਨਹੀਂ ਯੂਜ਼ ਕਰ ਸਕਦਾ। ਟੂ ਸਿਲੈਕਟ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਉਹ ਸਿਰਫ ਕੁਝ ਸਿਲੈਕਟਡ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, ਲਾਈਕ ਜਿਵੇਂ ਬੈਂਕਾਂ ਹੋ ਗਈਆਂ ਜਾਂ ਸਾਡੇ ਹੋਰ ਫਾਈਨੈਂਸ਼ੀਅਲ ਜਿੱਦਾਂ ਇੰਸ਼ੋਰੈਂਸ ਕੰਪਨੀਜ਼ ਹੁੰਦੀਆਂ ਨਾ, ਉੱਦਾਂ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, ਸਿਰਫ ਉਹੀ ਉਹਨੂੰ ਯੂਜ਼ ਕਰ ਸਕਣਗੇ। ਇਟ ਇਜ਼ ਟੂ ਸੈਟਲ ਸੈਕੰਡਰੀ ਮਾਰਕੀਟ ਟ੍ਰਾਂਜੈਕਸ਼ਨਸ ਇਨ ਗਵਰਨਮੈਂਟ ਸਿਕਿਉਰਿਟੀਜ਼। ਜਿਹੜੀਆਂ ਗਵਰਨਮੈਂਟ ਦੀਆਂ ਸਿਕਿਉਰਿਟੀਜ਼ ਹੁੰਦੀਆਂ ਨੇ, ਉਹਨਾਂ ਦੇ ਵਿੱਚ ਨਾ ਇੱਕ ਪ੍ਰਾਇਮਰੀ ਤੇ ਸੈਕੰਡਰੀ ਦੋ ਤਰ੍ਹਾਂ ਦੀ ਮਾਰਕੀਟਸ ਹੁੰਦੀਆਂ। ਜਦੋਂ ਆਪਾਂ ਮਨੀ ਮਾਰਕੀਟ ਦੀ ਗੱਲ ਕਰਾਂਗੇ ਜਾਂ ਕੈਪੀਟਲ ਮਾਰਕੀਟ ਦੀ ਗੱਲ ਕਰਾਂਗੇ ਨਾ, ਜਦੋਂ ਆਪਾਂ ਇਕੋਨਮੀ ਕਰਾਂਗੇ ਜੀਐਸ ਦੇ ਵਿੱਚ, ਉਹਦੇ 'ਚ ਤੁਹਾਨੂੰ ਕਰਵਾਇਆ ਜਾਊ ਪ੍ਰਾਇਮਰੀ ਐਂਡ ਸੈਕੰਡਰੀ ਮਾਰਕੀਟ। ਤੇ ਜਿਹੜੀਆਂ ਟ੍ਰਾਂਜੈਕਸ਼ਨਸ ਸੈਕੰਡਰੀ ਮਾਰਕੀਟ 'ਚ ਹੋ ਰਹੀਆਂ ਨੇ ਗਵਰਨਮੈਂਟ ਸਿਕਿਉਰਿਟੀਜ਼ ਦੇ ਰਿਲੇਟਡ, ਉਹਨਾਂ ਵਾਸਤੇ ਜੋ ਹੋਲਸੇਲ ਪਰਪਸ ਦੇ ਲਈ ਸੀਬੀਡੀਸੀ ਆ, ਉਹ ਉੱਥੇ ਯੂਜ਼ ਹੋਣੀ ਆ, ਠੀਕ ਹੈ ਜੀ। ਇਹ ਧਿਆਨ ਰੱਖਿਓ, ਹੋਲਸੇਲ ਵਾਲੀ ਜੋ ਹੋਲਸੇਲ ਪਰਪਸ ਲਈ ਜੋ ਡਿਜੀਟਲ ਕਰੰਸੀ ਲਾਂਚ ਕੀਤੀ ਗਈ ਆ, ਉਹ ਕਾਦੇ ਵਾਸਤੇ ਆ? ਉਹ ਹੈਗੀ ਆ ਸੈਕੰਡਰੀ ਮਾਰਕੀਟ ਦੇ ਵਾਸਤੇ, ਠੀਕ ਹੈ ਜੀ। ਇੰਪੋਰਟੈਂਟ ਹੈ, ਪ੍ਰੀ 'ਚ ਪੁੱਛਿਆ ਜਾ ਸਕਦਾ। ਟੂ ਸੈਟਲ ਸੈਕੰਡਰੀ ਮਾਰਕੀਟ ਟ੍ਰਾਂਜੈਕਸ਼ਨਸ ਇਨ ਗਵਰਨਮੈਂਟ ਸਿਕਿਉਰਿਟੀਜ਼, ਇੰਪੋਰਟੈਂਟ ਹੈ ਜੀ। ਇਹ ਇੱਥੇ ਰਿਟੇਲ ਨਹੀਂ ਯੂਜ਼ ਕਰਾਂਗੇ, ਇੱਥੇ ਆਪਾਂ ਹੋਲਸੇਲ ਵਾਲੀ ਯੂਜ਼ ਕਰਾਂਗੇ, ਠੀਕ ਹੈ। ਤੇ ਫਿਰ ਆਪਣੇ ਕੋਲ ਆ ਗਿਆ ਜਨਰਲ ਪਰਪਸ ਦੀ ਗੱਲ ਕਰਦੇ ਹਾਂ। ਜਦੋਂ ਇਹ ਮੈਂ ਤੁਹਾਨੂੰ ਦੱਸਿਆ ਕਿ 1 ਨਵੰਬਰ ਨੂੰ ਲਾਂਚ ਕੀਤਾ ਸੀ ਹੋਲਸੇਲ ਵਾਲਾ, ਫਿਰ ਆਪਾਂ ਜਨਰਲ ਪਰਪਸ ਰਿਟੇਲ ਦੀ ਗੱਲ ਕਰ ਲਈਏ। ਇਟ ਇਜ਼ ਐਨ ਇਲੈਕਟ੍ਰੋਨਿਕ ਵਰਜ਼ਨ ਆਫ ਕੈਸ਼, ਜਿਵੇਂ ਸਾਡੇ ਕੋਲੇ ਕੈਸ਼ ਹੁੰਦਾ, ਉਹਦਾ ਹੀ ਇੱਕ ਇਲੈਕਟ੍ਰੋਨਿਕ ਵਰਜ਼ਨ ਆ, ਐਂਡ ਇਜ਼ ਪ੍ਰਾਇਮਰਲੀ ਮੈਂਟ ਫॉर ਰਿਟੇਲ ਟ੍ਰਾਂਜੈਕਸ਼ਨ। ਦੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਹਰ ਕੋਈ ਯੂਜ਼ ਕਰ ਸਕਦਾ, ਠੀਕ ਹੈ ਜੀ ਇਹਨੂੰ। ਤੇ ਫਿਰ ਆਪਾਂ ਗੱਲ ਕਰੀਏ ਹੂ ਆਲ ਕੈਨ ਯੂਜ਼ ਇਟ, ਜਿਵੇਂ ਤੁਹਾਨੂੰ ਦੱਸਿਆ ਵੀ ਪ੍ਰਾਈਵੇਟ ਸੈਕਟਰ ਹੈ, ਨਾਨ ਫਾਈਨੈਂਸ਼ੀਅਲ ਕੰਜ਼ਿਊਮਰਸ ਨੇ, ਬਿਜ਼ਨਸ ਨੇ, ਉਹ ਸਾਰੇ ਯੂਜ਼ ਕਰਨਗੇ ਇਹਨੂੰ। ਹੁਣ ਆਪਣੇ ਕੋਲ ਆ ਗਿਆ ਕਾइंड ऑफ ट्रांजैक्शंस। ਇਹਦੇ ਅੰਡਰ ਕਿਹੜੀਆਂ-ਕਿਹੜੀਆਂ ਕਾइंड ऑफ ट्रांजैक्शंस ਆਪਾਂ ਕਰ ਸਕਦੇ ਹਾਂ ਡਿਜੀਟਲ ਕਰੰਸੀ ਦੇ ਨਾਲ।
ਇਹਦੇ ਨਾਲ ਜਿਵੇਂ ਆਪਾਂ ਕਹਿ ਲਈਏ ਦੋਨੋਂ ਹੋਣਗੀਆਂ, ਪਰਸਨ ਟੂ ਪਰਸਨ ਟ੍ਰਾਂਜੈਕਸ਼ਨ, ਜਿਵੇਂ ਮੈਂ ਕਿਸੇ ਮੇਰੇ ਰਿਲੇਟਿਵ ਨੂੰ ਉਹਦੇ ਨਾਲ ਕੋਈ ਉਹ ਤੋਂ ਡਿਜੀਟਲ ਫਾਰਮ ਦੇ ਵਿੱਚ ਕਹਿ ਲਓ ਜਾਂ ਉਹ ਤੋਂ ਮੈਂ ਪੈਸੇ ਲੈਣੇ ਨੇ ਜਾਂ ਦੇਣੇ ਨੇ, ਮੈਂ ਆਪਣੇ ਜੋ ਅਕਾਊਂਟ ਨੇ ਉਹਦੇ ਨਾਲ ਉਹ ਸੈਟਲ ਕਰ ਸਕਦਾ ਬਾਈ ਯੂਜ਼ਿੰਗ ਸੈਂਟਰਲ ਬੈਂਕ ਡਿਜੀਟਲ ਕਰੰਸੀ ਜੋ ਰਿਟੇਲ ਪਰਪਸ ਦੇ ਲਈ ਲਾਂਚ ਕੀਤੀ ਗਈ ਹੈ। ਠੀਕ ਹੈ ਜੀ, ਦੈਟ ਇਜ਼ ਪਰਸਨ ਟੂ ਪਰਸਨ ਟ੍ਰਾਂਜੈਕਸ਼ਨਸ, ਇੰਪੋਰਟੈਂਟ ਹੈ ਜੀ ਇਹ, ਪਰਸਨ ਟੂ ਪਰਸਨ P2P ਟ੍ਰਾਂਜੈਕਸ਼ਨਸ। ਠੀਕ ਹੈ ਜੀ, ਤੇ ਦੂਸਰਾ ਆਪਣੇ ਕੋਲ ਆ ਗਿਆ P2M, ਪਰਸਨ ਟੂ ਮਰਚੈਂਟ, ਮਤਲਬ ਆਪਾਂ ਕਿਸੇ ਦੁਕਾਨ ਤੇ ਜਾ ਕੇ ਜਾਂ ਕਿਸੇ ਸਟੋਰ ਚੋਂ ਕੋਈ ਚੀਜ਼ ਪਰਚੇਜ਼ ਕਰ ਰਹੇ ਆ, ਉਹਦੇ ਲਈ ਆਪਾਂ ਉਹਨਾਂ ਨੂੰ ਪੇਮੈਂਟ ਕਰਨੀ ਆ, ਆਪਾਂ ਉੱਥੇ ਵੀ ਇਹ ਡਿਜੀਟਲ ਕਰੰਸੀ ਨੂੰ ਯੂਜ਼ ਕਰ ਸਕਦੇ ਆ। ਉਹਨਾਂ ਦੇ ਜਿਵੇਂ ਆਪਾਂ ਅੱਜ ਕੱਲ੍ਹ Paytm ਦੇ ਥਰੂ ਜਾਂ Google Pay ਦੇ ਥਰੂ ਉਹਨਾਂ ਦੇ QR ਕੋਡਸ ਤੇ ਪੇਮੈਂਟ ਕਰਦੇ ਆ, ਉਸੇ ਤਰ੍ਹਾਂ ਇਹਨਾਂ ਲਈ ਵੀ QR ਕੋਡਸ ਹੋਣਗੇ। ਉਹਨਾਂ QR ਕੋਡਸ ਨੂੰ ਸਕੈਨ ਕਰਕੇ ਆਪਾਂ ਆਪਣੇ ਮੋਬਾਈਲ ਵੈਲਟਸ ਦੇ ਵਿੱਚੋਂ ਡਿਜੀਟਲ ਕਰੰਸੀ ਜੋ ਸਾਡੇ ਕੋਲੇ ਹੋਊਗੀ ਸਾਡੇ ਵੈਲਟ ਦੇ ਵਿੱਚ, ਉਹਦੇ ਵਿੱਚੋਂ ਮਰਚੈਂਟਸ ਨੂੰ ਵੀ ਪੇ ਕਰ ਸਕਦੇ ਹਾਂ। ਠੀਕ ਹੈ ਜੀ, ਵੈਰੀ ਇੰਪੋਰਟੈਂਟ। ਅੱਜ ਮੈਂ QR ਕੋਡ ਹੋ ਗਿਆ। ਫਿਰ ਆਪਾਂ ਇਹਦੀ ਗੱਲ ਕਰੀਏ ਵਾਈ ਇਟ ਇਜ਼ ਰਿਕੁਆਇਰਡ, ਇਹ ਸਾਨੂੰ ਕੀ ਜ਼ਰੂਰਤ ਕਿਉਂ ਪੈ ਗਈ ਗਵਰਨਮੈਂਟ ਨੂੰ, ਕਿਉਂਕਿ ਸਾਨੂੰ ਪਤਾ ਵੀ ਸਾਡੀ ਜੋ ਫਿਜ਼ੀਕਲ ਕਰੰਸੀ ਹੈ ਵਧੀਆ ਚੱਲ ਰਹੀ ਹੈ ਨਾ, ਉਹਨੂੰ ਅਸੀਂ ਯੂਜ਼ ਟੂ ਵੀ ਹੋਏ ਪਏ ਹਾਂ, ਸਾਨੂੰ ਉਹਦੇ 'ਚ ਕੋਈ ਪ੍ਰੋਬਲਮ ਵੀ ਨਹੀਂ ਆ ਰਹੀ। ਫਿਰ ਗਵਰਨਮੈਂਟ ਨੇ ਡਿਜੀਟਲ ਕਰੰਸੀ ਕਾਹਦੇ ਵਾਸਤੇ ਲਿਆਂਦੀ ਆ, ਇਹਦੇ ਲਈ ਗਵਰਨਮੈਂਟ ਨੂੰ ਬਹੁਤ ਕੁਝ ਨਵਾਂ ਕਰਨਾ ਪੈਣਾ ਨਾ। ਕੀ ਕਾਰਨ ਨੇ, ਕਿਉਂ ਕਰ ਰਹੇ ਨੇ, ਜਾਂ ਇਹਦੇ ਸਾਡੇ ਜੋ ਡਿਜੀਟਲ ਕਰੰਸੀ ਹੈ ਇਹਦੇ ਐਡਵਾਂਟੇਜਸ ਕੀ ਨੇ ਓਵਰ ਫਿਜ਼ੀਕਲ ਕਰੰਸੀ ਜੋ ਆਪਾਂ ਇਹਨੂੰ ਇੰਟਰੋਡਿਊਸ ਕੀਤਾ। ਫਸਟ ਜੇ ਆਪਾਂ ਗੱਲ ਕਰੀਏ ਜੀ, ਰਿਡਕਸ਼ਨ ਇਨ ਆਪਰੇਸ਼ਨਲ ਕਾਸਟ ਇਨਵੋਲਵਡ ਇਨ ਫਿਜ਼ੀਕਲ ਕੈਸ਼ ਮੈਨੇਜਮੈਂਟ, ਕਿਉਂਕਿ ਫਿਜ਼ੀਕਲ ਕੈਸ਼ ਨੂੰ ਬਣਾਉਣਾ ਉਹਦੇ ਲਈ ਪੇਪਰ ਵੀ ਚਾਹੀਦਾ, ਉਹਦੇ ਲਈ ਇੰਕ ਵੀ ਚਾਹੀਦੀ ਆ, ਹੈ ਨਾ। ਤੇ ਜੇ ਹੁਣ ਆਪਾਂ ਕਿਸੇ ਚੀਜ਼ ਨੂੰ ਡਿਜੀਟਲੀ ਬਣਾਉਣਾ ਉਹਦੇ ਲਈ ਆਪਾਂ ਨੂੰ ਐਜ਼ ਕੰਪੇਅਰ ਟੂ ਫਿਜ਼ੀਕਲ ਕ੍ਰੀਏਸ਼ਨ ਸਾਨੂੰ ਉਹਦੀ ਮੈਨੇਜਮੈਂਟ ਵੀ ਈਜ਼ੀ ਹੋਊ, ਉਹਦੇ ਤੇ ਸਾਡਾ ਜੋ ਕਹਿ ਲਓ ਵੀ ਖਰਚਾ ਹੋਣਾ ਗਵਰਨਮੈਂਟ ਦੀ ਇਨਵੈਸਟਮੈਂਟ ਹੋਊ ਉਹ ਵੀ ਘੱਟ ਹੋਊ। ਠੀਕ ਹੈ ਜੀ, ਦੋਨਾਂ ਸਾਈਡਸ ਤੋਂ ਗਵਰਨਮੈਂਟ ਨੂੰ ਬੈਨੀਫਿਟ ਹੋਣਾ। ਭਲਾ ਜਿਵੇਂ ਆਪਾਂ ਗੱਲ ਕਰਦੇ ਹਾਂ ਨਾ ਇਨਵਾਇਰਨਮੈਂਟ ਦੀ, ਕਿਉਂਕਿ ਪੇਪਰ ਜੇ ਆਪਾਂ ਯੂਜ਼ ਕਰ ਰਹੇ ਹਾਂ ਤਾਂ ਉਹ ਵੀ ਆਪਾਂ ਪੇਪਰ ਬਣਦਾ ਕਿਵੇਂ ਆ, ਲੱਕੜਾਂ ਆਪਾਂ ਦਰਖਤ ਕੱਟ ਕੇ ਹੈ ਨਾ ਡੀਫੋਰੈਸਟੇਸ਼ਨ ਕਰਦੇ ਹਾਂ, ਟਰੀਜ਼ ਨੂੰ ਕੱਟਦੇ ਹਾਂ, ਸੋ ਉਹ ਵੀ ਇਹਦਾ ਇੱਕ ਐਡਡ ਬੈਨੀਫਿਟ ਆ। ਜੇ ਆਪਾਂ ਪੇਪਰ ਘੱਟ ਯੂਜ਼ ਕਰਾਂਗੇ ਤਾਂ ਸਾਨੂੰ ਘੱਟ ਟਰੀ ਕੱਟਣ ਦੀ ਲੋੜ ਪਊ, ਤਾਂ ਇਨਵਾਇਰਨਮੈਂਟਲ ਬੈਨੀਫੀਸ਼ੀਅਲ ਵੀ ਇਨਵਾਇਰਨਮੈਂਟ ਰਿਲੇਟਡ ਬੈਨੀਫਿਟ ਵੀ ਹੋਊਗਾ ਇਸ ਚੀਜ਼ ਦਾ। ਫਿਰ ਆਪਾਂ ਗੱਲ ਕਰੀਏ ਫੋਸਟਰਿੰਗ ਫਾਈਨੈਂਸ਼ੀਅਲ ਇਨਕਲੂਜਨ, ਇਹਦੇ ਨਾਲ ਫਾਈਨੈਂਸ਼ੀਅਲ ਇਨਕਲੂਜਨ ਵਧੂਗੀ। ਉਹ ਕਿਵੇਂ ਵਧੂਗੀ, ਕਿਉਂਕਿ ਸਾਨੂੰ ਪਤਾ ਵੀ ਡਿਜੀਟਲ ਕਰੰਸੀ ਨੂੰ ਅਸੀਂ ਘਰੇ ਬੈਠੇ ਬੈਠੇ ਯੂਜ਼ ਕਰ ਸਕਦੇ ਹਾਂ, ਹੈ ਨਾ। ਮਤਲਬ ਜੇ ਆਪਾਂ ਗੱਲ ਕਰੀਏ ਵੀ ਹੁਣ ਜੇ ਫਿਜ਼ੀਕਲ ਸਾਨੂੰ ਜੇ ਜੋ ਫਿਜ਼ੀਕਲ ਕਰੰਸੀ ਨੋਟਸ ਨੇ ਸਾਨੂੰ ਉਹ ਚਾਹੀਦੇ ਨੇ, ਸਾਨੂੰ ATM ਜਾਣਾ ਪੈਂਦਾ ਜਾਂ ਸਾਨੂੰ ਬੈਂਕ 'ਚ ਜਾਣਾ ਪੈਂਦਾ, ਹੈ ਨਾ। ਤੇ ਜੇ ਹੁਣ ਅਸੀਂ ਡਿਜੀਟਲ ਕਰੰਸੀ ਦੀ ਗੱਲ ਕਰੀਏ ਉਹ ਸਾਨੂੰ ਪੈਸੇ ਕਢਾਉਣ ਦੀ ਲੋੜ ਹੀ ਨਹੀਂ ਹੈ, ਸਾਨੂੰ ਕੋਈ ਹਾਰਡ ਮਨੀ ਆਪਣੇ ਕੋਲ ਰੱਖਣ ਦੀ ਲੋੜ ਹੀ ਨਹੀਂ ਹੈ, ਅਸੀਂ ਬਸ ਸਿਰਫ ਆਪਣੇ ਫੋਨ ਤੋਂ ਯੂਜ਼ ਕਰਾਂਗੇ। ਉਹਦੇ ਨਾਲ ਕੀ ਆ, ਫਾਈਨੈਂਸ਼ੀਅਲ ਇਨਕਲੂਜਨ ਵਧੂ, ਜ਼ਿਆਦਾ ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਫਾਈਨੈਂਸ਼ੀਅਲ ਜੋ ਸਾਡੀ ਸੈਗਮੈਂਟ ਆ ਜਾਂ ਆਪਾਂ ਕਹਿ ਲਓ ਮਾਰਕੀਟ ਹੈ ਇੱਕ ਤਰ੍ਹਾਂ ਦੀ, ਜਾਂ ਸਾਡਾ ਇਨਵਾਇਰਨਮੈਂਟ ਆ, ਉਹਦੇ ਵਿੱਚ ਪਾਰਟਿਸਿਪੇਟ ਕਰਨਗੇ, ਕਿਉਂਕਿ ਉਹਨਾਂ ਲਈ ਪਾਰਟਿਸਿਪੇਟ ਕਰਨਾ ਈਜ਼ੀ ਹੋ ਜੂ, ਕਿਉਂਕਿ ਮੋਬਾਈਲ ਅੱਜ ਕੱਲ੍ਹ ਹਰ ਕੋਈ ਯੂਜ਼ ਕਰ ਰਿਹਾ, ਟੈਕਨੋਲੋਜੀ ਹਰ ਕੋਈ ਯੂਜ਼ ਕਰ ਰਿਹਾ, ਤਾਂ ਇਹਦੇ ਨਾਲ ਫਾਈਨੈਂਸ਼ੀਅਲ ਇਨਕਲੂਜਨ ਵੀ ਵਧੂ। ਕਿਉਂਕਿ ਜੇ ਆਪਾਂ ਗੱਲ ਕਰੀਏ ਡਿਜੀਟਲ ਟ੍ਰਾਂਜੈਕਸ਼ਨਸ ਦੀ ਜਿਹੜੀਆਂ ਹਾਲੇ ਤੱਕ ਹੋ ਰਹੀਆਂ ਨੇ, ਠੀਕ ਹੈ ਹਾਲੇ ਸਾਡੇ ਡਿਜੀਟਲ ਕਰੰਸੀ ਨਹੀਂ ਸੀ, ਬਟ ਡਿਜੀਟਲ ਟ੍ਰਾਂਜੈਕਸ਼ਨਸ ਇੰਡੀਆ 'ਚ ਸਿੰਸ 2016 ਬਹੁਤ ਜ਼ਿਆਦਾ ਹੋ ਰਹੀਆਂ ਨੇ, ਤੇ ਉਹਨਾਂ ਨੇ ਵੀ ਫਾਈਨੈਂਸ਼ੀਅਲ ਇਨਕਲੂਜਨ ਨੂੰ ਬਹੁਤ ਇਨਕਰੀਜ਼ ਕੀਤਾ, ਤੇ ਜੋ ਸਾਡੀ ਡਿਜੀਟਲ ਕਰੰਸੀ ਆ ਇਹ ਉਸ ਇਨਕਲੂਜਨ ਨੂੰ ਹੋਰ ਜ਼ਿਆਦਾ ਇੰਪਰੂਵ ਕਰੂ। ਠੀਕ ਹੈ ਜੀ, ਤੇ ਫਿਰ ਆ ਗਿਆ ਬ੍ਰਿੰਗਿੰਗ ਰੈਜ਼ੀਲੀਅੰਸ, ਐਫੀਸ਼ੀਐਂਸੀ ਐਂਡ ਇਨੋਵੇਸ਼ਨ ਇਨ ਪੇਮੈਂਟ ਸਿਸਟਮ। ਉਹਦਾ ਤੁਹਾਨੂੰ ਪਤਾ ਹੀ ਆ ਵੀ ਪੇਮੈਂਟ ਸਿਸਟਮਸ ਨੇ, ਜੋ ਪੇਮੈਂਟ ਕਰਨੀ ਆ, ਚਾਹੇ ਅਸੀਂ ਪੈਸੇ ਲੈਣੇ ਆ ਚਾਹੇ ਦੇਣੇ ਆ ਕਿਸੇ ਨੂੰ, ਉਹ ਸੌਖਾ ਹੋ ਜਾਊਗਾ, ਹੈ ਨਾ, ਐਫੀਸ਼ੀਐਂਟ ਹੋ ਜਾਊਗਾ ਜ਼ਿਆਦਾ। ਤੇ ਫਿਰ ਆਪਾਂ ਗੱਲ ਕਰੀਏ ਪ੍ਰੋਵਾਈਡ ਦ ਪਬਲਿਕ ਵਿਦ ਯੂਜ਼ਸ ਦੈਟ ਐਨੀ ਪ੍ਰਾਈਵੇਟ ਵਰਚੁਅਲ ਕਰੰਸੀ ਕੈਨ ਪ੍ਰੋਵਾਈਡ। ਜਿਹੜੀਆਂ ਵੀ ਹਲੇ ਤੱਕ, ਜਿਵੇਂ ਇਸ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਨਾ ਵਰਚੁਅਲ ਕਰੰਸੀਜ਼ ਦੀ, ਜਿਵੇਂ ਆਪਾਂ ਬਿਟਕੋਇਨ ਦੀ ਗੱਲ ਕਰਦੇ ਹਾਂ ਜਾਂ ਆਪਾਂ ਕ੍ਰਿਪਟੋ ਕਰੰਸੀ ਦੀ ਗੱਲ ਕਰਦੇ ਹਾਂ, ਹੈ ਨਾ। ਕ੍ਰਿਪਟੋ ਕਰੰਸੀ ਦੇ ਵਿੱਚ ਬਹੁਤ ਸਾਰੀਆਂ ਕਰੰਸੀਜ਼ ਆਉਂਦੀਆਂ ਨੇ, ਜਿਹੜੇ ਵੀ ਬੈਨੀਫਿਟਸ ਜਿਹੜੇ ਵੀ ਯੂਜ਼ਸ ਉਹਨਾਂ ਕ੍ਰਿਪਟੋ ਕਰੰਸੀਜ਼ ਦੇ ਨੇ ਉਹ ਸਾਰੇ ਯੂਜ਼ ਸਾਡੀ ਸੈਂਟਰਲ ਬੈਂਕ ਡਿਜੀਟਲ ਕਰੰਸੀ ਵੀ ਪ੍ਰੋਵਾਈਡ ਕਰੂ, ਸਾਰੇ ਬੈਨੀਫਿਟਸ ਇਹ ਕਰੰਸੀ ਵੀ ਪ੍ਰੋਵਾਈਡ ਕਰੂ। ਠੀਕ ਹੈ ਜੀ, ਤੇ ਫਿਰ ਆਪਣਾ ਨੈਕਸਟ ਆ ਗਿਆ ਵੀ ਇਸ਼ੂਜ਼ ਵਿਦ ਅਦਰ ਡਿਜੀਟਲ ਕਰੰਸੀਜ਼, ਜੋ ਹਲੇ ਤੱਕ ਕਰੰਸੀਜ਼ ਡਿਜੀਟਲ ਕਰੰਸੀਜ਼ ਚੱਲ ਰਹੀਆਂ ਨੇ, ਜਿਹਦੇ 'ਚ ਬਿਟਕੋਇਨ ਆ ਗਿਆ, ਠੀਕ ਹੈ ਜੀ, ਇਰੀਥੀਅਮ ਆ ਗਿਆ, ਹੋਰ ਇਦਾਂ ਦੇ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਨੇ ਜੋ ਕ੍ਰਿਪਟੋ ਕਰੰਸੀ ਦੇ ਵਿੱਚ ਚੱਲ ਰਹੇ ਨੇ, ਹੈ ਨਾ, ਟਾਈਪਸ ਆਫ ਕ੍ਰਿਪਟੋ ਕਰੰਸੀਜ਼। ਮੇਨ ਉਹਨਾਂ 'ਚੋਂ ਬਹੁਤ ਫੇਮਸ ਆ ਉਹ ਹੈਗਾ ਬਿਟਕੋਇਨ, ਤੇ ਉਹਨਾਂ ਦੇ ਨਾਲ ਕੀ ਇਸ਼ੂਜ਼ ਨੇ, ਉਹ ਅਸੀਂ ਉਹਨਾਂ ਨੂੰ ਕਿਉਂ ਨਹੀਂ ਯੂਜ਼ ਕਰ ਰਹੇ, ਅਸੀਂ ਆਪਣੀ ਕਰੰਸੀ ਕਿਉਂ ਲੈ ਕੇ ਆ ਰਹੇ ਹਾਂ। RBI has repeatedly flagged concerns over money laundering, terror financing, tax evasion, etc. with private cryptocurrencies like Bitcoin, Ether। ਕਿਉਂਕਿ ਇਹ ਜੋ ਪ੍ਰਾਈਵੇਟਲੀ ਕ੍ਰੀਏਟਡ ਕ੍ਰਿਪਟੋ ਕਰੰਸੀਜ਼ ਨੇ ਨਾ, ਇਹ ਰੈਗੂਲੇਟਡ ਨਹੀਂ ਹੈਗੀਆਂ, ਅਨਰੈਗੂਲੇਟਡ ਨੇ ਇਹ। ਇਹਦੇ ਥਰੂ ਜੇ ਆਪਾਂ ਟ੍ਰਾਂਜੈਕਸ਼ਨਸ ਕਰ ਰਹੇ ਹਾਂ ਉਹਦਾ ਪਤਾ ਨਹੀਂ ਲੱਗ ਰਿਹਾ ਵੀ ਉਹਦਾ ਸੋਰਸ ਕਿੱਥੋਂ ਆ, ਕਿੱਥੋਂ ਟ੍ਰਾਂਜੈਕਸ਼ਨ ਹੋ ਰਹੀ ਆ, ਕਿੱਥੇ ਉਹ ਪੈਸਾ ਜਾ ਰਿਹਾ।
ठीक है जी। ਉਹਦੇ ਨਾਲ ਕੁਝ ਕਹਿ ਲਓ ਵੀ ਇਲੀਗਲ ਜੋ ਕੰਮ ਨੇ ਬਹੁਤ ਹੋ ਰਹੇ ਨੇ, ਜਿਵੇਂ ਟੈਰਰ ਫਾਈਨੈਂਸਿੰਗ ਦੀ ਗੱਲ ਕਰ ਲਈਏ ਆਪਾਂ, ਮਨੀ ਲਾਂਡਰਿੰਗ ਦੀ ਗੱਲ ਕਰ ਲਈਏ, ਠੀਕ ਹੈ ਜੀ। ਉਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਗਵਰਨਮੈਂਟ ਨੇ ਇਹ ਡਿਜੀਟਲ ਕਰੰਸੀ, ਸੈਂਟਰਲ ਬੈਂਕ ਦੀ ਡਿਜੀਟਲ ਕਰੰਸੀ ਇੰਡੀਆ 'ਚ ਇੰਟਰੋਡਿਊਸ ਕੀਤੀ ਆ। ਕਿਉਂ? ਕਿਉਂਕਿ ਇੰਡੀਆ ਦੇ ਵਿੱਚ ਵੀ ਜੋ ਵਰਚੁਅਲ ਕਰੰਸੀਜ਼ ਨੇ ਇਸ ਤੋਂ ਪਹਿਲਾਂ ਜੋ ਚੱਲ ਰਹੀਆਂ ਸੀ ਉਹ ਬਹੁਤ ਜ਼ਿਆਦਾ ਕਹਿ ਲਓ ਹਾਈ ਲੈਵਲ ਤੇ ਯੂਜ਼ ਹੋ ਰਹੀਆਂ ਨੇ, ਜਿਨ੍ਹਾਂ ਦੇ ਨਾਲ ਸਾਨੂੰ ਸਿਕਿਉਰਿਟੀ ਕੰਸਰਨਸ ਨੇ, ਸਿਕਿਉਰਿਟੀ ਥ੍ਰੈਟਸ ਨੇ। ਉਹਨਾਂ ਚੀਜ਼ਾਂ ਨੂੰ ਟੈਕਲ ਕਰਨ ਦੇ ਲਈ ਗਵਰਨਮੈਂਟ ਨੇ ਇਹ ਨਵੀਂ ਕਰੰਸੀ ਇੰਟਰੋਡਿਊਸ ਕੀਤੀ ਆ। ਓਕੇ, ਤੇ ਫਿਰ ਜੇ ਆਪਾਂ ਗੱਲ ਕਰੀਏ, ਸੋ ਇੰਟਰੋਡਿਊਸਿੰਗ ਇਟਸ ਓਨ CBDC ਹੈਜ਼ ਬੀਨ ਸੀਨ ਐਜ਼ ਅ ਵੇ ਟੂ ਬ੍ਰਿਜ ਐਡਵਾਂਟੇਜਸ ਐਂਡ ਰਿਸਕ ਆਫ ਡਿਜੀਟਲ ਕਰੰਸੀਜ਼। ਕਿਉਂਕਿ ਡਿਜੀਟਲ ਕਰੰਸੀਜ਼ ਦੇ ਨਾਲ ਜਿਹੜੇ ਰਿਸਕ ਐਸੋਸੀਏਟਡ ਨੇ, ਜਿਹੜੇ ਥ੍ਰੈਟਸ ਐਸੋਸੀਏਟਡ ਨੇ, ਅਸੀਂ ਉਹਨਾਂ ਨੂੰ ਘਟਾ ਲਾਂਗੇ, ਤੇ ਜਿਹੜੀਆਂ ਉਹਨਾਂ ਦੀਆਂ ਐਡਵਾਂਟੇਜਸ ਨੇ ਉਹ ਆਪਾਂ CBDC ਦੇ ਨਾਲ ਵੀ ਪ੍ਰੋਵਾਈਡ ਕਰ ਰਹੇ ਹਾਂ। ਠੀਕ ਹੈ ਜੀ, ਮਤਲਬ ਜੋ ਡਿਜੀਟਲ ਕਰੰਸੀ ਦੇ ਬੈਨੀਫਿਟ ਨੇ ਉਹ ਵੀ ਸਾਨੂੰ ਮਿਲਣਗੇ, ਬਟ ਜੋ ਉਹਨਾਂ ਦੇ ਨਾਲ ਐਸੋਸੀਏਟਡ ਰਿਸਕ ਸੀ ਉਹਨਾਂ ਨੂੰ ਅਸੀਂ ਹੁਣ ਬਹੁਤ ਜ਼ਿਆਦਾ ਜਿਵੇਂ ਕਹ ਲਓ ਹੱਦ ਤੱਕ ਆਪਾਂ ਉਹਨਾਂ ਨੂੰ ਕਰਟੇਲ ਕਰ ਲਾਂਗੇ, ਰੋਕ ਲਾਂਗੇ। ਦੈਨ ਇਹਦੇ ਨਾਲ ਰਿਲੇਟਡ ਟੌਪਿਕ ਹੈ ਇੱਕ, ਦੈਟ ਇਜ਼ ਡਿਜੀਟਲ ਬੈਂਕਿੰਗ ਯੂਨਿਟਸ। ਜਦੋਂ ਗਵਰਨਮੈਂਟ ਨੇ ਅਨਾਊਂਸ ਕੀਤਾ ਸੀ ਕਿ ਦੈਟ ਦੇ ਆਰ ਗੋਇੰਗ ਟੂ ਇੰਟਰੋਡਿਊਸ ਸੈਂਟਰਲ ਬੈਂਕ ਡਿਜੀਟਲ ਕਰੰਸੀ, ਐਟ ਦ ਸੇਮ ਟਾਈਮ ਗਵਰਨਮੈਂਟ ਹੈਜ਼ ਆਲਸੋ ਅਨਾਊਂਸਡ that 75 digital banking units are going to be established in different parts of the country। ठीक है जी, 75 क्यों कर रहे हैं? क्योंकि because we know that we are celebrating the 75th year of India's independence। ठीक है जी, उस 75 ਸਾਲਾਂ ਜੋ ਸਾਡਾ ਅਸੀਂ ਆਜ਼ਾਦੀ ਦੇ 75 ਸਾਲਾਂ ਦਾ 75ਵਾਂ ਸਾਲ ਮਨਾ ਰਹੇ ਹਾਂ, ਉਸ ਚੀਜ਼ ਨੂੰ ਕਹਿ ਲਓ ਵੀ ਕਮੈਮੋਰੇਟ ਕਰਨ ਦੇ ਲਈ ਕਹਿ ਲਓ, ਜਾਂ ਉਹਦੇ ਨਾਲ ਰਿਲੇਟਡ ਆਪਾਂ ਜੋ ਵੀ ਕਰ ਰਹੇ ਹਾਂ ਹੁਣ, ਮੋਸਟ ਆਫ ਦਾ ਚੀਜ਼ਾਂ ਨੇ ਜਿਹੜੀਆਂ ਨਾ, ਮੋਸਟ ਆਫ ਦਾ ਥਿੰਗਸ ਨੇ ਜਿਹੜੀਆਂ, ਉਹ ਆਪਾਂ 75 ਨੰਬਰ 'ਚ, ਜਿਵੇਂ ਆਪਾਂ ਕਹਿ ਲਈਏ ਜੋ ਇੰਡੀਆ ਦੀਆਂ ਰਾਮਸਰ ਸਾਈਟਸ ਨੇ ਉਹ ਵੀ ਵੱਧ ਕੇ ਹੁਣ 75 ਹੋ ਚੁੱਕੀਆਂ ਨੇ। ਗਵਰਨਮੈਂਟ ਨੇ ਹੋਰ ਜ਼ਿਆਦਾ ਰਾਮਸਰ ਸਾਈਟਸ ਐਡ ਅਪ ਕੀਤੀਆਂ ਤਾਂ ਕਿ ਆਪਾਂ ਉਸ ਚੀਜ਼ ਨੂੰ ਲਿੰਕ ਕਰ ਸਕੀਏ ਵਿਦ 75th ਈਅਰ ਆਫ ਇੰਡੀਅਨ ਇੰਡੀਪੈਂਡੈਂਸ। ਤੇ ਉਸੇ ਤਰ੍ਹਾਂ ਜੋ ਸਾਡੀਆਂ ਡਿਜੀਟਲ ਬੈਂਕਿੰਗ ਯੂਨਿਟਸ ਨੇ ਉਹ ਵੀ 75 ਯੂਨਿਟਸ ਬਣਾਈਆਂ ਜਾਣੀਆਂ ਨੇ ਓਵਰ ਡਿਫਰੈਂਟ ਪਾਰਟਸ ਆਫ ਦਾ ਕੰਟਰੀ। ਤੇ ਕਿਹਨੇ ਕਰਨੀਆਂ ਨੇ ਇਹ? ਸ਼ੈਡਿਊਲਡ ਕਮਰਸ਼ੀਅਲ ਬੈਂਕਸ। ਯਾਦ ਰੱਖਿਓ, ਸ਼ੈਡਿਊਲਡ ਨੇ ਤੇ ਅਨਸ਼ੈਡਿਊਲਡ ਨਹੀਂ ਹੈਗੀਆਂ, ਠੀਕ ਹੈ ਜੀ, ਜਾਂ ਨਾਨ ਸ਼ੈਡਿਊਲਡ ਨਹੀਂ ਹੈਗੀਆਂ, ਸ਼ੈਡਿਊਲਡ ਕਮਰਸ਼ੀਅਲ ਬੈਂਕਸ। ਇਹ ਵੀ ਇਕਨੋਮੀ ਦਾ ਟੌਪਿਕ ਆ, ਉੱਥੇ ਆਪਾਂ ਕਰਾਂਗੇ ਵੀ ਸ਼ੈਡਿਊਲਡ ਤੇ ਨਾਨ ਸ਼ੈਡਿਊਲਡ ਦੇ ਵਿੱਚ ਕੀ ਡਿਫਰੈਂਸ ਹੁੰਦਾ, ਠੀਕ ਹੈ। ਬਟ ਇਹ ਧਿਆਨ ਰੱਖਿਓ ਵੀ ਜੋ ਡਿਜੀਟਲ ਬੈਂਕਿੰਗ ਯੂਨਿਟਸ ਨੇ ਉਹ ਸ਼ੈਡਿਊਲਡ ਕਮਰਸ਼ੀਅਲ ਬੈਂਕਸ ਨੇ ਸੈਟਅਪ ਕਰਨੀਆਂ ਨੇ। ਤੇ ਹੁਣ ਜੇ ਆਪਾਂ ਗੱਲ ਕਰੀਏ, ਇੰਡੀਆ ਨੇ ਤਾਂ ਚਲੋ ਲਾਂਚ ਕਰਤੀ ਆਪਣੀ ਕਰੰਸੀ, ਹੋਰ ਕੰਟਰੀਜ਼ ਬਾਰੇ ਗੱਲ ਕਰੀਏ ਵੀ ਕੀ ਹੋਰ ਕੰਟਰੀਜ਼ ਵੀ ਕਰ ਰਹੀਆਂ ਨੇ ਇਹ। ਜੇ ਆਪਾਂ ਗਲੋਬਲੀ ਗੱਲ ਕਰੀਏ ਤਾਂ ਵਰਲਡ ਲੈਵਲ ਤੇ ਜੋ ਫਸਟ ਕੰਟਰੀ ਸੀ ਜਿਹਨੇ ਡਿਜੀਟਲ ਕਰੰਸੀ ਇੰਟਰੋਡਿਊਸ ਕੀਤੀ ਹੈ, ਦੈਟ ਵਾਜ਼ ਬਾਹਾਮਾਸ। ਇੱਕ ਛੋਟਾ ਜਿਹਾ ਆਈਲੈਂਡ ਨੇਸ਼ਨ ਆ, ਉਹਨਾਂ ਨੇ ਆਪਣੀ ਡਿਜੀਟਲ ਕਰੰਸੀ ਇੰਟਰੋਡਿਊਸ ਕੀਤੀ ਸੀ, ਉਹਦਾ ਨਾਂ ਰੱਖਿਆ ਸੀ ਉਹਨਾਂ ਨੇ ਸੈਂਟ ਡਾਲਰ। ਇਹ ਪੁੱਛਿਆ ਜਾ ਸਕਦਾ ਜੀ, ਵੈਰੀ ਇੰਪੋਰਟੈਂਟ ਪ੍ਰੀ ਦੇ ਪੁਆਇੰਟ ਆਫ ਵਿਊ ਤੋਂ, ਕਿ ਫਸਟ ਕੰਟਰੀ ਕਿਹੜੀ ਸੀ ਜਿਹਨੇ ਡਿਜੀਟਲ ਕਰੰਸੀ ਲਾਂਚ ਕੀਤੀ ਹੈ, ਜਾਂ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਸੈਂਟ ਡਾਲਰ ਕਿਹੜੀ ਕੰਟਰੀ ਦੀ ਡਿਜੀਟਲ ਕਰੰਸੀ ਹੈ। ਧਿਆਨ 'ਚ ਰੱਖਿਓ, ਇਟ ਇਜ਼ ਆਫ ਬਾਹਾਮਾਸ, ਠੀਕ ਹੈ ਜੀ। ਤੇ ਫਿਰ ਆਪਾਂ ਗੱਲ ਕਰੀਏ ਅਮੰਗ ਮੇਜਰ ਇਕੋਨਮੀਜ਼, ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਬਾਹਾਮਾਸ ਇੱਕ ਛੋਟਾ ਜਿਹਾ ਆਈਲੈਂਡ ਨੇਸ਼ਨ ਆ, ਬਟ ਜੇ ਆਪਾਂ ਗੱਲ ਕਰੀਏ ਮੇਜਰ ਇਕੋਨਮੀਜ਼ ਦੀ, ਜੋ ਆਫ ਦਾ ਮੇਜਰ ਇਕੋਨਮੀਜ਼ ਆਫ ਦਾ ਵਰਲਡ ਨੇ, ਉਹਨਾਂ ਦੇ ਵਿੱਚੋਂ ਪਹਿਲਾ ਕੰਟਰੀ ਕਿਹੜੀ ਆ ਜਿਹਨੇ ਡਿਜੀਟਲ ਕਰੰਸੀ ਲਾਂਚ ਕੀਤੀ ਆ? ਉਹ ਹੈ ਚਾਈਨਾ। ਚਾਈਨਾ ਨੇ ਲਾਂਚ ਕੀਤੀ ਸੀ ECNY ਇਨ 2020, ਧਿਆਨ ਰੱਖਿਓ, ਠੀਕ ਹੈ ਜੀ। ਇਹ ਵੀ ਪੁੱਛਿਆ ਜਾ ਸਕਦਾ ਤੁਹਾਨੂੰ ਵੀ ਇਹ ਕਰੰਸੀ ਕਿਹੜੀ ਕੰਟਰੀ ਦੀ ਆ। ਓਕੇ, ਹਾਂਜੀ ਹਾਂਜੀ, ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ, ਮਨਦੀਪ ਜੀ ਬਿਲਕੁਲ ਠੀਕ ਕਹਿ ਰਹੇ ਹੋ। ਗੁਰਪ੍ਰੀਤ ਜੀ ਕਹਿ ਰਹੇ ਨੇ PDF ਨਹੀਂ ਮਿਲੀ। ਕਿੱਥੋਂ ਤੁਸੀਂ ਦੇਖ ਰਹੇ ਹੋ ਜੀ? PDF ਐਪ ਤੋਂ ਦੇਖ ਰਹੇ ਹੋ ਜਾਂ ਕੋਈ ਹੋਰ ਸੋਰਸ ਦੇਖ ਰਹੇ ਹੋ? ਕਿਉਂਕਿ ਐਪ ਤੇ ਤਾਂ ਉਹ ਸਾਰੀਆਂ ਅਪਲੋਡ ਹੋ ਚੁੱਕੀਆਂ ਨੇ। ਜੇ ਤੁਹਾਨੂੰ ਨਹੀਂ ਮਿਲੀ, ਸ਼ਾਇਦ ਹੋ ਸਕਦਾ ਤੁਸੀਂ ਪਹਿਲਾਂ ਚੈੱਕ ਕੀਤੀ ਹੋਵੇ, ਤੁਸੀਂ ਅੱਜ ਚੈੱਕ ਕਰਿਓ, ਤੁਹਾਨੂੰ ਸਾਰੀਆਂ ਉਹ ਮਿਲ ਜਾਣੀਆਂ। ਮੈਂ ਤੁਹਾਨੂੰ ਇੱਕ ਵਾਰੀ ਨਾ ਕਲਾਸ ਦੇ ਬਾਅਦ ਦੱਸੂਗਾ ਵੀ ਕਿਵੇਂ ਤੁਸੀਂ ਐਪ ਨੂੰ ਅਸੈਸ ਕਰਨਾ, ਠੀਕ ਹੈ ਜੀ, ਫਿਰ ਤੁਹਾਨੂੰ ਪਤਾ ਲੱਗ ਜੂ। ਚਲੋ ਹੁਣ ਸਾਡਾ ਜੋ ਨੈਕਸਟ ਟੌਪਿਕ ਹੈ, ਫਸਟ ਟੌਪਿਕ ਸਾਡਾ ਥੋੜਾ ਜਿਹਾ ਲੈਂਦੀ ਸੀ ਬਟ ਬਹੁਤ ਰੈਲੇਵੈਂਟ ਸੀ। ਸਾਰੇ ਜੋ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਇੰਪੋਰਟੈਂਟ ਨੇ, ਸਾਰੀਆਂ ਸਾਡੇ ਲਈ ਜ਼ਰੂਰੀ ਨੇ। ਨੈਕਸਟ ਟੌਪਿਕ ਸਾਡਾ ਹੈ ਜੀ ਕੋਲੀਜੀਅਮ ਸਿਸਟਮ। ਇਹ ਵੀ ਗਾਈਜ਼ ਬਹੁਤ ਇੰਪੋਰਟੈਂਟ ਆ ਪੋਲਿਟੀ ਪੁਆਇੰਟ ਆਫ ਵਿਊ ਤੋਂ। ਤੇ ਜਿਵੇਂ ਕਹਿ ਲਈਏ, ਜਾਂ ਆਪਾਂ ਜੇ ਆਮ ਜ਼ਿੰਦਗੀ ਦੀ ਗੱਲ ਕਰ ਲਈਏ, ਸਾਨੂੰ ਫਿਰ ਵੀ ਪਤਾ ਹੋਣਾ ਚਾਹੀਦਾ ਵੀ ਜੋ ਸਾਡੀ ਜੁਡੀਸ਼ਰੀ ਹੈ ਨਾ ਉਹ ਕਿੱਦਾਂ ਵਰਕ ਕਰਦੀ ਹੈ, ਜਾਂ ਉਹਦੇ ਰਿਲੇਟਡ ਕੀ ਇਸ਼ੂਜ਼ ਨੇ। very much in news. Why? Because recently the Union Home Minister of India has openly criticized the working of collegium system. ਉਹਨਾਂ ਨੇ 2-3 ਕਹਿ ਲਓ ਉਹਨਾਂ ਦੀਆਂ ਕੁਛ ਇਦਾਂ ਦੀਆਂ ਐਡਰੈਸਿਸ ਨੇ, ਕਿਤੇ ਪਾਰਟਿਸਿਪੇਟ ਕਰ ਰਹੇ ਸੀ ਉਹ, ਜਿੱਥੇ ਉਹਨਾਂ ਨੇ
ਕੋਲੇਜੀਅਮ ਸਿਸਟਮ ਦੀ ਵਰਕਿੰਗ ਨੂੰ ਬਹੁਤ ਜ਼ਿਆਦਾ ਓਪਨਲੀ ਕ੍ਰਿਟੀਸਾਈਜ਼ ਕੀਤਾ। ਹਲੇ ਤੱਕ ਕਹ ਲਓ ਵੀ ਇਹਨਾਂ ਇਹ ਚੀਜ਼ਾਂ ਨਾ ਥੋੜਾ ਜਿਹਾ ਬਿਹਾਈਂਡ ਦਾ ਕਰਟਨਸ ਹੁੰਦੀਆਂ ਸੀ, ਮਤਲਬ ਕਿ ਓਪਨਲੀ ਨਹੀਂ ਉਹਨਾਂ ਬਾਰੇ ਗੱਲ ਕਰਦੇ ਸੀ, ਬਟ ਹੁਣ ਉਹਨਾਂ ਨੇ ਓਪਨਲੀ ਕ੍ਰਿਟੀਸਾਈਜ਼ ਕੀਤਾ। ਹੁੰਦਾ ਕ੍ਰਿਟੀਸਿਜ਼ਮ ਹੁੰਦਾ ਸੀ, ਜਿਵੇਂ ਕਹ ਲਓ ਜਰਨਲਿਜ਼ਮ ਦੇ ਵਿੱਚ ਕਹ ਲਓ ਜਾਂ ਆਮ ਲੋਕ ਨੇ ਉਹ ਕ੍ਰਿਟੀਸਾਈਜ਼ ਕਰਦੇ ਸੀ, ਬਟ ਯੂਨੀਅਨ ਲਾਅ ਮਿਨਿਸਟਰ ਸਾਡੇ ਜੁਡੀਸ਼ੀਅਲ ਸਿਸਟਮ ਨੂੰ ਕ੍ਰਿਟੀਸਾਈਜ਼ ਕਰ ਰਿਹਾ, ਉਹ ਪਹਿਲੀ ਵਾਰੀ ਹੋ ਰਿਹਾ। ਪਹਿਲੀ ਵਾਰੀ ਨਹੀਂ ਤਾਂ ਜਿਵੇਂ ਕਹ ਲਓ ਵੀ ਬਹੁਤ ਘੱਟ ਇੱਦਾਂ ਦੇ ਇੰਸੀਡੈਂਸਿਸ ਹੁੰਦੇ ਨੇ, ਤੇ ਉਹ ਰੀਸੈਂਟਲੀ ਹੋਇਆ, ਜਿਹਦੇ ਕਰਕੇ ਸਾਡੇ ਕੋਲੀਜੀਅਮ ਸਿਸਟਮ ਆ ਜੋ ਨਿਊਜ਼ ਦੇ ਵਿੱਚ ਚੱਲ ਰਿਹਾ। ਤੇ ਇਹਦੇ ਰਿਗਾਰਡਿੰਗ ਹੁਣ ਸਾਡੇ ਸੁਪਰੀਮ ਕੋਰਟ ਦੇ ਜੋ ਚੀਫ ਜਸਟਿਸ ਆਫ ਇੰਡੀਆ ਨੇ, ਉਹਨਾਂ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਆ, ਆਪਣੀ ਕਲੈਰਿਟੀ ਉਸ ਚੀਜ਼ ਤੇ ਦਿੱਤੀ ਆ, ਵੀ ਉਹਨਾਂ ਨੇ ਆਪਣਾ ਵਿਊ ਪੁਆਇੰਟ ਦਿੱਤਾ। ਸੋ ਕੋਲੀਜੀਅਮ ਸਾਡੇ ਲਈ ਬਹੁਤ ਇੰਪੋਰਟੈਂਟ ਹੋ ਜਾਂਦਾ ਇਸ ਸਾਲ, ਹਰ ਸਾਲ ਹੀ ਇੰਪੋਰਟੈਂਟ ਹੁੰਦਾ, ਬਟ ਇਸ ਸਾਲ ਜ਼ਿਆਦਾ ਨਿਊਜ਼ ਦੇ ਵਿੱਚ ਹੈ। ਵਾਈ ਨਿਊਜ਼ ਰੀਸੈਂਟਲੀ ਦਾ ਯੂਨੀਅਨ ਲਾਅ ਮਿਨਿਸਟਰ ਹੈਜ਼ ਓਪਨਲੀ ਕ੍ਰਿਟੀਸਾਈਜ਼ ਦਾ ਵਰਕਿੰਗ ਆਫ ਕੋਲੀਜੀਅਮ ਸਿਸਟਮ। ਤੇ ਜਦੋਂ ਆਪਾਂ ਗੱਲ ਕਰੀਏ ਕੋਲੀਜੀਅਮ ਸਿਸਟਮ ਹੁੰਦਾ ਕੀ ਹੈ ਜੀ, ਇਹ ਹੈ ਨਾ, ਸਾਨੂੰ ਪਤਾ ਹੋਣਾ ਚਾਹੀਦਾ ਨਾ, ਜੇ ਅਸੀਂ ਨਿਊਜ਼ ਪੜ੍ਹ ਰਹੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਿਸਟਮ ਕੀ ਹੈ। ਇਹ ਕੋਲੀਜੀਅਮ ਸਿਸਟਮ ਇੱਕ ਤਰੀਕਾ ਗਾ ਜੁਡੀਸ਼ੀਅਲ ਅਪੁਆਇੰਟਮੈਂਟਸ ਕਰਨ ਵਾਸਤੇ। ਜੋ ਸਾਡੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਸ ਨੇ, ਉਹਨਾਂ ਨੂੰ ਅਪੁਆਇੰਟ ਕਰਨ ਵਾਸਤੇ, ਉਹਨਾਂ ਦੀ ਨਿਯੁਕਤੀ ਵਾਸਤੇ ਇੱਕ ਜਿਹੜੀ ਕਹ ਲਓ ਪ੍ਰਥਾ ਅਪਣਾਈ ਜਾਂਦੀ ਆ, ਜਿਹਦੇ ਆਧਾਰ ਤੇ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ, ਜਾਂ ਜਿਹੜੀ ਬੋਡੀ ਆ ਜਿਹੜੀ ਉਹਨਾਂ ਦੇ ਨਾਂ ਰਿਕਮੈਂਡ ਕਰਦੀ ਆ, ਉਹਨੂੰ ਆਪਾਂ ਕਹਿੰਦੇ ਆ ਕੋਲੀਜੀਅਮ। ਕੋਲੀਜੀਅਮ ਇੱਕ ਗਰੁੱਪ ਆ, ਠੀਕ ਹੈ ਜੀ, ਗਰੁੱਪ ਆਫ ਜੱਜਸ ਆ, ਜਿਨ੍ਹਾਂ ਨੇ ਨਾਂ ਰਿਕਮੈਂਡ ਕਰਨੇ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੋ ਜੱਜਸ ਅਪੁਆਇੰਟ ਕਰਨੇ ਨੇ ਉਹਨਾਂ ਦੇ ਰਿਗਾਰਡਿੰਗ, ਤੇ ਉਹ ਰਿਕਮੈਂਡੇਸ਼ਨਸ ਉਹ ਸੈਂਟਰਲ ਜੋ ਸਾਡੀ ਯੂਨੀਅਨ ਲਾਅ ਮਿਨਿਸਟਰੀ ਆ ਉਹਨੂੰ ਭੇਜਦੇ ਨੇ। ਉਹ ਅੱਗੇ ਉਹਨਾਂ ਲਿਸਟ ਦੇ ਵਿੱਚੋਂ ਜੋ ਉਹਨਾਂ ਨੇ ਨਾਮ ਭੇਜੇ ਨੇ, ਉਹਨਾਂ ਦੇ ਵਿੱਚੋਂ ਕੁਛ ਨਾਂ ਨੇ ਜਿਹੜੇ ਅਪਰੂਵ ਕਰਕੇ ਅੱਗੇ ਪ੍ਰੈਜ਼ੀਡੈਂਟ ਨੂੰ ਭੇਜਦੇ ਨੇ, ਤੇ ਫਾਈਨਲ ਜੋ ਅਪੁਆਇੰਟਮੈਂਟ ਆ ਉਹ ਪ੍ਰੈਜ਼ੀਡੈਂਟ ਨੇ ਕਰਨੀ ਆ, ਠੀਕ ਹੈ ਜੀ। ਇਹ ਸਾਰੇ ਫੈਕਟ ਧਿਆਨ 'ਚ ਰੱਖਿਓ, ਬਹੁਤ ਇੰਪੋਰਟੈਂਟ ਆ। ਹਾਂਜੀ, ਥੈਂਕ ਯੂ ਰਜੇਸ਼ ਜੀ, ਥੈਂਕ ਯੂ। ਕੋਲੀਜੀਅਮ ਹੈ ਕੀ ਹੈ, ਮੈਂ ਤੁਹਾਨੂੰ ਦੱਸਦਾ ਵੀ ਇਟ ਇਜ਼ ਅ ਸਿਸਟਮ ਆਫ ਅਪੁਆਇੰਟਮੈਂਟ ਐਂਡ ਟ੍ਰਾਂਸਫਰ ਆਫ ਜੱਜਸ। ਇਹ ਸਿਰਫ ਅਪੁਆਇੰਟਮੈਂਟਸ ਦੇ ਨਾਲ ਕੰਸਰਨ ਨਹੀਂ ਹੈ। ਜਦੋਂ ਇੱਕ ਹਾਈ ਕੋਰਟ ਤੋਂ ਦੂਸਰੇ ਹਾਈ ਕੋਰਟ ਤੇ ਟ੍ਰਾਂਸਫਰ ਹੁੰਦੀ ਹੈ ਨਾ ਕਿਸੇ ਜੱਜ ਦੀ, ਉਹ ਵੀ ਕੋਲੀਜੀਅਮ ਸਿਸਟਮ ਉਹਦੇ 'ਚ ਇਨਵੋਲਵਡ ਹੁੰਦਾ। ਧਿਆਨ ਰੱਖਿਓ ਇਹ ਪੁਆਇੰਟ। ਕਈ ਵਾਰੀ ਸਟੇਟਮੈਂਟ ਪਾ ਦਿੰਦੇ ਨੇ ਕਿ ਇਟ ਇਜ਼ ਇਨਵੋਲਵਡ ਓਨਲੀ ਇਨ ਦਾ ਅਪੁਆਇੰਟਮੈਂਟ ਆਫ ਜੱਜਸ। ਨਹੀਂ ਜੀ, ਇਹ ਨਾਲ ਜੋ ਟ੍ਰਾਂਸਫਰ ਹੁੰਦੇ ਨਾ ਉਹਦੇ ਰਿਲੇਟਡ ਵੀ ਜੋ ਨੋਮੀਨੇਸ਼ਨਸ ਨੇ ਜਾਂ ਕਹ ਲਓ ਰਿਕਮੈਂਡੇਸ਼ਨਸ ਨੇ, ਉਹਦੇ 'ਚ ਵੀ ਕੋਲੀਜੀਅਮ ਪਾਰਟਿਸਿਪੇਟ ਕਰਦਾ। ਕੋਲੀਜੀਅਮ ਦਾ ਰੋਲ ਹੁੰਦਾ ਕੋਲੀਜੀਅਮ ਦਾ। ਦੈਨ ਹਾਊ ਇਟ ਇਜ਼ ਇਵੋਲਵਡ, ਇਹ ਸਿਸਟਮ ਹੋਂਦ 'ਚ ਕਿਵੇਂ ਆਇਆ, ਠੀਕ ਹੈ ਜੀ, ਐਗਜ਼ਿਸਟੈਂਸ 'ਚ ਕਿਵੇਂ ਆਇਆ। ਇਹ ਜੋ ਸਾਡਾ ਕੋਲੀਜੀਅਮ ਸਿਸਟਮ ਆ ਨਾ, ਇਟ ਇਜ਼ ਮੇਨਲੀ ਇਵੋਲਵਡ ਥਰੂ ਸੁਪਰੀਮ ਕੋਰਟ ਜਜਮੈਂਟਸ, ਵੇਰੀਅਸ ਸੁਪਰੀਮ ਕੋਰਟ ਜਜਮੈਂਟਸ, ਜਿਹਦੇ 'ਚ ਮੇਨ 3 ਕੇਸ ਨੇ। ਫਸਟ ਜਜਿਸ ਕੇਸ ਹੈ, ਸੈਕੰਡ ਜਜਿਸ ਕੇਸ ਹੈ, ਤੇ ਥਰਡ ਜਜਿਸ ਕੇਸ ਹੈ, ਠੀਕ ਹੈ ਜੀ। ਇਹ ਪੋਲਿਟੀ 'ਚ ਜਦੋਂ ਆਪਾਂ ਸੁਪਰੀਮ ਕੋਰਟ ਪੜ੍ਹਾਂਗੇ ਉਦੋਂ ਤੁਹਾਡੇ ਨਾਲ ਡਿਟੇਲ 'ਚ ਡਿਸਕਸ ਕਰਾਂਗੇ, ਕਿਉਂਕਿ ਜੇ ਹੁਣ ਡਿਸਕਸ ਕਰਨ ਲੱਗੇ ਤਾਂ ਸਾਡੇ ਬਾਕੀ ਵਾਲੇ ਟੌਪਿਕ ਰਹਿ ਜਾਣੇ ਨੇ। ਸੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜੋ ਸਿਸਟਮ ਆ ਨਾ, ਇਹ ਕਿਸੇ ਪਾਰਲੀਮੈਂਟਰੀ ਲਾਅ ਨੇ ਨਹੀਂ ਬਣਾਇਆ, ਮਤਲਬ ਕਿ ਸਟੈਚੂਟਰੀ ਸਿਸਟਮ ਨਹੀਂ ਹੈਗਾ ਇਹ, ਪਲੱਸ ਨਾ ਹੀ ਇਹ ਕੌਨਸਟੀਟਿਊਸ਼ਨਲੀ ਬੈਕਡ ਆ। ਮਤਲਬ ਇਸ ਸਿਸਟਮ ਦੇ ਲਈ ਕੌਨਸਟੀਟਿਊਸ਼ਨ ਸਾਡੇ ਸੰਵਿਧਾਨ ਦੇ ਵਿੱਚ ਕੋਈ ਆਰਟੀਕਲ ਮੈਂਸ਼ਨਡ ਨਹੀਂ ਹੈ, ਠੀਕ ਹੈ ਜੀ। ਇਹ ਜੋ ਸਿਸਟਮ ਆ ਇਹ ਸਿਰਫ ਸੁਪਰੀਮ ਕੋਰਟ ਦੀਆਂ ਕੁਝ ਜਜਮੈਂਟਸ ਨੇ, ਉਹਨਾਂ ਦੇ ਬੇਸਿਸ ਤੇ ਬਣਾਇਆ ਗਿਆ। ਇਹ ਧਿਆਨ 'ਚ ਰੱਖਿਓ। ਫਿਰ ਆਪਾਂ ਗੱਲ ਕਰ ਲੈਂਦੇ ਹਾਂ ਅਪੁਆਇੰਟਮੈਂਟ ਆਫ ਜੱਜਸ, ਵੀ ਉਹਨਾਂ ਬਾਰੇ ਸਾਡਾ ਸੰਵਿਧਾਨ ਕੀ ਕਹਿੰਦਾ। ਕੌਨਸਟੀਟਿਊਸ਼ਨ, ਸਾਡੇ ਕੌਨਸਟੀਟਿਊਸ਼ਨ ਦੇ ਵਿੱਚ 2 ਆਰਟੀਕਲ ਨੇ, ਆਰਟੀਕਲ 124 ਕਲੌਜ਼ 2 ਐਂਡ ਆਰਟੀਕਲ 217 217। ਇਹ ਦੋਨੋਂ ਜੱਜਸ ਦੀ ਅਪੁਆਇੰਟਮੈਂਟ ਦੇ ਨਾਲ ਕੰਸਰਨ ਨੇ। ਆਰਟੀਕਲ 124 ਕਲੌਜ਼ 2 ਇਜ਼ talks about the appointments with respect to Supreme Court, judicial appointments with respect to Supreme Court, and Article 217 it talks about judicial appointments at high court levels, ठीक है जी। ध्यान च रखियो, ये पूछा जा सकता तुहानू कि किहड़ा आर्टिकल अपॉइंटमेंट्स की गल करदा, जुडिशियल अपॉइंटमेंट्स की। हाँ जी, हाँ जी मनदीप जी। थर्ड जज केस दे विच फाइनली ਇਹਨੂੰ ਲਿਆਂਦਾ ਸੀ, ਸੈਕੰਡ ਜੱਜ ਕੇਸ ਦੇ ਵਿੱਚ ਵੀ ਆ ਗਿਆ ਸੀ ਇਹ, ਬਟ ਉਹਦੇ 'ਚ ਕਹਿ ਲਓ ਸੈਕੰਡ ਤੋਂ ਬਾਅਦ ਚੋਂ ਥਰਡ ਦੇ ਵਿੱਚ ਫਿਰ ਥੋੜਾ ਜਿਹਾ ਉਹਦੇ 'ਚ ਚੇਂਜਸ ਕੀਤੀਆਂ ਨੇ। ਫਸਟ ਜੱਜਸ ਕੇਸ ਦੇ ਵਿੱਚ ਵੀ ਕੋਲੀਜੀਅਮ ਸਿਸਟਮ ਆ ਗਿਆ ਸੀ, ਬਟ ਉਹਦੇ 'ਚ ਕੁਝ ਉਹਨਾਂ ਦੀਆਂ ਪ੍ਰੋਵੀਜ਼ਨਸ ਹੋਰ ਸੀ। ਜੋ ਹੁਣ ਕੋਲੀਜੀਅਮ ਸਿਸਟਮ ਕੰਮ ਕਰ ਰਿਹਾ ਉਹ ਥਰਡ ਜੱਜਸ ਕੇਸ ਦੇ ਬੇਸਿਸ ਤੇ ਕੰਮ ਕਰ ਰਿਹਾ, ਠੀਕ ਹੈ, ਬਟ ਉਹ ਆਪਾਂ ਪੋਲਿਟੀ 'ਚ ਡਿਸਕਸ ਕਰਾਂਗੇ, ਠੀਕ ਹੈ ਜੀ। ਇਹ ਹੋ ਗਿਆ ਕੋਲੀਜੀਅਮ ਬਾਰੇ, ਮਤਲਬ ਅਪੁਆਇੰਟਮੈਂਟਸ ਬਾਰੇ। ਫਿਰ ਆਪਾਂ ਗੱਲ ਕਰੀਏ ਵੀ ਕੋਲੀਜੀਅਮ ਕਿਵੇਂ ਕੰਮ ਕਰਦਾ, ਹਾਊ ਡਜ਼ ਇਟ ਵਰਕ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੇ ਸੁਪਰੀਮ ਕੋਰਟ ਦੀ ਗੱਲ ਕਰੀਏ, ਸੁਪਰੀਮ ਕੋਰਟ ਅਪੁਆਇੰਟਮੈਂਟਸ ਵਾਸਤੇ ਉੱਥੇ ਇੱਕ ਸੁਪਰੀਮ ਕੋਰਟ ਦਾ ਕੋਲੀਜੀਅਮ ਹੁੰਦਾ ਜਿਹਨੂੰ ਹੈਡ ਕਰਦਾ ਚੀਫ ਜਸਟਿਸ ਆਫ ਇੰਡੀਆ,
ਤੇ ਉਹਦੇ ਚ 4 ਅਦਰ ਸੀਨੀਅਰ ਮੋਸਟ ਜੱਜ ਹੁੰਦੇ ਨੇ ਸੁਪਰੀਮ ਕੋਰਟ ਦੇ। ਮਤਲਬ ਆਪਾਂ ਕਹਿ ਸਕਦੇ ਹਾਂ ਜਿਹੜਾ ਸੁਪਰੀਮ ਕੋਰਟ ਦਾ ਕੋਲੀਜੀਅਮ ਆ ਉਹਦੇ ਚ ਟੋਟਲ 5 ਮੈਂਬਰਸ ਹੁੰਦੇ ਨੇ। ਹੈਡ ਹੁੰਦਾ ਉਹਦਾ ਚੀਫ ਜਸਟਿਸ ਆਫ ਇੰਡੀਆ ਪਲੱਸ 4 ਅਦਰ ਸੀਨੀਅਰ ਮੋਸਟ ਜੱਜਸ ਆਫ ਦਾ ਸੁਪਰੀਮ ਕੋਰਟ, ਠੀਕ ਹੈ ਜੀ। ਉਹ ਪੰਜੋਂ ਇਕੱਠੇ ਬਹਿ ਕੇ ਨੋਮੀਨੇਸ਼ਨਸ ਤਿਆਰ ਕਰਦੇ ਨੇ ਵੀ ਕਿਹੜੇ ਕਿਹੜੇ ਕੈਂਡੀਡੇਟਸ ਦੇ ਆਪਾਂ ਨਾਂ ਰਿਕਮੈਂਡ ਕਰਨੇ ਨੇ, ਤੇ ਫਿਰ ਉਹ ਆਪਣੀ ਰਿਕਮੈਂਡੇਸ਼ਨ ਦੀ ਜਿਹੜੀ ਲਿਸਟ ਆ ਉਹਨੂੰ ਅੱਗੇ ਯੂਨੀਅਨ ਮਿਨਿਸਟਰੀ ਨੂੰ ਭੇਜਦੇ ਆ, ਠੀਕ ਹੈ ਜੀ, ਲਾਅ ਮਿਨਿਸਟਰੀ ਨੂੰ। ਉਸੇ ਤਰ੍ਹਾਂ ਜੇ ਆਪਾਂ ਹਾਈ ਕੋਰਟਸ ਦੀ ਗੱਲ ਕਰੀਏ, ਹਾਈ ਕੋਰਟ ਦਾ ਜਿਹੜਾ ਕੋਲੀਜੀਅਮ ਹੁੰਦਾ ਉਹ ਮੇਨਲੀ 3 ਮੈਂਬਰਡ ਬੋਡੀ ਆ। ਉਹਦੇ 'ਚ ਸਾਡਾ ਜੋ ਵੀ ਕੰਸਰਨਡ ਹਾਈ ਕੋਰਟ ਆ ਜਿਹਦੀ ਆਪਾਂ ਗੱਲ ਕਰ ਰਹੇ ਆ ਜਾਂ ਜਿਹਦੇ 'ਚ ਅਪਾਇੰਟਮੈਂਟਸ ਕਰਨੀਆਂ ਨੇ, ਉਹਨਾਂ ਦਾ ਉੱਥੋਂ ਦਾ ਚੀਫ ਜਸਟਿਸ ਪਲੱਸ ਉੱਥੋਂ ਦੇ 2 ਸੀਨੀਅਰ ਮੋਸਟ ਜੱਜ ਉਹ ਨਾਂ ਰਿਕਮੈਂਡ ਕਰਨਗੇ। ਤੇ ਨਾਂ ਜਿਹੜਾ ਉਹ ਲਿਸਟ ਆ ਉਹ ਵੀ ਯੂਨੀਅਨ ਮਿਨਿਸਟਰੀ ਨੂੰ ਹੀ ਜਾਣੀ ਹੈ। ਇਹ ਧਿਆਨ 'ਚ ਰੱਖਿਓ ਵੀ ਜਿਹੜੇ ਸਟੇਟ ਜਾਂ ਆਪਾਂ ਸਟੇਟ ਦੇ ਵਿੱਚ ਹਾਈ ਕੋਰਟਸ ਲੋਕੇਟਡ ਹੁੰਦੇ ਨੇ ਨਾ, ਇਹ ਯਾਦ ਰੱਖਿਓ ਵੀ ਉਹਨਾਂ ਦੀ ਅਪਾਇੰਟਮੈਂਟ ਜੋ ਜੁਡੀਸ਼ੀਅਲ ਅਪਾਇੰਟਮੈਂਟਸ ਨੇ ਗਵਰਨਰ ਨਹੀਂ ਕਰਦਾ, ਉਹਨਾਂ ਦੀਆਂ ਅਪਾਇੰਟਮੈਂਟਸ ਵੀ ਪ੍ਰੈਜ਼ੀਡੈਂਟ ਹੀ ਕਰਦਾ। ਜੋ ਇੰਡੀਆ ਦਾ ਪ੍ਰੈਜ਼ੀਡੈਂਟ ਆ ਉਹਨਾਂ ਨੇ ਹੀ ਕਰਨੀਆਂ ਨੇ, ਤੇ ਉਹਨਾਂ ਦੇ ਲਈ ਵੀ ਜੋ ਲਿਸਟਸ ਨੇ ਉਹ ਯੂਨੀਅਨ ਲਾਅ ਮਿਨਿਸਟਰੀ ਕੋਲ ਹੀ ਜਾਂਦੀਆਂ ਨੇ, ਠੀਕ ਹੈ ਜੀ। ਸਾਡੀ ਸਟੇਟ ਦੀ ਹੋਮ ਮਿਨਿਸਟਰੀ ਕੋਲ ਹੀ ਨਹੀਂ ਜਾਂਦੀਆਂ, ਉਹ ਧਿਆਨ ਰੱਖਿਓ ਗੱਲ ਇਹ, ਠੀਕ ਹੈ ਜੀ। ਜਿਵੇਂ ਆ ਇੱਥੇ ਲਿਖਿਆ ਤੁਹਾਡੇ ਲਈ, ਯੂਨੀਅਨ ਲਾਅ ਮਿਨਿਸਟਰੀ ਕੋਲੇ ਰਿਕਮੈਂਡੇਸ਼ਨਸ ਜਾਂਦੀਆਂ ਨੇ ਐਂਡ ਆਫਟਰ ਇਟਸ ਅਪਰੂਵਲ ਦਾ ਪ੍ਰੈਜ਼ੀਡੈਂਟ ਮੇਕਸ ਦਾ ਅਪਾਇੰਟਮੈਂਟ। ਜਿਹੜੀ ਫਾਈਨਲ ਅਪਾਇੰਟਮੈਂਟ ਹੈ ਨਾ, ਤੁਹਾਨੂੰ ਸਟੇਟਮੈਂਟ ਸਿੱਧੀ ਇਦਾਂ ਵੀ ਆ ਸਕਦੀ ਹੈ ਕਿ ਜੁਡੀਸ਼ੀਅਲ ਅਪਾਇੰਟਮੈਂਟਸ ਟੂ ਸੁਪਰੀਮ ਕੋਰਟ ਐਂਡ ਹਾਈ ਕੋਰਟ ਆਰ ਮੇਡ ਬਾਈ ਪ੍ਰੈਜ਼ੀਡੈਂਟ। ਉਹ ਸਟੇਟਮੈਂਟ 100% ਕਰੈਕਟ ਹੈ, ਕਿਉਂਕਿ ਜੇ ਆਪਾਂ ਗੱਲ ਕਰੀਏ ਸਾਡੇ ਕਨਸਟੀਟਿਊਸ਼ਨ ਦੀ ਤਾਂ ਉਹ ਇਹੀ ਕਹਿੰਦਾ ਵੀ ਜਿਹਦੀਆਂ ਅਪਾਇੰਟਮੈਂਟਸ ਨੇ ਉਹ ਪ੍ਰੈਜ਼ੀਡੈਂਟ ਨੇ ਹੀ ਕਰਨੀਆਂ ਨੇ, ਠੀਕ ਹੈ ਜੀ। ਠੀਕ ਹੈ, ਉਹਨਾਂ ਨੇ ਪ੍ਰੈਜ਼ੀਡੈਂਟ ਨੇ ਐਕਟ ਕਰਨਾ ਔਨ ਏਡ ਐਂਡ ਐਡਵਾਈਸ ਆਫ ਦਾ ਯੂਨੀਅਨ ਕਾਉਂਸਲ ਆਫ ਮਿਨਿਸਟਰ, ਜਿਹਦੇ 'ਚ ਸਾਡੀ ਲਾਅ ਮਿਨਿਸਟਰੀ ਵੀ ਆ। ਬਟ ਜੇ ਤੁਹਾਨੂੰ ਕਿਹਾ ਜਾਂਦਾ ਕਿ ਅਪਾਇੰਟਮੈਂਟਸ ਆਰ ਮੇਡ ਬਾਈ ਪ੍ਰੈਜ਼ੀਡੈਂਟ ਤਾਂ ਉਹ ਸਟੇਟਮੈਂਟ ਬਿਲਕੁਲ ਠੀਕ ਆ। ਉਹਦੇ 'ਚ ਇਹ ਨਾ ਸੋਚਿਓ ਕਿ ਇਹਦੇ 'ਚ ਯੂਨੀਅਨ ਲਾਅ ਮਿਨਿਸਟਰੀ ਦਾ ਨਾਂ ਨਹੀਂ ਆਇਆ ਜਾਂ ਇਹਦੇ 'ਚ ਕੋਲੀਜੀਅਮ ਸਿਸਟਮ ਦਾ ਨਾਂ ਨਹੀਂ ਆਇਆ, ਕਿਉਂਕਿ ਉੱਥੇ ਗੱਲ ਹੋ ਰਹੀ ਹੈ ਫਾਈਨਲ ਅਪਾਇੰਟਮੈਂਟ ਦੀ। ਫਾਈਨਲ ਅਪਾਇੰਟਮੈਂਟ ਪ੍ਰੈਜ਼ੀਡੈਂਟ ਨਹੀਂ ਕਰਨੀ ਆ। ਫਿਰ ਆਪਾਂ ਗੱਲ ਕਰ ਲਈਏ ਕ੍ਰਿਟਿਸਿਜ਼ਮ ਦੀ। ਇਹਦੀ ਕ੍ਰਿਟੀਸਾਈਜ਼ ਕਿਉਂ ਕੀਤਾ ਜਾ ਰਿਹਾ, ਕਿਉਂ ਸਾਡੇ ਲਾਅ ਮਿਨਿਸਟਰ ਨੇ ਇਹਨੂੰ ਕ੍ਰਿਟੀਸਾਈਜ਼ ਕੀਤਾ, ਜਾਂ ਇਹਦੇ ਕੀ ਇਸ਼ੂਜ਼ ਨੇ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਕ੍ਰਿਟਿਸਿਜ਼ਮ ਫੇਸ ਕਰ ਰਿਹਾ। ਕਿਉਂ ਕਰ ਰਿਹਾ ਫੇਸ? ਪਹਿਲੀ ਗੱਲ ਆਪਾਂ ਗੱਲ ਕਰ ਲਈਏ ਇਹ ਕਹਿੰਦੇ ਵੀ ਚਾਂਸਸ ਆਫ ਨੈਪੋਟਿਜ਼ਮ। ਕਿਉਂ? ਕਿਉਂਕਿ ਜਿਹੜੀ ਕੋਲੀਜੀਅਮ ਦੀ ਵਰਕਿੰਗ ਆ ਨਾ, ਉਹ ਕਹਿੰਦੇ ਵੀ ਬਹੁਤ ਜ਼ਿਆਦਾ ਟਰਾਂਸਪੇਰੈਂਟ ਨਹੀਂ ਹੈ, ਓਪੇਕ ਆ ਬਿਲਕੁਲ। ਉਹ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਕਿਹੜੇ ਪੈਰਾਮੀਟਰਸ ਦੇ ਬੇਸਿਸ ਤੇ ਕਿਸੇ ਕੈਂਡੀਡੇਟ ਨੂੰ ਨੋਮੀਨੇਟ ਕਰ ਰਹੇ ਨੇ, ਠੀਕ ਹੈ ਜੀ। ਉਹਨਾਂ ਦੀਆਂ ਕੋਈ ਡਿਟੇਲਸ ਨਹੀਂ ਕਿਸੇ ਨਾਲ ਸ਼ੇਅਰ ਕਰਦੇ ਉਹ। ਆਰਟੀਆਈ ਵੀ ਬਹੁਤ ਜ਼ਿਆਦਾ ਕਹਿ ਲਓ ਵੀ ਜੇ ਆਰਟੀਆਈ ਇੰਪਲੀਮੈਂਟ ਕਹੀਏ ਨਾ ਆਪਾਂ ਜੁਡੀਸ਼ਰੀ ਤੇ ਜਾਂ ਸਾਡੇ ਸੁਪਰੀਮ ਕੋਰਟ ਦੀ ਵਰਕਿੰਗ ਤੇ, ਉਹ ਬਹੁਤ ਇਫੈਕਟਿਵਲੀ ਨਹੀਂ ਕੰਮ ਕਰ ਰਹੀ। ਬਹੁਤ ਲਿਮਟਿਡ ਐਪਲੀਕੇਸ਼ਨ ਆ ਆਰਟੀਆਈ ਦੀ ਉਹਦੇ ਤੇ, ਠੀਕ ਹੈ ਜੀ। ਜਿਹਦੇ ਕਰਕੇ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਪੈਰਾਮੀਟਰਸ ਨੇ ਜਿਨ੍ਹਾਂ ਦੇ ਬੇਸਿਸ ਤੇ ਕੈਂਡੀਡੇਟਸ ਦੀ ਨੋਮੀਨੇਸ਼ਨ ਤਿਆਰ ਕੀਤੀ ਜਾਂਦੀ ਆ। ਪਹਿਲੀ ਗੱਲ ਇਹ ਹੋਗੀ ਵੀ ਲੈਕ ਆਫ ਟਰਾਂਸਪੇਰੈਂਸੀ, ਤੇ ਦੂਸਰੀ ਗੱਲ ਜਿਹਦੇ ਕਰਕੇ ਟਰਾਂਸਪੇਰੈਂਸੀ ਹੈ ਨਹੀਂ ਗੀ, ਪਾਰਦਰਸ਼ਤਾ ਨਹੀਂ ਹੈ। ਇਹਦੇ 'ਚ ਆਪਾਂ ਟਰਾਂਸਪੇਰੈਂਸੀ ਨੂੰ ਕਹਿੰਦੇ ਪਾਰਦਰਸ਼ਤਾ। ਜਦੋਂ ਕਿਸੇ ਬੋਡੀ ਦੇ ਕੰਮ ਕਰਨ ਦੇ ਵਿੱਚ ਪਾਰਦਰਸ਼ਤਾ ਨਹੀਂ ਹੈ ਤਾਂ ਅਸੀਂ ਅਜ਼ਿਊਮ ਕਰ ਸਕਦੇ ਹਾਂ, ਅਸੀਂ ਮੰਨ ਸਕਦੇ ਹਾਂ ਵੀ ਉਹਦੀ ਜਿਹੜੀ ਵਰਕਿੰਗ ਆ ਉਹ ਬਹੁਤ ਵਧੀਆ ਨਹੀਂ ਹੋਊਗੀ। ਉਹਦੇ 'ਚ ਕਰਪਸ਼ਨ ਵੀ ਹੋ ਸਕਦੀ ਆ, ਉਹਦੇ 'ਚ ਭਾਈ ਭਤੀਜਾਵਾਦ ਵੀ ਹੋ ਸਕਦਾ, ਜਿਹਨੂੰ ਆਪਾਂ ਕਹਿੰਦੇ ਨੇ ਵੀ ਨੈਪੋਟਿਜ਼ਮ, ਠੀਕ ਹੈ ਜੀ। ਤੇ ਸਾਡੇ ਲਾਅ ਕਮਿਸ਼ਨ ਨੇ ਵੀ ਇਹਦੇ ਬਾਰੇ ਗੱਲ ਕੀਤੀ ਸੀ। ਉਹ ਕਹਿੰਦੇ ਸੀ ਅੰਕਲ ਜੱਜ ਸਿੰਡਰੋਮ, ਉਹਨਾਂ ਨੇ ਇੱਕ ਟਰਮ ਦਿੱਤੀ ਸੀ। ਇਹ ਤੁਸੀਂ ਮੇਨਸ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ, ਕਿਉਂਕਿ ਇਹ ਜਿਹੜੀ ਟਰਮ ਹੈ ਲਾਅ ਕਮਿਸ਼ਨ ਨੇ ਦਿੱਤੀ ਸੀ, ਅੰਕਲ ਜੱਜ ਸਿੰਡਰੋਮ। ਮਤਲਬ ਕਿ ਜਿਹੜੇ ਕੋਲੀਜੀਅਮ ਦਾ ਪਾਰਟ ਨੇ ਉਹ ਆਪਣੇ ਜੋ ਉਹਨਾਂ ਦੇ ਨੂਨ ਨੇ ਕੁਝ ਉਹਨਾਂ ਨੂੰ ਹੀ ਨੋਮੀਨੇਟ ਕਰੀ ਜਾ ਰਹੇ ਨੇ, ਠੀਕ ਹੈ ਜੀ। ਉਹਨੂੰ ਆਪਾਂ ਕਹਿੰਦੇ ਨੇ ਨੈਪੋਟਿਜ਼ਮ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਭਾਈ ਭਤੀਜਾਵਾਦ, ਠੀਕ ਹੈ ਜੀ। ਫਿਰ ਆਪਣੇ ਕੋਲ ਹੈਗਾ ਸਲੋ ਪੇਸ ਆਫ ਅਪਾਇੰਟਮੈਂਟਸ। ਜੋ ਕੋਲੀਜੀਅਮ ਦਾ ਕੰਮ ਕਰਨ ਦਾ ਤਰੀਕਾ ਨਾ ਉਹ ਬਹੁਤ ਠੰਡਾ ਚੱਲਦਾ। ਠੰਡਾ ਕਿਉਂ ਚੱਲਦਾ? ਕਿਉਂਕਿ ਇੱਥੇ ਕੋਈ ਟਾਈਮ ਲਿਮਿਟ ਨਹੀਂ ਹੈ ਕਿ ਇੰਨੇ ਟਾਈਮ ਦੇ ਵਿੱਚ ਇਹਨਾਂ ਨੇ ਰਿਕਮੈਂਡੇਸ਼ਨਸ ਫਰੇਮ ਕਰਨੀਆਂ ਨੇ, ਤੇ ਨਾ ਹੀ ਕੋਈ ਟਾਈਮ ਲਿਮਿਟ ਸਾਡੀ ਲਾਅ ਮਿਨਿਸਟਰੀ ਵਾਸਤੇ ਵੀ ਉਹਨਾਂ ਨੇ ਉਹਨਾਂ ਰਿਕਮੈਂਡੇਸ਼ਨਸ ਦੇ ਉੱਪਰ ਕਿੰਨੇ ਟਾਈਮ ਦੇ ਵਿੱਚ ਆਪਣੀਆਂ ਅਪਰੂਵਲ ਦੇਣੀਆਂ ਜਾਂ ਡਿਸਅਪਰੂਵ ਕਰਨਾ ਉਹਨੂੰ, ਠੀਕ ਹੈ ਜੀ। ਇਹੀ ਕਾਰਨ ਆ ਕਿ ਬਹੁਤ ਸਾਰੀਆਂ ਜੋ ਅਪਾਇੰਟਮੈਂਟਸ ਨੇ, ਕਈ ਵਾਰ ਹੁੰਦਾ ਕਿ ਕੋਲੀਜੀਅਮ ਨੇ ਲਿਸਟ ਭੇਜਤੀ ਬਟ ਲਾਅ ਮਿਨਿਸਟਰੀ ਨੇ ਉਹਦੇ ਤੇ ਕੋਈ ਐਕਟ ਹੀ ਨਹੀਂ ਕੀਤਾ। ਉਹਦੇ ਨਾਲ ਕੀ ਹੁੰਦਾ, ਬਹੁਤ ਸਾਰੇ ਜਿਹੜੇ ਕੈਪੇਬਲ ਜੱਜਸ ਨੇ ਜਿਨ੍ਹਾਂ ਦਾ ਨਾਮ ਰਿਕਮੈਂਡ ਕੀਤਾ ਉਹ ਇੰਨਾ ਟਾਈਮ ਵੇਟ ਕਰਦੇ ਕਰਦੇ ਆਪਣਾ ਨਾਮ ਵਾਪਸ ਲੈ ਲੈਂਦੇ ਨੇ। ਤੇ ਇਹੀ ਪਿੱਛੇ ਜੇ ਸਾਡੇ ਹੁਣ ਪ੍ਰੈਜ਼ੈਂਟ ਸਾਡੇ ਚੰਦਰਚੂੜ ਜੀ ਜੋ ਚੀਫ ਜਸਟਿਸ ਆਫ ਇੰਡੀਆ ਨੇ, ਉਹਨਾਂ ਨੇ 2-3 ਦਿਨ ਪਹਿਲਾਂ ਹੀ ਸਟੇਟਮੈਂਟ ਦਿੱਤੀ ਸੀ ਕਿ ਜਦੋਂ ਉਹਨਾਂ ਨੂੰ ਬੰਬੇ ਹਾਈ ਕੋਰਟ ਦਾ ਚੀਫ ਜਸਟਿਸ ਅਪਾਇੰਟ ਕੀਤਾ ਜਾਣਾ ਸੀ ਨਾ, ਤਾਂ ਉਹਨਾਂ ਨੇ ਇੱਕ ਵਾਰੀ ਆਪਣਾ ਨਾਮ ਵਾਪਸ ਲੈ ਲਿਆ ਸੀ। ਕਿਉਂ? ਕਿਉਂਕਿ ਟਾਈਮ ਬਹੁਤ ਪੈ ਗਿਆ ਸੀ ਉਹਨਾਂ ਦਾ ਨਾਮ ਰਿਕਮੈਂਡ ਕੀਤੇ ਨੂੰ, ਤੇ ਜਿੰਨੇ ਟਾਈਮ 'ਚ ਉਹਨਾਂ ਨੇ ਸਾਡੀ ਮਿਨਿਸਟਰੀ ਨੇ ਉਹ 'ਤੇ ਐਕਟ ਕੀਤਾ 3-4 ਸਾਲ ਦਾ ਟਾਈਮ ਪੈ ਗਿਆ ਸੀ ਉਹਦੇ 'ਚ। ਤਾਂ ਇੰਨੇ ਟਾਈਮ 'ਚ ਉਹਨਾਂ ਨੇ ਆਪਣਾ ਨਾਮ ਵਾਪਸ ਲੈਣ ਦੀ ਸੋਚ ਲਈ ਸੀ, ਬਟ
ਕੋਈ ਹੋਰ ਜਿਵੇਂ ਕਹਿ ਲਓ ਉਹਨਾਂ ਦਾ ਕੋਈ ਨੋਨ ਹੋਣਾ ਜਾਂ ਸੀਨੀਅਰ ਜੱਜ ਸੀ, ਉਹਨਾਂ ਨੇ ਸਮਝਾਇਆ ਕਿ ਨਹੀਂ ਕੋਈ ਨਹੀਂ, ਤੇ ਅੱਜ ਉਹ ਚੀਫ ਜਸਟਿਸ ਆਫ ਇੰਡੀਆ ਨੇ, ਠੀਕ ਹੈ ਜੀ। ਤੇ ਇਹਦੇ ਕਰਕੇ ਕਹਿ ਲਓ ਵੀ ਬਹੁਤ ਜੋ ਅਪਾਇੰਟਮੈਂਟਸ ਨੇ ਉਹ ਡਿਲੇ ਹੁੰਦੀਆਂ ਰਹਿੰਦੀਆਂ ਨੇ, ਜਿਹਦੇ ਨਾਲ ਪੈਂਡੈਂਸੀ ਆਫ ਕੇਸਿਸ ਬਹੁਤ ਜ਼ਿਆਦਾ ਗਈ। ਉਹ ਚਾਹੇ ਅਸੀਂ ਹਾਈ ਕੋਰਟ ਦੀ ਗੱਲ ਕਰ ਲਈਏ, ਚਾਹੇ ਸੁਪਰੀਮ ਕੋਰਟ ਦੀ ਗੱਲ ਕਰ ਲਈਏ, ਬਹੁਤ ਜ਼ਿਆਦਾ ਕੇਸ ਪੈਂਡਿੰਗ ਪਏ ਨੇ ਜੁਡੀਸ਼ਰੀ ਦੇ ਮੂਹਰੇ। ਉਹਦਾ ਇੱਕ ਕਾਰਨ ਆਪਾਂ ਇਹ ਮੰਨ ਸਕਦੇ ਹਾਂ, ਠੀਕ ਹੈ, ਕਾਰਨ ਹੋਰ ਵੀ ਬਹੁਤ ਨੇ ਪੈਂਡੈਂਸੀਜ਼ ਦੇ। ਇੱਕ ਕਾਰਨ ਆਪਾਂ ਇਹ ਮੰਨ ਸਕਦੇ ਹਾਂ ਵੀ ਰਿਕੁਆਇਰਡ ਸਟਰੈਂਥ ਆ ਜਿਹੜੀ ਜੱਜਿਸ ਦੀ ਉਹ ਹੈ ਨਹੀਂ ਗੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਵੀ। ਜਿਵੇਂ ਹੁਣ ਪ੍ਰੈਜ਼ੈਂਟ 34 ਜੱਜਿਸ ਦੀ ਸਟਰੈਂਥ ਆ, 33+1, ਬਟ ਜੋ ਰਿਕਮੈਂਡਡ ਸਟਰੈਂਥ ਆ, ਬਟ ਜੋ ਪ੍ਰੈਜ਼ੈਂਟ ਸਾਡੇ ਜੱਜਿਸ ਨੇ ਉਹ ਆਈ ਥਿੰਕ 31 ਨੇ। ਉਹਦੇ 'ਚ ਵੀ 2-3 ਅਪਾਇੰਟਮੈਂਟਸ ਹੋਰ ਵਾਲੇ ਹੋ ਸਕਦੀਆਂ ਨੇ। ਇਸੇ ਤਰ੍ਹਾਂ ਹਾਈ ਕੋਰਟਸ ਤੇ ਵੀ ਬਹੁਤ ਸਾਰੀਆਂ ਜੋ ਉਹਨਾਂ ਦੀਆਂ ਕਹਿ ਲਓ ਵੀ ਸਟਰੈਂਥ ਆ ਉਹ ਪੂਰੀ ਨਹੀਂ ਹੈਗੀ, ਜਿਹਦੇ ਕਰਕੇ ਪੈਂਡੈਂਸੀਜ਼ ਹੈਗੀਆਂ ਨੇ। ਪੈਂਡੈਂਸੀਜ਼ ਦੇ ਬਹੁਤ ਹੋਰ ਕਾਰਨ ਨੇ, ਉਹ ਆਪਾਂ ਪੋਲਿਟੀ 'ਚ ਡਿਸਕਸ ਕਰਾਂਗੇ ਕਿ ਹੋਰ ਕਿਹੜੇ ਕਾਰਨ ਨੇ। ਫਿਰ ਇੱਕ ਗੱਲ ਆਉਂਦੀ ਆ, ਇਟ ਇਜ਼ ਅਗੇਂਸਟ ਦ ਵਰਕਿੰਗ ਆਫ ਕੋਲੀਜੀਅਮ ਇਜ਼ ਅਗੇਂਸਟ ਦ ਸਿਸਟਮ ਆਫ ਚੈਕਸ ਐਂਡ ਬੈਲੈਂਸਿਸ। ਜਦੋਂ ਅਸੀਂ ਪੋਲੀਟੀਕਲ ਸੈਟਅਪ ਦੀ ਗੱਲ ਕਰਦੇ ਹਾਂ ਨਾ, ਜਿਹਦੇ 'ਚ ਸਾਡੇ 3 ਮੇਨ ਆਰਗਨ ਨੇ, ਐਗਜ਼ੀਕਿਊਟਿਵ ਹੈ, ਜੁਡੀਸ਼ਰੀ ਹੈ ਤੇ ਲੈਜਿਸਲੇਚਰ ਹੈ। ਇਹਨਾਂ ਤਿੰਨਾਂ ਦੇ ਵਿੱਚ ਨਾ ਇੱਕ ਪ੍ਰਿੰਸੀਪਲ ਹੈ ਚੈਕਸ ਐਂਡ ਬੈਲੈਂਸਿਸ ਦਾ। ਮਤਲਬ ਇਹ ਤਿੰਨੋਂ ਇੱਕ ਦੂਜੇ ਦੇ ਕੁਛ ਨਾ ਕੁਛ ਚੈੱਕ ਰੱਖਦੇ ਨੇ, ਉਹਨਾਂ ਨੂੰ ਕੰਟਰੋਲ ਕਰਦੇ ਨੇ। ਪਲੱਸ ਜਿੱਥੇ ਇੱਕ ਬਾਡੀ ਕੋਈ ਕੰਮ ਘੱਟ ਕਰ ਰਹੀ ਆ ਜਾਂ ਕੰਮ ਨਹੀਂ ਕਰ ਰਹੀ, ਉਹਨੂੰ ਬੈਲੈਂਸ ਵੀ ਪ੍ਰੋਵਾਈਡ ਕਰ ਰਹੇ ਨੇ। ਮਤਲਬ ਦੂਸਰੀ ਬਾਡੀ ਉਹਦੇ ਬੇਸਿਸ ਤੇ ਐਕਟ ਕਰ ਲੈਂਦੀ ਆ, ਠੀਕ ਹੈ ਜੀ। ਦੈਟ ਇਜ਼ ਕਾਲਡ ਐਸ ਚੈਕਸ ਐਂਡ ਬੈਲੈਂਸਿਸ। ਚੈੱਕ ਦਾ ਮਤਲਬ ਹੁੰਦਾ ਕਿ ਇੱਕ ਬਾਡੀ ਦੂਸਰੀ ਬਾਡੀ ਨੂੰ ਰੋਕਦੀ ਹੈ ਕਿ ਉਹ ਆਪਣੀ ਜੁਰਿਸਡਿਕਸ਼ਨ ਤੋਂ ਬਾਹਰ ਜਾ ਕੇ ਕੰਮ ਨਾ ਕਰੇ, ਠੀਕ ਹੈ ਜੀ। ਬੈਲੈਂਸ ਦਾ ਮਤਲਬ ਆ ਵੀ ਜਦੋਂ ਕੋਈ ਬਾਡੀ ਆਪਣਾ ਰਿਕੁਆਇਰਡ ਕੰਮ ਨਹੀਂ ਕਰ ਰਹੀ ਤਾਂ ਜਿਹੜੀ ਦੂਸਰੀ ਬਾਡੀ ਆ ਉਹ ਉਹਨੂੰ ਕੰਮ ਕਰਨ ਲਈ ਕਹਿ ਸਕਦੀ ਹੈ ਜਾਂ ਉਹਦਾ ਕੰਮ ਖੁਦ ਕਰ ਸਕਦੀ ਆ। ਇਹਨੂੰ ਆਪਾਂ ਡਿਟੇਲ 'ਚ ਕਰਾਂਗੇ ਪੋਲਿਟੀ ਦੇ ਵਿੱਚ, ਬਸ ਇਹਨਾਂ ਧਿਆਨ ਰੱਖ ਲਓ ਚੈਕਸ ਐਂਡ ਬੈਲੈਂਸਿਸ। ਤੇ ਇਹ ਸਿਸਟਮ ਆ ਜੋ ਕੋਲੀਜੀਅਮ ਦਾ, ਇਹ ਕਹਿੰਦੇ ਚੈਕਸ ਐਂਡ ਬੈਲੈਂਸਿਸ ਦੇ ਅਗੇਂਸਟ ਆ। ਕਿਉਂ ਅਗੇਂਸਟ ਆ? ਬਿਕੋਜ਼ ਇਹ ਐਗਜ਼ੀਕਿਊਟਿਵ ਦੀ ਪਾਰਟਿਸਿਪੇਸ਼ਨ ਨੂੰ ਬਿਲਕੁਲ ਪ੍ਰੀਵੈਂਟ ਕਰ ਦਿੰਦਾ ਕੋਲੀਜੀਅਮ ਤੱਕ। ਜਦੋਂ ਆਪਾਂ ਨੋਮੀਨੇਸ਼ਨਸ ਦੀ ਗੱਲ ਕਰਦੇ ਹਾਂ, ਠੀਕ ਹੈ, ਜਦੋਂ ਨੋਮੀਨੇਸ਼ਨਸ ਇੱਕ ਵਾਰੀ ਫਾਈਨਲ ਹੋ ਗਏ ਉਦੋਂ ਬਾਅਦ ਐਗਜ਼ੀਕਿਊਟਿਵ ਦਾ ਸਾਰਾ ਰੋਲ ਐਗਜ਼ੀਕਿਊਟਿਵ ਦਾ ਹੀ ਆ। ਬਟ ਨੋਮੀਨੇਸ਼ਨਸ ਮੇਕ ਕਰਨ ਤੱਕ, ਨੋਮੀਨੇਸ਼ਨਸ ਦੀ ਲਿਸਟ ਤਿਆਰ ਕਰਨ ਤੱਕ ਐਗਜ਼ੀਕਿਊਟਿਵ ਦੇ ਰੋਲ ਨੂੰ 100% ਰਿਸਟ੍ਰਿਕਟ ਕਰਦਾ ਕੋਲੀਜੀਅਮ, ਠੀਕ ਹੈ ਜੀ। ਦੈਟਸ ਵਾਈ ਚੈਕਸ ਐਂਡ ਬੈਲੈਂਸਿਸ ਦਾ ਜੋ ਪ੍ਰਿੰਸੀਪਲ ਆ ਉਹ ਅਫੈਕਟ ਹੋ ਰਿਹਾ। ਤੇ ਫਿਰ ਇਹਦੇ 'ਚ ਇੱਕ ਕੰਸਰਨ ਹੋਰ ਵੀ ਹੈ, ਕਹਿੰਦੇ ਵੀ ਜਿਹੜੀ ਇਹਦੇ 'ਚ ਜੇ ਆਪਾਂ ਸਾਡੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਿਸ ਦੀ ਗੱਲ ਕਰ ਲਈ ਨਾ, ਉਹ 'ਚ ਵਿਮਨ ਪਾਰਟਿਸਿਪੇਸ਼ਨ ਬਹੁਤ ਘੱਟ ਆ। ਨੰਬਰ ਆਫ ਵਿਮਨ ਜੱਜਿਸ ਆ ਨਾ ਜੋ, ਉਹ ਬਹੁਤ ਥੋੜਾ ਗਾ। ਉਹ ਵੀ ਇਹਦੇ ਕ੍ਰਿਟਿਸਿਜ਼ਮ ਦਾ, ਇਹਦੇ ਲਈ ਕ੍ਰਿਟਿਸਿਜ਼ਮ ਦਾ ਇੱਕ ਗਰਾਊਂਡ ਬਣਦਾ ਕਿ ਵਿਮਨ ਜੱਜਿਸ ਨੂੰ ਨੋਮੀਨੇਟ ਨਹੀਂ ਕਰ ਰਹੇ, ਠੀਕ ਹੈ ਜੀ। ਉਹਦਾ ਕਾਰਨ ਹੋਰ ਵੀ ਹੋ ਸਕਦੇ ਨੇ ਕਿ ਨੋਮੀਨੇਟ ਕਿਉਂ ਨਹੀਂ ਕਰ ਰਹੇ, ਸ਼ਾਇਦ ਸਾਡੇ ਉੱਦਾਂ ਦੇ ਘੱਟ ਹੋਣ, ਹੈ ਨਾ, ਘੱਟ ਹੋਣਗੇ। ਤੇ ਪਰ ਇਹ ਇੱਕ ਉਹਦਾ ਗਰਾਊਂਡ ਆਫ ਕ੍ਰਿਟਿਸਿਜ਼ਮ ਹੈ। ਤੇ ਫਿਰ ਇੱਕ ਇਹਦੇ ਨਾਲ ਰਿਲੇਟਡ ਨਿਊਜ਼ ਹੈ, ਦੈਟ ਇਜ਼ NJAC, ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟਸ ਕਮਿਸ਼ਨ। ਇਹ 2016 ਦੇ ਵਿੱਚ ਫਰੇਮ ਕੀਤਾ ਗਿਆ ਸੀ। ਕਿਉਂ ਕੀਤਾ ਗਿਆ ਸੀ? ਇਹ ਕੋਲੀਜੀਅਮ ਨੂੰ ਰਿਪਲੇਸ ਕਰਨ ਵਾਸਤੇ ਕੀਤਾ ਗਿਆ ਸੀ। 99th ਕਨਸਟੀਟਿਊਸ਼ਨਲ ਅਮੈਂਡਮੈਂਟ ਕਰਕੇ ਕਨਸਟੀਟਿਊਸ਼ਨ ਦਾ ਪਾਰਟ ਬਣਾਤਾ ਸੀ ਕਿ ਜਿਹੜੀਆਂ ਹੁਣ ਤੋਂ ਜੁਡੀਸ਼ੀਅਲ ਅਪਾਇੰਟਮੈਂਟਸ ਹੋਣਗੀਆਂ ਉਹਨਾਂ ਨੂੰ ਇੱਕ ਸੈਪਰੇਟ ਬਾਡੀ ਕਰੂਗੀ। ਕਿਹੜੀ ਬਾਡੀ ਹੋਊ? ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟਸ ਕਮਿਸ਼ਨ, ਜਿਹਨੂੰ NJAC ਕਿਹਾ ਜਾਂਦਾ ਸੀ। ਬਟ ਸੁਪਰੀਮ ਕੋਰਟ ਨੇ ਉਸ ਅਮੈਂਡਮੈਂਟ ਨੂੰ ਸਟਰਕ ਡਾਊਨ ਕਰਤਾ ਸੀ, ਠੀਕ ਹੈ ਜੀ। ਕਹਿੰਦੇ ਇਹ ਨਲ ਐਂਡ ਵੋਇਡ ਹੈ, ਇਹ ਗਲਤ ਹੈ, ਇਹ ਸਾਡੇ ਜੋ ਬੇਸਿਕ ਪ੍ਰਿੰਸੀਪਲਸ ਨੇ ਸਾਡੀ ਪੋਲੀਟੀਕਲ ਸਿਸਟਮ ਦੇ ਜਾਂ ਸਾਡੇ ਪਾਰਲੀਮੈਂਟਰੀ ਸਿਸਟਮ ਦੇ, ਉਹਨਾਂ ਦੇ ਕਹਿੰਦੇ ਅਗੇਂਸਟ ਹੈ ਇਹ, ਠੀਕ ਹੈ ਜੀ। ਤਾਂ ਜੋ NJAC ਆ ਉਹਨੂੰ ਸੁਪਰੀਮ ਕੋਰਟ ਨੇ ਸਟਰਕ ਡਾਊਨ ਕਰਤਾ ਸੀ ਉਦੋਂ, ਤਾਂ ਇਹ ਹੁਣ ਐਗਜ਼ਿਸਟੈਂਸ ਦੇ ਵਿੱਚ ਨਹੀਂ ਹੈਗਾ। ਬਟ ਇਹ ਰਿਲੇਟਡ ਨਿਊਜ਼ ਇਹਦੇ ਨਾਲ ਹੈਗਾ ਇੱਕ ਟੌਪਿਕ, ਤਾਂ ਮੈਂ ਤੁਹਾਨੂੰ ਦੱਸਿਆ ਇਹਦੇ ਬਾਰੇ, ਠੀਕ ਹੈ ਜੀ। ਤੇ ਨੈਕਸਟ ਸਾਡਾ ਜੋ, ਵੈਸੇ ਟਾਈਮ ਕਾਫੀ ਹੋ ਗਿਆ, ਦੋਨੋਂ ਟੌਪਿਕ ਲੈਂਦੀ ਸੀਗੇ ਇਹ। ਹਾਂਜੀ ਹਾਂਜੀ ਮਨਦੀਪ ਜੀ ਬਹੁਤ ਡੇਟਾ ਪ੍ਰੋਵਾਈਡ ਕਰ ਰਹੇ ਨੇ, ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਸਾਡੇ ਮੇਨਸ ਪੁਆਇੰਟ ਆਫ ਵਿਊ ਤੋਂ, ਮੇਨਸ ਦੇ ਵਿੱਚ ਆਨਸਰ ਰਾਈਟਿੰਗ 'ਚ ਬਹੁਤ ਹੈਲਪ ਕਰੂਗਾ ਇੱਦਾਂ ਦਾ ਡੇਟਾ ਜਦੋਂ ਅਸੀਂ ਇਹਦੀ ਗੱਲ ਕਰਾਂਗੇ। ਤੇ ਹੁਣ ਚਲੋ ਲਾਸਟ ਟੌਪਿਕ ਆਪਾਂ ਇਹਦੇ ਬਾਰੇ ਡਿਸਕਸ ਕਰ ਹੀ ਲੈਂਦੇ ਆ, ਦੈਟ ਇਜ਼ SARS-3 ਰੇਡੀਓ ਟੈਲੀਸਕੋਪ। ਇਹ ਰੀਸੈਂਟਲੀ ਨਿਊਜ਼ ਦੇ ਵਿੱਚ ਕਿਉਂ ਆ? ਕਿਉਂਕਿ ਕੁਝ ਸਾਇੰਟਿਸਟ ਨੇ, ਕੁਝ ਰਿਸਰਚਰਸ ਨੇ, ਉਹਨਾਂ ਨੇ ਨਾ SARS-3 ਟੈਲੀਸਕੋਪ ਹੈ ਜੋ, ਉਹਦੇ ਡੇਟਾ ਨੂੰ ਯੂਜ਼ ਕਰਕੇ ਕੁਝ ਕਲੂਜ਼ ਪ੍ਰੋਵਾਈਡ ਕੀਤੇ ਨੇ ਅਬਾਊਟ ਵਟ, ਅਬਾਊਟ એનર્ਜੀ ਆਊਟਪੁੱਟ, ਅਬਾਊਟ ਮਾਸਿਸ ਐਂਡ ਲੂਮੀਨੋਸਿਟੀ ਆਫ ਦਾ ਫਸਟ ਜਨਰੇਸ਼ਨ ਗਲੈਕਸੀਜ਼। ਜਿਵੇਂ ਸਾਨੂੰ ਪਤਾ ਵੀ ਬਹੁਤ ਸਾਰੀਆਂ ਗਲੈਕਸੀਜ਼ ਨੇ ਸਾਡੇ ਯੂਨੀਵਰਸ ਦੇ ਵਿੱਚ, ਠੀਕ ਹੈ ਜੀ, ਜਿਹੜੀਆਂ ਕਹਿੰਦੇ ਵੀ ਜਦੋਂ ਬਿਗ ਬੈਂਗ ਹੋਇਆ ਉਦੋਂ ਬਾਅਦ ਜਿਹੜੀਆਂ ਕੁਝ ਫਸਟ ਜਨਰੇਸ਼ਨ ਗਲੈਕਸੀਜ਼ ਬਣੀਆਂ, ਅਰਲੀਐਸਟ ਫੇਜ਼ ਦੇ ਵਿੱਚ ਜਿਹੜੀਆਂ ਗਲੈਕਸੀਜ਼ ਬਣੀਆਂ,
ਜਾਂ ਜਿਵੇਂ ਕਹਿ ਲਓ origin of the universe ਦੀ ਗੱਲ ਕਰ ਲਈਏ ਵੀ ਉਹਦੇ ਰਿਲੇਟਡ ਇਹ ਸਟੱਡੀ ਆ, ਠੀਕ ਹੈ ਜੀ। ਸਾਡੇ ਲਈ ਇੰਪੋਰਟੈਂਟ ਇੰਨਾ ਗਾ, ਬਸ ਤੁਸੀਂ ਧਿਆਨ ਰੱਖਿਓ ਵੀ SARS-3 ਟੈਲੀਸਕੋਪ ਆ ਜੋ ਉਹ ਕਾਹਦੇ ਉਹ ਹੈ, ਕਿੱਥੇ ਲੋਕੇਟਡ ਆ, ਉਹ ਕਿੰਨਾ ਨੇ ਉਹ ਤਿਆਰ ਕੀਤਾ ਤੇ ਉਹਦਾ ਕੰਮ ਕੀ ਆ, ਠੀਕ ਹੈ ਜੀ। ਉਹਦਾ ਕੰਮ ਹੈ ਵੀ ਜੋ ਸਾਡਾ ਯੂਨੀਵਰਸ ਆ ਨਾ ਉਹਦੀ origin ਬਾਰੇ ਕੁਝ ਸਟੱਡੀ ਕਰਨੀ ਆ, ਉਹਦੇ ਰਿਲੇਟਡ ਰਿਸਰਚ ਕਰ ਰਿਹਾ ਇਹ। ਤੇ ਜੋ ਫਸਟ ਜਨਰੇਸ਼ਨ ਗਲੈਕਸੀਜ਼ ਨੇ ਉਹਨਾਂ ਬਾਰੇ ਕੁਝ ਇਨਫੋਰਮੇਸ਼ਨ ਹੁਣ ਇਹਦੇ ਡੇਟਾ ਦੇ ਬੇਸਿਸ ਤੇ ਰੀਸੈਂਟਲੀ ਰਿਸਰਚਰਸ ਨੇ ਪ੍ਰੋਵਾਈਡ ਕੀਤੀ ਆ। ਦੈਟਸ ਵਾਈ SARS-3 ਟੈਲੀਸਕੋਪ ਇਜ਼ ਇਨ ਨਿਊਜ਼। ਤੇ ਸਾਡੇ ਲਈ ਇੰਪੋਰਟੈਂਟ ਇਹ ਆ ਕਿਉਂਕਿ ਇਹ SARS-3 ਟੈਲੀਸਕੋਪ ਆ ਇੰਡੀਅਨ origin ਦਾ, ਇੰਡੀਆ ਦਾ ਟੈਲੀਸਕੋਪ ਆ ਇਹ, ਠੀਕ ਹੈ ਜੀ। ਹੈ ਕੀ ਆ ਇਹ? SARS ਇਜ਼ ਅ ਨਿਸ਼ ਦਾ ਮਤਲਬ ਹੁੰਦਾ ਛੋਟਾ, ਹਲੇ ਬਹੁਤ ਮਤਲਬ ਕਿ ਜ਼ਿਆਦਾ ਡਿਵੈਲਪ ਨਹੀਂ ਹੋਇਆ, ਜਾਂ ਕਹਿ ਲਓ ਵੀ ਬਹੁਤ ਜ਼ਿਆਦਾ ਜਿਹਨੂੰ ਆਪਾਂ ਕਹਿ ਲਈਏ ਵੀ ਨਿਸ਼ ਦਾ ਮਤਲਬ ਹੁੰਦਾ ਜਿਹੜਾ ਆਪਣੀ ਅਰਲੀ ਸਟੇਜ ਦੇ ਵਿੱਚ ਹੋਵੇ, ਠੀਕ ਹੈ ਜੀ। ਹਾਈ ਰਿਸਕ ਐਂਡ ਹਾਈ ਗੇਨ, ਮਤਲਬ ਜਦੋਂ ਆਪਾਂ ਗੇਨ ਦੀ ਗੱਲ ਕਰਾਂਗੇ ਜਿੱਥੇ ਜ਼ਿਆਦਾ ਰਿਸਕ ਹੋਊ ਉੱਥੇ ਗੇਨ ਵੀ ਉੱਥੇ ਹੀ ਜ਼ਿਆਦਾ ਹੋ ਸਕਦਾ ਹੈ ਨਾ। ਜੇ ਆਪਾਂ ਰਿਸਕ ਹੀ ਨਹੀਂ ਲਵਾਂਗੇ ਫਿਰ ਆਪਾਂ ਕੁਝ ਪ੍ਰਾਪਤ ਕਰਨ ਦੀ, ਜੇ ਉਹਨੂੰ ਕਹਿ ਲਈ ਵੀ ਘਰੇ ਬੈਠੀ ਸਾਰਾ ਕੁਝ ਹੋ ਜੇ, ਨਹੀਂ ਹੁੰਦਾ, ਆਪਾਂ ਨੂੰ ਘਰੋਂ ਬਾਹਰ ਨਿਕਲਣਾ ਹੀ ਪੈਣਾ ਹੈ ਨਾ। ਥੋੜਾ ਬਹੁਤ ਰਿਸਕ ਲੈਣਾ ਪਊ, ਫੇਰ ਹੀ ਕੁਝ ਨਾ ਕੁਝ ਸਾਨੂੰ ਬੈਨੀਫਿਟਸ ਹੋਣਗੇ। ਉਹੀ ਇਹਦਾ ਵੀ ਹਾਈ ਰਿਸਕ ਹਾਈ ਗੇਨ ਐਕਸਪੈਰੀਮੈਂਟਲ ਐਫਰਟ ਆ, ਐਕਸਪੈਰੀਮੈਂਟ ਪਰਪਸ ਤੇ ਹੀ ਕਰ ਰਹੇ ਆ ਆਪਾਂ ਇਹ, ਠੀਕ ਹੈ ਜੀ। ਕੌਣ ਕਰ ਰਿਹਾ ਇਹ? ਰਮਨ ਰਿਸਰਚ ਇੰਸਟੀਚਿਊਟ ਇੰਡੀਆ ਦਾ। ਵੈਰੀ ਇੰਪੋਰਟੈਂਟ ਗਾਇਜ਼, ਧਿਆਨ ਰੱਖਿਓ। SARS-3 ਟੈਲੀਸਕੋਪ ਆ ਜੋ ਇਹ ਕਿਹੜੀ ਬੋਡੀ ਦਾ ਗਾ? ਇਟ ਇਜ਼ ਆਫ ਰਮਨ ਰਿਸਰਚ ਇੰਸਟੀਚਿਊਟ RRI। ਤੇ ਇਹ ਫਸਟ ਟੈਲੀਸਕੋਪ ਆ ਵਰਲਡ ਵਾਈਡ ਦਾ ਜਿਹੜਾ ਰੀਚ ਕੀਤਾ ਰਿਕੁਆਇਰਡ ਸੈਂਸਿਟੀਵਿਟੀ, ਮਤਲਬ ਜਿਹੜੀ ਆਪਾਂ ਰਿਸਰਚ ਕਰਨੀ ਆ ਨਾ ਉਹਦੇ ਲਈ ਜਿੰਨੀ ਆਪਾਂ ਨੂੰ ਸੈਂਸਿਟੀਵਿਟੀ ਚਾਹੀਦੀ ਆ, ਜਿੰਨੀ ਪਰਫੈਕਸ਼ਨ ਚਾਹੀਦੀ ਆ, ਉਹਨੂੰ ਰੀਚ ਕਰਨ ਵਾਲਾ ਪਹਿਲਾ ਟੈਲੀਸਕੋਪ ਆ ਇਹ ਵਰਲਡ ਦਾ। ਜਿਹੜੀਆਂ ਸਾਡੀਆਂ ਆਊਟਰ ਸਪੇਸ ਜਾਂ ਆਪਾਂ ਕਹਿ ਲਈਏ ਯੂਨੀਵਰਸ ਦੇ ਰਿਗਾਰਡਿੰਗ, ਉਹਦੇ origin ਆਫ ਯੂਨੀਵਰਸ ਦੇ ਰਿਗਾਰਡਿੰਗ ਜੋ ਰਿਸਰਚ ਆ ਉਹਦੇ ਕੰਸਰਨਡ ਜੋ ਜਿੰਨੀ ਰਿਕੁਆਇਰਡ ਸੈਂਸਿਟੀਵਿਟੀ ਆ, ਉਹ ਸੈਂਸਿਟੀਵਿਟੀ ਨੂੰ ਰੀਚ ਕਰਨ ਵਾਲਾ ਪਹਿਲਾ ਟੈਲੀਸਕੋਪ ਆ ਵਰਲਡ ਦਾ। ਧਿਆਨ ਰੱਖਿਓ ਜੀ, ਇਹ ਵੈਰੀ ਇੰਪੋਰਟੈਂਟ। ਤੇ ਆਹ ਟੈਲੀਸਕੋਪ ਦੀ ਇਮੇਜ ਆ ਜੀ, ਇਹ ਇੱਕ ਵਾਟਰ ਬੋਡੀ ਦੇ ਵਿੱਚ ਪਲੇਸ ਕੀਤਾ ਹੋਇਆ, ਤੇ ਦੱਸਦਾ ਮੈਂ ਤੁਹਾਨੂੰ ਕਿੱਥੇ ਲੋਕੇਟਡ ਆ ਇਹ, ਠੀਕ ਹੈ ਜੀ। Where is it located? Deployed over ਡੰਡੀ ਗਨਾਹਾਲੀ ਲੇਕ, ਠੀਕ ਹੈ ਜੀ। ਇਹ ਲੇਕ ਹੈ ਇੱਕ, ਐਂਡ ਸਾਰਾਵਤੀ ਬੈਕ ਵਾਟਰਸ, ਕਿੱਥੇ ਨੇ ਇਹ? ਕਰਨਾਟਕ ਦੇ ਵਿੱਚ ਨੇ। 2020 ਚ ਆਪਾਂ ਇਹ ਪਲੇਸ ਕੀਤਾ। ਲੇਕ ਦਾ ਨਾਮ ਧਿਆਨ ਰੱਖਿਓ, ਦੰਦੀ ਗਨਾਹਾਲੀ ਲੇਕ ਐਂਡ ਸ਼ਾਰਾਵਤੀ ਬੈਕ ਵਾਟਰਸ, ਥੀਸ ਆਰ ਇਨ ਕਰਨਾਟਕਾ। ਵੈਰੀ ਇੰਪੋਰਟੈਂਟ। ਜੇ ਤੁਹਾਨੂੰ ਜਿਵੇਂ ਕਹਿ ਲਓ SARS ਦੇ ਰਿਗਾਰਡਿੰਗ ਡਾਇਰੈਕਟ ਕੁਐਸਚਨ ਨਹੀਂ ਪੁੱਛਿਆ ਜਾਂਦਾ ਤਾਂ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਕਿ ਦੰਦੀ ਗਨਾਹਾਲੀ ਲੇਕ ਵਾਜ਼ ਰੀਸੈਂਟਲੀ ਇਨ ਨਿਊਜ਼, ਇਟ ਇਜ਼ ਇਨ ਵਿਚ ਸਟੇਟ? ਇਹ ਕਰਨਾਟਕ ਦੇ ਵਿੱਚ ਆ, ਠੀਕ ਹੈ ਜੀ, ਜਿੱਥੇ ਆਪਣਾ ਇਹ ਟੈਲੀਸਕੋਪ ਪਲੇਸਡ ਆ, ਜਿੱਥੇ ਲੋਕੇਟ ਕੀਤਾ ਹੋਇਆ, ਜਿੱਥੇ ਇੰਸਟਾਲ ਕੀਤਾ ਹੋਇਆ। ਫਲੋਟਿੰਗ ਟੈਲੀਸਕੋਪ ਆ ਗਾਇਜ਼ ਇਹ, ਠੀਕ ਹੈ, ਧਿਆਨ ਰੱਖਿਓ। ਇਹ ਵੀ ਤੁਹਾਨੂੰ ਸਟੇਟਮੈਂਟ ਪੁੱਛੀ ਜਾ ਸਕਦੀ ਹੈ ਕਿ SARS-3 ਜੋ ਟੈਲੀਸਕੋਪ ਆ ਇਹ ਫਲੋਟਿੰਗ ਟੈਲੀਸਕੋਪ ਆ। ਫਲੋਟਿੰਗ ਕਿਉਂਕਿ ਲੇਕ ਦੇ ਉੱਪਰ ਆ, ਫਲੋਟ ਕਰ ਰਿਹਾ ਇਹ। ਫਿਰ ਆਪਾਂ ਗੱਲ ਕਰੀਏ RRI ਦੀ, ਰਮਨ ਰਿਸਰਚ ਇੰਸਟੀਚਿਊਟ ਕੀ ਆ? It is an autonomous research institute engaged in research in basic sciences, ਠੀਕ ਹੈ ਜੀ। ਤੇ ਫਾਊਂਡ ਕਿਹਨੇ ਕੀਤਾ ਸੀ? ਵੈਰੀ ਇੰਪੋਰਟੈਂਟ, ਜੋ ਸਾਡੇ ਇੰਡੀਆ origin ਦੇ ਇੱਕ ਨੋਬਲ ਅਵਾਰਡ ਵਿਨਰ ਨੇ, ਨੋਬਲ ਲੌਰੀਏਟ ਨੇ, CB ਰਮਨ, ਜਿਨ੍ਹਾਂ ਨੇ ਰਮਨ ਇਫੈਕਟ ਦਿੱਤਾ ਸੀ। ਕਾਹਦੇ ਲਈ ਇਹਨਾਂ ਨੂੰ ਮਿਲਿਆ ਸੀ ਰਮਨ ਇਫੈਕਟ? ਰਮਨ ਇਫੈਕਟ ਹੁੰਦਾ ਜੀ ਸਕੈਟਰਿੰਗ ਆਫ ਲਾਈਟ ਦੇ ਕੰਸਰਨ ਚ ਇਹ ਹੁੰਦਾ, ਠੀਕ ਹੈ। ਜਿਹੜੀ ਵਿਜ਼ੀਬਲ ਲਾਈਟ ਹੁੰਦੀ ਆ ਨਾ ਉਹਦੇ 'ਚ ਆਪਾਂ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਲਾਈਟ ਹੁੰਦੀ ਆ ਉਹਦਾ ਜੋ ਆਪਾਂ ਸਪੈਕਟਰਮ ਦੀ ਗੱਲ ਕਰੀਏ ਉਹਦੇ 'ਚ ਕਈ ਅੱਗੇ ਵੇਵਲੈਂਥ, ਕਈ ਫ੍ਰੀਕੁਐਂਸੀਜ਼ ਦੀ ਅਲੱਗ-ਅਲੱਗ ਆਪਣੇ ਕੋਲੇ ਇਹਦੇ ਕਨਸਟੀਟੂਐਂਟਸ ਹੁੰਦੇ ਨੇ, ਤੇ ਉਹਨਾਂ ਦੀ ਜਿਹੜੀ ਲਾਈਟ ਦੀ ਸਕੈਟਰਿੰਗ ਆ ਉਹ ਆਪਣੇ ਕੋਲੇ ਰਮਨ ਇਫੈਕਟ ਆ, ਲਾਈਟ ਸਕੈਟਰਿੰਗ ਆਫ ਲਾਈਟ ਦੇ ਨਾਲ ਕੰਸਰਨਡ ਆ। ਰਮਨ ਇਫੈਕਟ ਦੇ ਲਈ CB ਰਮਨ ਜੀ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ, ਤੇ CB ਰਮਨ ਜੀ ਨੇ 1948 ਦੇ ਵਿੱਚ ਜਿਹੜੀ ਇਹ ਸਾਡੀ ਰਮਨ ਰਿਸਰਚ ਇੰਸਟੀਚਿਊਟ ਆ ਇਹਨੂੰ ਸੈਟਅਪ ਕੀਤਾ ਸੀ, ਠੀਕ ਹੈ ਜੀ, ਵੈਰੀ ਇੰਪੋਰਟੈਂਟ। ਤੇ 1972 ਦੇ ਵਿੱਚ ਇਹ ਜੋ ਰਮਨ ਰਿਸਰਚ ਇੰਸਟੀਚਿਊਟ ਆ ਪਹਿਲਾਂ ਸਿਰਫ ਆਟੋਨਮਸ ਇੰਸਟੀਚਿਊਟ ਸੀ, ਇਹ ਅੱਡ ਸੀ, ਕਹਿ ਲਓ ਨਾ ਕਿਸੇ ਮਿਨਿਸਟਰੀ ਦੇ ਅੰਡਰ ਨਹੀਂ ਸੀ, ਬਟ ਹੁਣ ਇਹ ਸਿੰਸ 1972 ਇਹ ਜੋ ਸਾਡਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਆ ਉਹਦੇ ਤੋਂ ਫੰਡਿੰਗ ਵੀ ਲੈ ਰਿਹਾ, ਉਹ ਇਹਨੂੰ ਏਡ ਵੀ ਪ੍ਰੋਵਾਈਡ ਕਰ ਰਿਹਾ, ਠੀਕ ਹੈ ਜੀ। ਤਾਂ ਹੁਣ ਕੀ ਹੈ ਇਹ ਏਡਡ ਐਂਡ ਆਟੋਨਮਸ, ਠੀਕ ਹੈ ਜੀ। ਏਡਡ ਤੇ ਆਟੋਨਮਸ ਇੰਸਟੀਚਿਊਟ ਆ, ਇਹਨੂੰ ਏਡ ਕੌਣ ਪ੍ਰੋਵਾਈਡ ਕਰਦਾ? ਉਹ ਕਰਦਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ। ਤੇ ਜੇ ਆਪਾਂ ਇਸ ਰਮਨ ਰਿਸਰਚ ਇੰਸਟੀਚਿਊਟ ਦੀ ਗੱਲ ਕਰੀਏ ਇਹਦਾ ਹੈੱਡਕੁਆਟਰ ਕਿੱਥੇ? ਇਹਦਾ ਹੈੱਡਕੁਆਟਰ ਹੈ ਜੀ ਬੈਂਗਲੌਰ ਦੇ ਵਿੱਚ, ਠੀਕ ਹੈ। ਇਹਦੇ ਚੋਂ ਇੰਨਾ ਕੁਝ ਪੁੱਛਿਆ ਜਾ ਸਕਦਾ, ਇਹ ਫੈਕਟ ਧਿਆਨ ਰੱਖਿਓ।
ਤੇ ਇਹਦੇ ਰਿਗਾਰਡਿੰਗ ਜਿਹੜੇ ਵੀ ਕੁਐਸਚਨਸ ਨੇ ਉਹ ਤੁਹਾਨੂੰ ਕੱਲ ਸਵੇਰੇ ਮਲੂਕਾ ਆਈਐਸ ਜੋ ਪੰਜਾਬ ਪੀਸੀਐਸ ਟੈਲੀਗ੍ਰਾਮ ਪੇਜ ਆ ਉਹਦੇ ਤੇ ਮਿਲ ਜਾਣਗੇ, ਠੀਕ ਹੈ ਜੀ। ਤੇ ਹੁਣ ਆਪਾਂ ਜੋ ਫਸਟ ਕੁਐਸਚਨ ਮੈਂ ਤੁਹਾਨੂੰ ਪੁੱਛਿਆ ਸੀ ਸੈਟੇਲਾਈਟਸ ਬਾਰੇ, ਕਈ ਬੱਚਿਆਂ ਨੇ ਉਹਦਾ ਆਨਸਰ ਕੀਤਾ। ਉਹਨਾਂ 7 ਦੇ ਵਿੱਚੋਂ 3 ਸੈਟੇਲਾਈਟਸ ਜੀਓ ਸਟੇਸ਼ਨਰੀ ਆਰਬਿਟ 'ਚ ਨੇ ਤੇ 4 ਸੈਟੇਲਾਈਟਸ ਜੀਓ ਸਿੰਕਰੋਨਸ ਆਰਬਿਟ ਦੇ ਵਿੱਚ ਨੇ। ਤੇ ਹੁਣ ਆਪਾਂ ਜਿਵੇਂ ਐਪ ਦੀ ਥੋੜਾ ਐਪ ਬਾਰੇ ਤੁਹਾਨੂੰ ਦੱਸ ਦਾਂਗਾ। ਕਈ ਬੱਚੇ ਕਹਿ ਰਹੇ ਨੇ ਕਿ ਸਾਨੂੰ ਪੀਪੀਡੀਜ਼ ਨਹੀਂ ਮਿਲ ਰਹੀਆਂ। ਗਾਇਜ਼ ਜਿਵੇਂ ਮੈਂ ਤੁਹਾਨੂੰ ਦੱਸਿਆ ਮਲੂਕਾ ਐਪ ਆ, ਮਲੂਕਾ ਆਈਏਐਸ, ਇਹ ਐਂਡਰੋਇਡ ਯੂਜ਼ਰਸ ਦੇ ਲਈ ਆ, ਫਿਰ ਕਲਾਸ ਪਲੱਸ ਇਹ ਆਈਫੋਨ ਯੂਜ਼ਰਸ ਦੇ ਲਈ ਆ, ਠੀਕ ਹੈ ਜੀ। ਜਦੋਂ ਤੁਸੀਂ ਮਲੂਕਾ ਆਈਏਐਸ ਐਪ ਤੇ ਜਾ ਕੇ ਲੌਗਇਨ ਕਰੋਗੇ, ਤੁਹਾਡੇ ਤੋਂ ਉੱਥੇ ਰਜਿਸਟਰ ਕਰ ਲਿਆ ਤੁਸੀਂ, ਤੁਹਾਡੇ ਤੋਂ ਜਿਵੇਂ ਸਾਰਾ ਕੁਝ ਜਿਵੇਂ ਲੌਗਇਨ ਆਪਣੀਆਂ ਡਿਟੇਲਸ ਭਰ ਕੇ ਲੌਗਇਨ ਹੋ ਗਿਆ, ਤੁਸੀਂ ਉਹਦੇ ਤੇ ਨਾ ਇੱਕ ਕਾਲਮ ਬਣਿਆ ਹੋਣਾ ਬੈਚਸ, BATCHES, ਇਹ ਬੈਚਸ ਵਾਲੇ ਕਾਲਮ ਤੇ ਕਲਿੱਕ ਕਰਨਾ। ਉਦੋਂ ਬਾਅਦ ਤੁਹਾਡੇ ਕੋਲੇ ਹੋਰ ਅੱਗੇ 4-5 ਕਾਲਮ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਹੈਗਾ ਅਸਾਈਨਮੈਂਟਸ, ਠੀਕ ਹੈ ਜੀ। ਅਸਾਈਨਮੈਂਟਸ ਤੇ ਤੁਸੀਂ ਜਦੋਂ ਕਲਿੱਕ ਕਰੋਗੇ ਤਾਂ ਤੁਹਾਨੂੰ ਉੱਥੇ ਪੀਪੀਡੀਜ਼ ਮਿਲ ਜਾਣਗੀਆਂ। ਉਹਨੂੰ ਆਪਾਂ ਉਦਾਂ ਹੀ ਬਾਈਫਰਕੇਟ ਕੀਤਾ ਹੋਇਆ, ਇੱਕ ਆਪਣੇ ਕੋਲੇ ਕਰੰਟ ਅਫੇਅਰਸ ਦੀਆਂ ਹੋ ਗਈਆਂ ਪਲੱਸ ਪੰਜਾਬ ਜੀਕੇ, ਉਹਦੇ 'ਚ ਤੁਹਾਨੂੰ ਸਾਰੀਆਂ ਪੀਪੀਡੀਜ਼ ਮਿਲ ਜਾਣਗੀਆਂ। ਇਹ ਦੋਨੋਂ ਐਪਸ ਦੇ ਵਿੱਚ ਤੁਸੀਂ ਜਦੋਂ ਲੌਗਇਨ ਕਰੋਗੇ, ਮਲੂਕਾ ਆਈਐਸ ਦੇ ਪੇਜ ਤੇ ਪਹੁੰਚ ਗਏ, ਪਹਿਲਾਂ ਕਲਿੱਕ ਕਰਿਓ ਬੈਚਸ ਤੇ, ਜਦੋਂ ਬੈਚ ਤੇ ਤੁਸੀਂ ਪਹੁੰਚ ਗਏ ਫਿਰ ਤੁਸੀਂ ਕਲਿੱਕ ਕਰਨਾ ਅਸਾਈਨਮੈਂਟਸ, ਅਸਾਈਨਮੈਂਟਸ ਦੇ ਅੰਡਰ ਤੁਹਾਨੂੰ ਸਾਰੀਆਂ ਪੀਪੀਟੀਜ਼ ਮਿਲ ਜਾਣਗੀਆਂ, ਠੀਕ ਹੈ ਗਾਇਜ਼। ਥੈਂਕ ਯੂ ਵੈਰੀ ਮੱਚ। ਤੇ ਜੇ ਕਿਸੇ ਨੂੰ ਕੋਈ ਡਾਊਟ ਆ ਤੁਸੀਂ ਪੁੱਛ ਸਕਦੇ ਹੋ। ਤੇ ਇੱਕ ਤੁਹਾਡੀ ਸਕਰੀਨ ਦੇ ਨੀਚੇ ਨਾ ਸਾਡਾ ਨੰਬਰ ਇੱਥੇ ਫਲੈਸ਼ ਹੋ ਰਿਹਾ, ਉਹ ਚੰਡੀਗੜ੍ਹ ਆਫਿਸ ਦਾ ਨੰਬਰ ਆ। ਜੋ ਵੀ ਤੁਹਾਡੀਆਂ ਪੀਸੀਐਸ ਰਿਲੇਟਡ ਕੁਐਰੀਜ਼ ਨੇ, ਕਿਉਂਕਿ ਬਹੁਤ ਬੱਚੇ ਲਾਈਵ ਚੈਟ ਦੇ ਵਿੱਚ ਕਈ ਵਾਰੀ ਮੈਸੇਜ ਕਰਦੇ ਨੇ, ਉਹ ਮੈਸੇਜ ਬਾਅਦ ਚੋਂ ਪਹੁੰਚਦਾ ਜਾਂ ਦੇਖਿਆ ਨਹੀਂ ਜਾਂਦਾ, ਉਹਦਾ ਰਿਪਲਾਈ ਨਹੀਂ ਹੁੰਦਾ। ਸੋ ਤੁਹਾਡੇ ਲਈ ਆਪਣੀ ਜੋ ਕਲਾਸ ਚੱਲ ਰਹੀ ਸੀ ਇਹਦੀ ਸਕਰੀਨ ਦੇ ਨੀਚੇ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ ਤੇ ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਕੋਈ ਵੀ ਤੁਹਾਡੀ ਕੁਐਰੀ ਹੈ ਪੀਸੀਐਸ ਦੇ ਰਿਲੇਟਡ, ਉਹਦੀ ਤਿਆਰੀ ਦੇ ਰਿਲੇਟਡ ਜਾਂ ਕੋਈ ਇਨਫੋਰਮੇਸ਼ਨ ਚਾਹੀਦੀ ਤੁਹਾਨੂੰ ਕਲਾਸਿਸ ਦੇ ਰਿਗਾਰਡਿੰਗ, ਤੁਸੀਂ ਕਾਲ ਕਰਕੇ ਬੇਝਿਜਕ ਹੋ ਕੇ ਪੁੱਛ ਸਕਦੇ ਹੋ। ਤੁਹਾਡੇ ਜਿੰਨੀਆਂ ਵੀ ਪ੍ਰੋਬਲਮਸ ਨੇ, ਜੋ ਵੀ ਇਸ਼ੂਜ਼ ਨੇ ਤੁਹਾਡੀ ਤਿਆਰੀ ਦੇ ਰਿਗਾਰਡਿੰਗ, ਉਹ ਚਾਹੇ ਸਟੱਡੀ ਮਟੀਰੀਅਲ ਦੇ ਰਿਗਾਰਡਿੰਗ ਆ, ਚਾਹੇ ਕਲਾਸਿਸ ਦੇ ਰਿਗਾਰਡਿੰਗ ਆ, ਚਾਹੇ ਕੋਈ ਹੋਰ ਇਸ਼ੂ ਆ, ਸਾਰਾ ਤੁਹਾਡਾ ਐਡਰੈਸ ਕੀਤਾ ਜਾਊ। ਜਦੋਂ ਮਰਜ਼ੀ ਉਸ ਨੰਬਰ ਤੇ ਕਾਲ ਕਰੋ ਜੀ। ਥੈਂਕ ਯੂ ਵੈਰੀ ਮੱਚ ਗਾਇਜ਼। ਤੇ ਹੁਣ ਆਪਾਂ 9:05-7 ਤੇ ਜੋ ਸਾਡੀ ਪੰਜਾਬ ਜੀਕੇ ਵਾਲੀ ਕਲਾਸ ਆ, 9:07 ਦੇ ਵਿੱਚ ਆਪਾਂ 9:07 ਤੇ ਜੀਕੇ ਦੀ ਕਲਾਸ ਸਟਾਰਟ ਕਰਨ ਲੱਗੇ ਹਾਂ, ਠੀਕ ਹੈ ਜੀ। ਥੈਂਕ ਯੂ।